परम सत्कार जोग गुरु का खास रूप गुरु खालसा साध संगत जी। वाहे गुरु जी का खालसा वाहे गुरु जी की फतेह। अज धन 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 श्री गुरु ग्रंथ साहिब महाराज जी अपने पवित्र पावन अंग 192 तो उपरों ही राग गौड़ी दे राही अपने पंजवें स्वरूप दे राही पवित्र पावन उपदेश बख्शिश कर रहे ने। सतगुरु साडे सारिਆਂ ते किरपा करन, सारिਆਂ दे मन विच सावधानता एकाग्रता शरदा भावना प्रेम भर के शब्द सुरत का मेल कराउंदियां होइयां अपनी पवित्र पावन बाणी की कथा करन अते सुनन की समर्था बख्शण, ताकि साडा आया बोलिया सुनिया सब प्रवान हो जाए। आओ अपन सुरतियां बिरतियां नूं एकागर करिए। गौड़ी महला पंजवां। गुर का शब्द राख मन माहे, नाम सिमर चिंता सब जाहे। कहंदे हे मन हे बंदे गुरु दे शब्द नूं अपने मन दे विच रख, अपने मन च बसा ले। साध संगत जी गुरु का शब्द की है? गुरु का शब्द है गुरु का उपदेश जां गुरु का मंत्र। गुरु के शब्द च दो चीज़ां आउंदियां ने। गुरु का उपदेश आउंदा कि भाई ऐदां करना है ऐदां नहीं करना, ते एक गुरु के शब्द च आउंदा गुरमंत्र। जिवें अपना खालसियां दा गुरमंत्र है वाहिगुरू वाहिगुरू गुरमंत्र है जप हामै खोई। असी ने किसी होर मंत्र का जाप नहीं करना, असी ने जां मूल मंत्र का ते जां गुरमंत्र का, असी कोई होर जाप नहीं करना। गुरमंत्र सौखा है, आपां आउंदियां जांदियां काम धंधा करदियां भी बिना मूँह हिलाए भी कर सकते हैं। वाहिगुरू गुरमंत्र इन्ना क सुखैन है, महाराज की कृपा हो जाए बहुत सारे गुरमुख प्यारियां दे सुआसा नाल चल पैंदा। बहुत सारे प्यारियां दे जिहड़ा दिल की धड़कन नाल चल पैंदा। साध संगत जी ये कहंदे ने विद्वान, कहंदे जदों आपां जीव नाल परमात्मा का नाम जपदे हां वाहिगुरू गुरमंत्र जपदे हां तां एक वारी कहने आ तां वो इक्को वारी कहा जांदा है। जदों असीं मूँह बंद करके कल्ली जीभ हिलदी है साडी, ਉਹਦੇ ਨਾਲ ਕਦੇ ਉਹਦਾ ਫਲ ਹੋਰ ਵੱਧ ਜਾਂਦਾ। ਫਿਰ ਜਦੋਂ ਅਸੀਂ ਸਵਾਸਾਂ ਨਾਲ ਕਰਦੇ ਹਾਂ ਜੀਭ ਵੀ ਨਹੀਂ ਹਿਲਦੀ ਬੁੱਲ ਵੀ ਨਹੀਂ ਹਿਲਦੇ, ਜੀਭ ਇੱਕ ਥਾਂ 'ਤੇ ਟਿਕੀ ਹੋਈ ਹੈ ਅਤੇ ਅੰਦਰ ਵਾਹਿਗੁਰੂ ਵਾਹਿਗੁਰੂ ਚੱਲ ਰਿਹਾ, ਉਹਦਾ ਫਲ ਕਦੇ ਹੋਰ ਕਈ ਗੁਣਾ ਵੱਧ ਜਾਂਦਾ। ਅਤੇ ਜਦੋਂ ਅਸੀਂ ਰੋਮ ਰੋਮ ਦੇ ਨਾਲ ਧਿਆਉਂਦੇ ਹਾਂ ਦਿਲ ਦੀ ਧੜਕਣ ਨਾਲ, ਫਿਰ ਪੂਰੀ ਬੋਡੀ ਦੇ ਇਹ ਯੋਗ ਮੱਤ ਵਾਲੇ ਕਹਿੰਦੇ ਨੇ ਕਿ ਸਾਡੀ ਬੋਡੀ ਦੇ 3.5 ਕਰੋੜ ਰੋਮ ਨੇ। ਫਿਰ ਆਪਾਂ ਇੱਕ ਵਾਰੀ ਵਾਹਿਗੁਰੂ ਗੁਰਮੰਤਰ ਕਿਹਾ ਤਾਂ ਉਹ 3.5 ਕਰੋੜ ਵਾਰੀ ਜਪਿਆ ਜਾਂਦਾ। ਉਹ ਇੱਕ ਸਵਾਸ ਦੇ ਵਿੱਚ ਕਈ ਵਾਰੀ ਜਪ ਦਿੰਦੇ ਨੇ। ਭਾਵ ਉਹਨਾਂ ਕੋਲ ਇੰਨਾ ਕੁ ਨਾਮ ਧਨ ਹੁੰਦਾ ਸਾਧ ਸੰਗਤ ਜੀ ਬਈ ਉਹ ਸ਼ਾਇਦ ਆਪਾਂ ਉਹ ਇਮੈਜੀਨੇਸ਼ਨ ਨਹੀਂ ਕਰ ਸਕਦੇ। ਇੱਕ ਤੁਸੀਂ ਹੋਰ ਧਿਆਨ ਰੱਖਣਾ, ਆਪਾਂ ਗਰੀਬ ਬੰਦੇ ਦੇ ਵਿਆਹ 'ਚ ਜਾਂਦੇ ਹਾਂ, ਉੱਥੇ ਆਪਾਂ ਵੱਧ ਤੋਂ ਵੱਧ ਚੱਲ 500 ਸ਼ਗਨ ਦਾ ਪਾ ਦਿਓ, ਚੱਲ ਯਾਰ ਗਰੀਬ ਆਪਾਂ 1100 ਪਾ ਦਿਓ। ਜੇ ਹੁਣ ਕਿਤੇ ਆਪਾਂ ਨੂੰ ਕੋਈ ਅਮੀਰ ਬੰਦਾ ਬੁਲਾ ਲੇ, ਹੁਣ ਆਪਾਂ ਉੱਥੇ 1100 ਥੋੜ੍ਹਾ ਪਾਵਾਂਗੇ। ਚਾਹੇ ਉੱਥੇ ਆਪਾਂ ਨੂੰ ਪੀਣ ਨੂੰ ਇੱਕ ਕੌਫੀ ਦਾ ਹੀ ਕੱਪ ਮਿਲੇ ਜਾਂ ਕੋਈ 2 ਪਕੌੜੇ ਖਾਣ ਨੂੰ ਮਿਲਣ, ਹੁਣ ਜਿੱਡੇ ਵੱਡੇ ਬੰਦੇ 'ਤੇ ਜਾਵਾਂਗੇ ਆਪਾਂ ਚਾਹੇ ਔਖੇ ਹੋ ਕੇ ਪਾਈਏ ਚਾਹੇ ਸੌਖੇ ਹੋ ਕੇ ਪਾਈਏ, ਆਪਾਂ ਸ਼ਗਨ ਵੀ ਤਾਂ ਨਹੀਂ ਪਾਵਾਂਗੇ। ਇਸੇ ਤਰ੍ਹਾਂ ਤੁਸੀਂ ਧਿਆਨ ਕਿਤੇ ਕੀਤਾ ਹੋਣਾ, ਕੋਈ ਮੇਰੇ ਵਰਗਾ ਜਾਂ ਆਮ ਸਧਾਰਨ ਬੰਦਾ ਕੋਈ ਬਿਮਾਰ ਹੋ ਜਾਂਦਾ, ਉਹਦੇ ਲਈ ਕੋਈ ਪਾਠ ਨਹੀਂ ਕਰਦਾ, ਜਾਂ ਕੋਈ ਕਿਸੇ ਦੀ ਕੋਈ ਮਰ ਜਾਂਦਾ ਉਹਦੇ ਲਈ ਕੋਈ ਪਾਠ ਨਹੀਂ ਕਰਦਾ। ਇਹ ਮਹਾਂਪੁਰਖਾਂ ਦੀਆਂ ਵਰਸੀਆਂ ਆਉਂਦੀਆਂ ਨੇ, ਕਿਉਂਕਿ ਉਹਨਾਂ ਨੇ ਬਹੁਤ ਜ਼ਿਆਦਾ ਨਾਮ ਧਨ ਕਮਾਇਆ ਹੋਇਆ। ਉਹਨਾਂ ਦੀਆਂ ਵਰਸੀਆਂ 'ਤੇ ਕਿੰਨੇ ਅਖੰਡ ਪਾਠ, ਕਿੰਨੇ ਹੀ ਸਹਿਜ ਪਾਠ, ਕਿੰਨੇ ਮੂਲ ਮੰਤਰ ਦੇ ਪਾਠ,
ਕਿੰਨੇ ਗੁਰਮੰਤਰ ਦੇ ਪਾਠ ਸੰਗਤਾਂ ਕਰੋੜਾਂ ਦੀ ਗਿਣਤੀ 'ਚ ਕਰ ਦਿੰਦੀਆਂ ਨੇ, ਕਿਉਂਕਿ ਉਹ ਅਮੀਰ ਆਦਮੀ ਨੇ, ਉੱਥੇ ਉਹਨਾਂ ਨੂੰ ਸ਼ਗਨ ਜ਼ਿਆਦਾ ਪਾਉਣਾ ਪੈਂਦਾ, ਜਿੰਨਾ ਕਿਉਂਕਿ ਕਹਿੰਦੇ ਧਨ ਨੂੰ ਧਨ ਕਮਾਉਂਦਾ। ਹੁਣ ਉਹਨਾਂ ਕੋਲ ਨਾਮ ਧਨ ਹੈ, ਉਹ ਆਪ ਹੀ ਕਮਾਈ ਜਾਂਦਾ, ਉਹ ਆਪਣੀ ਸੰਗਤਾਂ ਦੇ ਹਿਰਦਿਆਂ 'ਚ ਪ੍ਰੇਰਨਾ ਐਸੀ ਭਰਦਾ ਹੈ। ਆਪਾਂ ਪੜ੍ਹੀ ਜਾਪ ਕਰੀ ਜਾਂਦੇ ਉਹਨਾਂ ਲਈ। ਹੁਣ ਬਾਬਾ ਜੀ ਆਪਾਂ ਨੂੰ ਇਹੀ ਪ੍ਰੇਰਨਾ ਦੇ ਰਹੇ ਨੇ ਕਿ ਹੇ ਭਾਈ, ਗੁਰੂ ਦੇ ਸ਼ਬਦ ਨੂੰ ਮਨ ਦੇ ਵਿੱਚ ਰੱਖ, ਭਾਵ ਆਪਣੇ ਚੇਤੇ 'ਚ ਰੱਖ, ਆਪਣੇ ਖਿਆਲਾਂ 'ਚ ਵਸਾ, ਆਪਣੀ ਸੋਚ ਦੇ ਵਿੱਚ ਵਸਾ, ਆਪਣੀ ਸਿਮਰਤੀ ਦੇ ਵਿੱਚ ਇਹਨੂੰ ਪੱਕਾ ਕਰ ਲੈ, ਆਪਣੀ ਯਾਦ ਦੇ ਵਿੱਚ ਵਸਾ ਲੈ। ਕਿਉਂ, ਕਾਹਤੋਂ, ਕਾਹਦੇ ਲਈ? ਆਪਣੇ ਮਨ 'ਚ ਆਪੇ ਪ੍ਰਸ਼ਨ ਕਰਨਾ ਹੈ। ਇੱਕ ਪੰਗਤ ਉਹਦਾ ਉੱਤਰ ਦਿੱਤਾ ਹੋਇਆ ਹੈ, ਨਾਮ ਸਿਮਰ ਚਿੰਤਾ ਸਭ ਜਾਹੇ। ਜੇ ਤੂੰ ਨਾਮ ਨੂੰ ਸਿਮਰੇਗਾ, ਨਾਮ ਨੂੰ ਤੂੰ ਆਪਣੀ ਸਿਮਰਤੀ 'ਚ ਵਸਾ ਲਵੇਂਗਾ, ਤਾਂ ਤੇਰੀਆਂ ਹਰ ਪ੍ਰਕਾਰ ਦੀਆਂ ਚਿੰਤਾਵਾਂ ਖਤਮ ਹੋ ਜਾਣਗੀਆਂ। ਫਿਰ ਤੈਨੂੰ ਕਿਸੇ ਦੀ ਚਿੰਤਾ ਨਹੀਂ ਕਰਨੀ ਪੈਣੀ। ਫਿਰ ਤਾਂ ਤੈਨੂੰ ਇਹ ਵਿਸ਼ਵਾਸ ਹੋ ਜਾਏਗਾ ਕਿ ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸੀ ਹੀ ਹੈ, ਜਲ ਮੈਂ ਜੀ ਉਪਾਏ ਕਹਿ, ਤਿਨਾ ਵੀ ਰੋਜੀ ਦੇ। ਉਥੈ ਹਟ ਨਾ ਚੱਲਈ, ਨਾ ਕੋ ਕਿਰਸ ਕਰੇ, ਜੀਆਂ ਕਾ ਆਹਾਰ ਜੀ, ਖਾਣਾ ਇਹ ਕਰੇ। ਉੱਥੇ ਫਿਰ ਉਹਨੂੰ ਫਿਕਰ ਹੀ ਨਹੀਂ ਹੋਣਾ, ਉਹਨੂੰ ਆਪ ਹੀ ਪਤਾ ਹੁੰਦਾ ਵੀ ਕੋਈ ਨਹੀਂ ਦਾਤਾ, ਇਹ ਤੇਰਾ ਕੰਮ ਹੈ। ਇੱਕ ਵਾਰੀ ਇੱਕ ਕੋਈ ਵੈਦ ਸੀ, ਵੈਦ ਘਰ ਬੜਾ ਉਹ ਹੈਗਾ ਸੀ ਬੰਦਗੀ ਵਾਲਾ। ਬਸ ਉਹਨੇ ਕੀ ਕਰਨਾ, ਉਹਨਾਂ ਕੁ ਕਮਾਉਣਾ ਜਿੰਨੇ ਕੁ ਨਾਲ ਰੋਜ਼ ਦਾ ਉਹਦਾ ਖਰਚਾ ਚੱਲ ਪਏ। ਉਹ ਘਰ ਵਾਲੇ ਨੂੰ ਸਵੇਰੇ ਕਹਿੰਦਾ ਸੀ ਵੀ ਭਗਵਾਨ ਨੇ ਜਿਹੜਾ ਸਮਾਨ ਬਾਜ਼ਾਰ 'ਚੋਂ ਲਿਆਉਣਾ ਲੈ ਕੇ ਆਉਣਾ ਹੈ, ਉਹ ਤੂੰ ਲਿਸਟ ਬਣਾ ਕੇ ਦੇ ਦੇ। ਘਰ ਵਾਲੀ ਵੀ ਬੜੀ ਸੱਤਿਆਵਾਨ ਸੀ, ਘਰ ਵਾਲੀ ਨੇ ਲਿਸਟ ਬਣਾ ਦੇਣੀ, ਉਹਨੇ ਦੇਖ ਲੈਣਾ ਬਈ ਇੰਨੇ ਦਾ ਸਮਾਨ ਆਊਗਾ, ਉਹਨੇ ਓਨੇ ਕੁ ਪੈਸੇ ਕਮਾਉਣੇ। ਜਦੋਂ ਓਨੇ ਕੁ ਪੈਸੇ ਹੋ ਗਏ, ਉਹਨੇ ਦੁਕਾਨ ਬੰਦ ਕਰਨੀ ਅਤੇ ਆਪਦਾ ਬਾਹਰ ਜਾ ਕੇ ਪਰਮਾਤਮਾ ਦੀ ਭਗਤੀ ਦੇ ਵਿੱਚ ਜੁੜ ਜਾਣਾ, ਅਤੇ ਸ਼ਾਮ ਨੂੰ ਜਾਂਦਿਆਂ ਹੋਇਆਂ ਜਿਹੜਾ ਸਮਾਨ ਦੀ ਲਿਸਟ ਫੜਾਈ ਸੀ ਉਹ ਸਮਾਨ ਲੈ ਕੇ ਘਰ ਚਲੇ ਜਾਣਾ। ਬਸ ਉਹ ਕਹਿ ਰਿਹਾ ਸੀ ਅੱਲਾ ਪਰਮਾਤਮਾ ਵੀ ਤੈਨੂੰ ਫਿਕਰ ਹੈ ਮੇਰੇ ਕੰਮ ਦਾ। ਇੱਕ ਦਿਨ ਕੁਦਰਤੀ ਕੀ ਹੋਇਆ, ਘਰ ਵਾਲੀ ਨੇ ਲਿਸਟ ਫੜਾਈ, ਉਹਨੇ ਫੜ ਕੇ ਦੇਖਿਆ ਵੀ ਇਹ ਲਿਸਟ ਕਾਫੀ ਵੱਡੀ ਹੈ। ਉਹ ਦੁਕਾਨ 'ਤੇ ਜਾ ਕੇ ਖੋਲ੍ਹਦੇ ਹੁੰਦਾ ਸੀ, ਉਹਨੇ ਦੁਕਾਨ 'ਤੇ ਜਾ ਕੇ ਜਦੋਂ ਦੁਕਾਨ ਖੋਲ੍ਹੀ ਇਹ ਲਿਸਟ, ਉਹਦੇ ਉੱਤੇ ਲਿਖਿਆ ਹੋਇਆ ਸੀ ਕਿ ਪਤੀ ਦੇਵ ਆਪਣੀ ਬੇਟੀ ਵਰਯੋਗ ਹੋ ਗਈ ਹੈ, ਉਹਦੇ ਵਿਆਹ ਵਾਸਤੇ ਇੱਕ ਮੁੰਡਾ ਵੀ ਲੱਭਣਾ, ਅਤੇ ਆਹਾ ਸਮਾਨ ਲੈ ਕੇ ਆਉਣਾ। ਜਦੋਂ ਉਹਨੇ ਸਮਾਨ ਦੇਖਿਆ, ਉਹ ਸਮਾਨ ਤਾਂ ਉਹ ਭਲਾ ਜ਼ਮਾਨਾ ਸੀ, ਮਤਲਬ ਲੱਖਾਂ ਦੇ ਨੇੜੇ ਤੇੜੇ ਸੀ ਇੰਨਾ ਸਮਾਨ। ਹੁਣ ਉਹਨੇ ਲਿਸਟ ਪੜ੍ਹੀ ਅਤੇ ਲਿਸਟ ਪੜ੍ਹ ਕੇ ਹੱਸਣ ਲੱਗ ਗਏ। ਹੈਗਾ ਸੀ ਮੁਸਲਮਾਨ ਉਹ ਲਿਸਟ ਪੜ੍ਹ ਕੇ ਹੱਸਣ ਲੱਗ ਗਿਆ। ਉਹ ਕਹਿੰਦਾ ਹੈ ਅੱਲਾਹ ਤਾਲਾ, ਤੁਹਾਨੂੰ ਮੇਰਾ ਫਿਕਰ ਹੈ, ਤੁਹਾਨੂੰ ਮੇਰੀਆਂ ਲੋੜਾਂ ਥੋੜਾਂ ਦਾ ਪਤਾ ਹੈ, ਤੁਸੀਂ ਹਰ ਰੋਜ਼ ਮੇਰੀਆਂ ਲੋੜਾਂ ਥੋੜਾਂ ਪੂਰੀਆਂ ਕਰਦੇ ਹੋ, ਪਰ ਜਿਹੜੀ ਇਹ ਅੱਜ ਲਿਸਟ ਫੜਾਈ ਹੈ ਵੀ ਇਹਨੂੰ ਤੁਸੀਂ ਅੱਜ ਕਿਵੇਂ ਪੂਰਾ ਕਰੋਗੇ? ਇੰਨੇ ਕਮਾਈ ਤਾਂ ਜੇ ਮੈਂ ਪੂਰਾ ਸਾਲ ਭਰ ਦੁਕਾਨ 'ਤੇ ਬੈਠਾ ਰਹਾਂ ਤਾਂ ਵੀ ਸ਼ਾਇਦ ਇਹ ਪੈਸੇ ਘੱਟ ਰਹਿਣ ਜਿੰਨਾ ਸਮਾਨ ਇਹ ਘਰ ਵਾਲੀ ਬੀਬੀ ਨੇ ਲਿਖਿਆ। ਹੁਣ ਭਰੋਸਾ ਦੇਖੋ ਪਰਮਾਤਮਾ ਦੇ ਪਿਆਰਿਆਂ ਨੂੰ ਭਰੋਸਾ। ਇਹਨਾਂ ਨੂੰ ਅਜੇ ਸੋਚ ਰਿਹਾ ਅਤੇ ਮੁਸਕਰਾ ਰਿਹਾ ਹੱਸ ਕਰ। ਇਹਨਾਂ ਨੂੰ ਇੱਕ ਬੰਦਾ ਆਇਆ, ਇੱਕ ਬੰਦਾ ਉਹਨੇ ਪੁੱਛਿਆ ਹਾਂ ਵੀ ਤੁਹਾਡੀ ਨਬਜ਼ ਦਿਓ, ਦਿਖਾਓ ਵੀ ਮੈਂ ਦੇਖਾਂ ਕੀ ਮਰਜ਼ ਹੈ, ਤੁਹਾਨੂੰ ਉਹਦੇ ਮੁਤਾਬਕ ਦਵਾਈ ਦੇਵਾਂਗਾ। ਉਹ ਬੰਦਾ ਬੈਠ ਗਿਆ, ਉਹ ਕਹਿੰਦਾ ਸ਼੍ਰੀਮਾਨ ਜੀ ਮੈਂ ਤੁਹਾਡੇ ਤੋਂ ਦਵਾਈ ਲੈਣ ਵਾਸਤੇ ਨਹੀਂ ਆਇਆ। ਉਹ ਕਹਿੰਦਾ ਵੀ ਫਿਰ ਹੋਰ ਮੇਰੇ ਵਾਸਤੇ ਕੀ ਕਰਨਾ ਹੈ? ਕਹਿੰਦਾ ਜੀ ਅੱਜ ਤੋਂ ਕਾਫੀ ਸਾਲ ਪਹਿਲਾਂ ਮੇਰੀ ਗੱਡੀ ਦਾ ਪਹੀਆ ਟੁੱਟ ਗਿਆ ਸੀ, ਕੋਈ ਬੱਗੀ ਬੁੱਗੀ ਹੋਊਗੀ, ਉਹਦਾ ਪਹੀਆ ਟੁੱਟ ਗਿਆ ਸੀ ਜਿਹੜਾ ਅਸੀਂ ਚਲਾਉਣ ਵਾਲਾ ਗੱਡੀ ਨੂੰ। ਮੈਂ ਅਮੀਰ ਆਦਮੀ ਹਾਂ ਅਤੇ ਉਹ ਪਹੀਆ ਠੀਕ ਕਰਵਾਉਣ ਵਾਸਤੇ ਚਲਿਆ ਗਿਆ। ਮੈਂ ਟਾਈਮ ਪਾਸ ਕਰਨ ਵਾਸਤੇ ਤੁਹਾਡੀ ਦੁਕਾਨ 'ਤੇ ਆ ਗਿਆ। ਤੁਸੀਂ ਮੇਰੇ ਨਾਲ ਗੱਲਾਂ ਬਾਤਾਂ ਕੀਤੀਆਂ, ਪੁੱਛਿਆ, ਮੈਂ ਤੁਹਾਨੂੰ ਦੱਸਿਆ ਜੀ ਮੇਰੇ ਕੋਈ ਬੱਚਾ ਨਹੀਂ, ਮੈਂ ਅਮੀਰ ਹਾਂ ਪਰ ਮੇਰੇ ਬੱਚਾ ਕੋਈ ਨਹੀਂ। ਤੁਸੀਂ ਪਤਾ ਨਹੀਂ ਕੀ ਕੀਤਾ, ਆਪਣੇ ਮੈਨੂੰ 2 ਪੁੜੀਆਂ ਦਿੱਤੀਆਂ, ਕਿਹਾ ਕਿ ਐਂ ਕਰੀ ਸਵੇਰੇ ਉੱਠੀ, ਇਸ਼ਨਾਨ ਪਾਣੀ ਕਰੀ, ਅੱਲਾ ਨੂੰ ਯਾਦ ਕਰੀ, ਅਤੇ ਇਹ ਖਾਲੀ ਪੇਟ ਆਹ ਪੂੜੀ ਆਪਣੇ ਘਰ ਵਾਲੇ ਨੂੰ ਦੇ ਦੀ, ਆਹ ਪੂੜੀ ਤੂੰ ਖਾ ਲਈ।
ਅੱਲਾ ਨੇ ਚਾਹਿਆ ਤਾਂ ਤੇਰੇ ਘਰ ਪੁੱਤਰ ਹੋ ਜਾਏਗਾ, ਬੱਚਾ ਹੋ ਜਾਏਗਾ। ਕਹਿੰਦਾ ਜੀ ਉਹ ਐਸੀ ਗੱਲ ਹੋਈ ਜਦੋਂ ਮੈਂ ਮੇਰੇ ਘਰ ਵਾਲੀ ਨੂੰ ਦੱਸਿਆ, ਉਹ ਕਹਿੰਦੀ ਵੀ ਐਸਾ ਅੱਲਾ ਦਾ ਫਕੀਰ ਹੈ ਜਿਹੜਾ ਕਹਿੰਦਾ ਸੀ ਤੈਨੂੰ ਬਈ ਜੀ ਮੇਰਾ ਤਾਂ ਵੀ ਪੂਰਾ ਹੋ ਗਿਆ, ਕਿਉਂਕਿ ਜਦੋਂ ਕਹਿੰਦਾ ਵੀ ਮੈਂ ਆਇਆ ਸੀ ਨਾ ਪਹਿਲਾਂ, ਤੁਸੀਂ ਮੈਨੂੰ ਇਹ ਕਿਹਾ ਸੀ ਵੀ ਅੱਜ ਦਾ ਮੇਰਾ ਖਰਚਾ ਪੂਰਾ ਹੋ ਗਿਆ ਅਤੇ ਬਈ ਹੁਣ ਮੈਂ ਉਹ ਦਵਾਈ ਦੇ ਤੁਸੀਂ ਪੈਸੇ ਨਹੀਂ ਲਏ ਸੀ ਮੈਥੋਂ, ਜਦੋਂ ਮੈਂ ਤੁਹਾਨੂੰ ਪੈਸੇ ਦੇਣ ਲੱਗਿਆ ਤੁਸੀਂ ਇਹ ਕਿਹਾ ਸੀ ਬਈ ਅੱਜ ਦੀ ਲੋੜ ਮੁਤਾਬਕ ਜਿੰਨੇ ਮੈਨੂੰ ਪੈਸੇ ਚਾਹੀਦੇ ਸੀ ਮੈਨੂੰ ਪੂਰੇ ਹੋ ਗਏ ਅਤੇ ਵੀ ਮੈਂ ਤੁਹਾਡੇ ਤੋਂ ਪੈਸੇ ਨਹੀਂ ਲੈਂਦਾ, ਤੁਸੀਂ ਫਰੀ 'ਚ ਦਵਾਈਆਂ ਲਿੱਤੀਆਂ ਸੀ। ਇਹ ਜਦੋਂ ਮੈਂ ਗੱਲ ਮੇਰੇ ਘਰ ਵਾਲੀ ਨੂੰ ਦੱਸੀ, ਮੇਰੇ ਘਰ ਵਾਲੀ ਕਹਿੰਦੀ ਵੀ ਬਿਲਕੁਲ ਇਹ ਆਪਾਂ ਪੂਰੀ ਪੱਕਾ ਵਿਸ਼ਵਾਸ ਨਾਲ ਖਾਈਏ, ਐਸਾ ਜਿਹੜਾ ਪਰਮਾਤਮਾ ਦਾ ਪਿਆਰਾ ਕੋਈ ਵੈਦ, ਉਹਦੀ ਦਵਾਈ ਨਾਲ ਸਾਡੇ ਜ਼ਰੂਰ ਘਰ ਭਾਗ ਲੱਗਣਗੇ। ਅਸੀਂ ਦਵਾਈ ਖਾਧੀ ਜੀ, ਸਾਲ ਬਾਅਦ ਸਾਡੇ ਬੱਚਾ ਹੋ ਗਿਆ। ਕਹਿੰਦੇ ਉਹ ਵੈਦ ਜੀ ਮੈਂ ਕੁਛ ਐਸਾ ਪਰਮਾਤਮਾ ਦੀ ਕੁਦਰਤ ਹੋਈ ਮੈਂ ਤੁਹਾਡੇ ਤੱਕ ਨਹੀਂ ਪਹੁੰਚ ਸਕਿਆ। ਕਹਿੰਦੇ ਫਿਰ ਅੱਜ ਕੀ ਕਰਨਾ ਹੈ? ਅੱਜ ਮੈਂ ਇਸ ਤਰ੍ਹਾਂ ਆਇਆ ਜੀ, ਇੱਥੇ ਨੇੜੇ ਕਿਤੇ ਮੇਰੀ ਭੈਣ ਵਿਆਹੀ ਹੋਈ ਆ, ਉਦੋਂ ਵੀ ਮੈਂ ਭੈਣ ਕੋਲ ਹੀ ਆਇਆ ਸੀ ਜਦੋਂ ਤੁਹਾਡੇ ਤੋਂ ਦਵਾਈ ਲੈ ਕੇ ਗਿਆ। ਇੱਥੇ ਨੇੜੇ ਮੇਰੀ ਭੈਣ ਵਿਆਹੀ ਹੋਈ ਹੈ, ਮੇਰੀ ਭੈਣ ਵਿਧਵਾ ਹੈ, ਮੈਂ ਮੇਰੀ ਭੈਣ ਕੋਲ ਆਏ ਨੂੰ ਕਾਫੀ ਦਿਨ ਹੋ ਗਏ। ਮੇਰੀ ਭਾਣਜੀ ਦਾ ਵਿਆਹ ਹੈ, ਮੇਰੀ ਭਾਣਜੀ ਦਾ ਵਿਆਹ ਸਾਰਾ ਕੁਛ ਹੋ ਗਿਆ, ਮਤਲਬ ਸੌਦਾ ਪੱਤਾ ਖਰੀਦ ਲਿਆ, ਪਰਸੋਂ ਨੂੰ ਵਿਆਹ ਹੈ ਮੇਰੀ ਭਾਣਜੀ ਦਾ। ਪਰ ਪ੍ਰੋਬਲਮ ਇਹ ਹੋ ਗਈ ਮੇਰੀ ਭਾਣਜੀ ਅਚਾਨਕ ਮੌਤ ਹੋ ਗਈ, ਭਾਣਜੀ ਮਰ ਗਈ। ਹੁਣ ਅਸੀਂ ਉਹ ਉੱਥੇ ਕੁੜੀ ਦਾ ਵਿਆਹ ਕਰਨਾ, ਕਿਉਂਕਿ ਉਸ ਦਿਨ ਅੱਜ ਤੋਂ ਜਦੋਂ ਮੈਂ ਪਹਿਲਾਂ ਕਾਫੀ ਸਾਲ ਪਹਿਲਾਂ ਅਸੀਂ ਤੁਸੀਂ ਦੱਸਿਆ ਸੀ ਵੀ ਮੇਰੇ ਇੱਕ ਬੱਚੀ ਹੈ, ਉਹ ਕੁਦਰਤੀ ਅਸੀਂ ਇੱਥੋਂ ਲੰਘੇ ਸੀ, ਸਾਨੂੰ ਯਾਦ ਸੀ, ਤੁਹਾਡਾ ਖਿਆਲ ਸੀ, ਅਸੀਂ ਸੋਚਿਆ ਵੀ ਇਹ ਲੜਕਾ ਜਿਹੜਾ ਕਿ ਕਾਫੀ ਅਮੀਰ ਹੈ, ਅਸੀਂ ਦਾਜ ਵੀ ਬਣਾਇਆ ਹੈ, ਅਸੀਂ ਦਾਜ ਅਤੇ ਇਹ ਜਿਹੜਾ ਸਾਡਾ ਜਵਾਈ ਬਣਨ ਵਾਲਾ ਮੁੰਡਾ ਹੈ ਅਸੀਂ ਤੁਹਾਨੂੰ ਸੌਂਪਣ ਵਾਸਤੇ ਆਏ ਹਾਂ ਬਈ ਤੁਸੀਂ ਆਪਣੀ ਲੜਕੀ ਦਾ ਨਿਕਾਹ ਉਹਦੇ ਨਾਲ ਕਰ ਦਿਓ, ਇਹ ਦਾਜ ਸਾਡੇ ਵੱਲੋਂ ਤੁਹਾਡੀ ਬੇਟੀ ਦਾ ਵਿਆਹ ਸਿੱਧ ਕਰ ਦਿਓ। ਉਹ ਪਰਚੀ ਦੇਖ ਕੇ ਹੱਸ ਰਿਹਾ, ਨਾਲੇ ਅੱਖਾਂ 'ਚੋਂ ਉਹਦੇ ਪਿਆਰ ਦੇ ਵਿੱਚ ਹੰਝੂ ਆ ਰਹੇ ਨੇ ਵੀ ਹੇ ਅੱਲਾ ਤੂੰ ਮੇਰਾ ਕਿੰਨਾ ਫਿਕਰ ਕਰਦਾ, ਤੈਨੂੰ ਕਿੰਨੀ ਚਿੰਤਾ ਹੈ। ਉਹ ਕਹਿੰਦਾ ਵੀ ਤੁਸੀਂ ਰੋਣ ਕਿਉਂ ਲੱਗ ਗਏ ਵੈਦ ਜੀ? ਉਹ ਕਹਿੰਦਾ ਮੈਂ ਰੋਂਦਾ ਨਹੀਂ, ਮੈਂ ਖੁਸ਼ੀ 'ਚ ਦੀਵਾਨਾ ਹੋ ਗਿਆ। ਆਹ ਦੇਖੋ ਮੇਰੇ ਘਰ ਵਾਲੀ ਨੇ ਅੱਜ ਮੈਨੂੰ ਲਿਸਟ ਫੜਾਈ ਸੀ, ਅੱਜ ਦੀ ਤਰੀਕ ਪੜ੍ਹੋ, ਤਾਰੀਖ 'ਤੇ ਇਹ ਸੌਦਾ ਲਿਖਾ ਵੀ ਇੱਕ ਲੜਕਾ ਚਾਹੀਦਾ, ਲੜਕਾ ਵੀ ਦੇਖੋ ਤੁਸੀਂ ਸਾਨੂੰ ਦੇ ਰਹੇ ਹੋ, ਇਹ ਦਾਜ ਚਾਹੀਦਾ, ਇਹ ਦਾਜ ਵੀ ਸਾਰਾ ਤੁਸੀਂ ਸਾਨੂੰ ਦੇ ਰਹੇ ਹੋ। ਉਹ ਦੂਜੇ ਤੀਜੇ ਦਿਨ ਚਲੋ ਜਦੋਂ ਸੀ ਉਹ ਨਿਕਾਹ ਪੜ੍ਹਾਤਾ ਕੁੜੀ ਦਾ, ਕੁੜੀ ਚਲੀ ਗਈ। ਸੋ ਇਹ ਹੈ ਵੀ ਪਰਮਾਤਮਾ ਦੇ ਉੱਤੇ ਜਿਹੜਾ ਵੀ ਕੋਈ ਵਿਸ਼ਵਾਸ ਕਰਦਾ ਹੈ, ਪਰਮਾਤਮਾ ਉਹਦੀ ਆਸਥਾ ਨੂੰ, ਉਹਦੇ ਵਿਸ਼ਵਾਸ ਨੂੰ ਟੁੱਟਣ ਨਹੀਂ ਦਿੰਦਾ। ਸਾਡਾ ਵਿਸ਼ਵਾਸ ਤਾਂ ਟੁੱਟ ਜਾਂਦਾ ਹੈ ਕਿ ਅਸੀਂ ਪੂਰਨ ਤੌਰ 'ਤੇ ਪਰਮਾਤਮਾ 'ਤੇ ਵਿਸ਼ਵਾਸ ਨਹੀਂ ਕਰਦੇ। ਸਾਨੂੰ ਇਹ ਹੁੰਦਾ ਐਂ ਕਿਵੇਂ ਹੋ ਜੂ, ਬਸ ਇੱਥੇ ਅਸੀਂ ਮਾਰ ਖਾ ਜਾਂਦੇ ਹਾਂ। ਉਹ ਕਹਿੰਦੇ ਜੀ ਕਹਿੰਦੇ ਤੇਰੀ ਸਾਰੀ ਚਿੰਤਾ ਖਤਮ ਹੋ ਜੂਗੀ ਨਾਮ ਸਿਮਰ ਕੇ, ਬਿਨ ਭਗਵੰਤ ਨਾ ਹੀ ਅਣਕ ਹੋਏ। ਪਰਮਾਤਮਾ ਤੋਂ ਬਗੈਰ ਹੋਰ ਕੋਈ ਹੈ ਹੀ ਨਹੀਂ, ਮਾਰਿਆ ਰੱਖਾ ਇੱਕ ਉਸ ਹੋਏ, ਉਹੀ ਸਭ ਨੂੰ ਮਾਰਦਾ, ਉਹੀ ਸਭ ਨੂੰ ਰੱਖਦਾ, ਉਹ ਤੋਂ ਬਗੈਰ ਕੋਈ ਮਾਰ ਸਕਦਾ ਹੀ ਨਹੀਂ ਨਾ ਕੋਈ ਰੱਖਦਾ। ਕਈ ਵਾਰੀ ਆਪਾਂ ਪਹਿਲਾਂ ਵੀ ਇਹ ਗੱਲ ਸਾਂਝੀ ਕੀਤੀ ਹੈ, ਮੇਰੇ ਖੇਤ ਦਾ ਗੁਆਂਢੀ ਹੈ, ਇੱਕ ਤਾਂ ਹੁੰਦੀ ਹੈ ਨਾ ਸੁਣੀ ਹੋਈ ਗੱਲ, ਮੇਰੇ ਖੇਤ ਦਾ ਗੁਆਂਢੀ ਹੈ, ਉਹਦਾ ਇੱਕ ਵੱਡਾ ਮੁੰਡਾ ਸੀ ਨਾ ਜਿਹੜਾ ਉਹ ਥੋੜ੍ਹਾ ਜਿਹਾ ਕੁਛ ਹੋਰ ਟਾਈਪ ਦਾ, ਉਹਨੇ ਆਖਿਆ ਵੀ ਚੱਲ ਯਾਰ ਵੀ ਇਹ ਮੁੰਡਾ ਸਾਨੂੰ ਤੰਗ ਕਰੂਗਾ, ਉਹਨੇ ਆਪਣੀ ਬੰਦੂਕ ਲਈ ਆਪਣੇ ਆਪ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਇੱਥੇ ਰੱਖ ਕੇ। ਉਹ ਜਦੋਂ ਗੋਲੀ ਮਾਰਨ ਲੱਗਿਆ ਕਿਤੇ ਨਾ ਉਹ ਜਿਹੜਾ ਹੈ ਉਹਦਾ ਘੋੜਾ ਦਬਾਇਆ, ਉਹ ਕਿਤੇ ਹਿੱਲ ਗਈ, ਆਹ ਬੰਦੂਕ ਆ ਜਵਾੜਾ ਤੇ ਕੰਨ ਪੱਟ ਕੇ ਲੈ ਗਈ, ਉਹ ਬਚ ਗਿਆ, PGI ਲੈ ਗਏ, ਉਹ ਬੰਦਾ ਬਚ ਗਿਆ। ਉਹ ਤੋਂ ਬਾਅਦ 3-4 ਸਾਲਾਂ ਬਾਅਦ ਉਹਦੇ ਉਹੀ ਵਿਚਾਰ ਫੇਰ ਭਾਰੂ ਪੈ ਗਿਆ ਮਨ 'ਤੇ। ਉਸ ਨੇ ਸ਼ਰਾਬ ਪੀਤੀ, ਚੁਬਾਰੇ ਦੇ ਉੱਤੇ ਚੜ੍ਹਿਆ, ਉੱਤੋਂ ਛਾਲ ਮਾਰਤੀ, ਪੱਕੀ ਥਾਂ 'ਤੇ ਛਾਲ ਵੱਜੀ, ਪਰ ਲੱਤਾਂ ਟੁੱਟ ਗਈਆਂ, ਉਹ ਬੰਦਾ ਬਚ ਗਿਆ। ਘਰ ਦੇ ਫੇਰ ਲੈ ਗਏ, ਪਲਸਤਰ ਹੋ ਗਿਆ, ਤੁਰਨ ਫਿਰਨ ਲੱਗ ਗਿਆ, ਬਚ ਗਿਆ। 3-4 ਸਾਲਾਂ ਬਾਅਦ ਫਿਰ ਉਹਦੇ ਪਤਾ ਨਹੀਂ ਕੀ ਉਹੀ ਖਿਆਲ ਆਇਆ ਦਿਮਾਗ 'ਚ, ਉਸ ਬੰਦੇ ਨੇ ਸਪਰੇਅ ਚੱਕੀ, ਦਵਾਈ ਜ਼ਹਿਰ ਜਿਹੜੀ ਫਸਲਾਂ 'ਤੇ ਕਰਦੇ ਆ, ਗਲਾਸ ਭਰਿਆ ਅਤੇ ਗੱਟ ਕਰਕੇ ਪੀ ਗਿਆ ਵੀ ਮੈਂ ਮਰਨਾ। ਸਾਧ ਸੰਗਤ ਜੀ ਉਹ ਕਹਿੰਦੇ ਉਹ ਬੰਦਾ ਜਦੋਂ ਆਇਆ ਪਤਾ ਲੱਗਿਆ, ਉਹ ਹਸਪਤਾਲ ਫਿਰ ਚੱਕ ਕੇ ਲੈ ਗਏ, ਡਾਕਟਰ ਨੇ ਪੈਪਾਂ ਪੂਪਾਂ ਪਾ ਕੇ ਸਾਰੀ ਜ਼ਹਿਰ ਕੱਢਤੀ, ਉਹ ਬੰਦਾ ਫਿਰ ਬਚ ਗਿਆ।
ਉਹ ਮੇਰੇ ਭਤੀਜੇ ਦਾ ਵਿਆਹ ਸੀ। ਮੈਂ ਵਿਆਹ ਗਿਆ ਤਾਂ ਉਹਨਾਂ ਨੇ ਮੈਨੂੰ ਦੱਸਿਆ, ਕਹਿੰਦੇ ਔਰ ਤੇਰੇ ਖੇਤ ਦਾ ਗੁਆਂਢੀ ਮਰ ਗਿਆ। ਮੈਂ ਕਿਹਾ ਕਦੋਂ? ਕਹਿੰਦੇ ਬਈ ਆ ਪਰਸੋਂ ਮਰਿਆ। ਮੈਂ ਅੱਛਾ, ਮੈਂ ਉਹ ਪਹਿਲਾਂ ਨਹੀਂ ਮਰ ਗਿਆ ਸੀ? ਕਹਿੰਦੇ ਨਹੀਂ, ਪਹਿਲਾਂ ਤਾਂ 3 ਵਾਰੀ ਬਚ ਗਿਆ। ਮੈਂ ਕਮਾਲ ਹੈ, ਉਦੋਂ ਨੇਚਰਲ ਡੈਥ ਮਰਿਆ। ਭਾਵ ਇਹ ਹੈ ਵੀ ਆਪਾਂ ਆਪਣੇ ਆਪ ਨਾ ਆਪਣੀ ਮਰਜ਼ੀ ਨਾਲ ਜੰਮ ਸਕਦੇ ਹਾਂ, ਨਾ ਅਸੀਂ ਆਪਣੀ ਮਰਜ਼ੀ ਨਾਲ ਮਰ ਸਕਦੇ ਹਾਂ। ਇਹ ਸੰਤ ਬਾਬਾ ਹਰਖੋਵਾਲ ਵਾਲਿਆਂ ਨੂੰ, ਜਵਾਲਾ ਸਿੰਘ ਹਰਖੋਵਾਲ ਵਾਲਿਆਂ ਨੂੰ, ਉਹਨਾਂ ਦੇ ਚੇਲੇ, ਉਹਨਾਂ ਦੇ ਸ਼ਰਧਾਲੂ ਕਹਿਣ ਲੱਗੇ, ਬਾਬਾ ਜੀ ਬਾਣੀ ਕਹਿੰਦੀ ਹੈ ਵੀ ਇਹ ਜੰਮਣਾ ਮਰਨਾ ਪਰਮਾਤਮਾ ਦੇ ਹੁਕਮ 'ਚ ਹੈ, ਕਿ ਜਿਹੜੀ ਇਹ ਮੌਤ ਐਕਸੀਡੈਂਟਲ ਮੌਤ ਹੈ, ਐਕਸੀਡੈਂਟਲ ਡੈਥ ਹੈ, ਉਹ ਵੀ ਪਰਮਾਤਮਾ ਦੇ ਭਾਣੇ 'ਚ ਹੁੰਦੀ ਹੈ, ਉਹ ਵੀ ਪਰਮਾਤਮਾ ਦੀ ਮਰਜ਼ੀ ਨਾਲ ਹੁੰਦੀ ਹੈ। ਉਹ ਕਹਿੰਦੇ ਹਾਂ ਬਈ ਉਹਦੇ ਹੁਕਮ ਤੋਂ ਬਗੈਰ ਪੱਤਾ ਨਹੀਂ ਹਿੱਲਦਾ। ਕੋਈ ਵੀ ਮਰਦਾ, ਚਾਹੇ ਉਹ ਸੁਸਾਈਡ ਕਰਦਾ ਜਾਂ ਕੋਈ ਦੁਰਘਟਨਾ 'ਚ ਮਾਰਿਆ ਜਾਂਦਾ, ਉਹ ਪਰਮਾਤਮਾ ਦੀ ਮਰਜ਼ੀ ਦੇ ਮੁਤਾਬਕ ਇਹ ਮੌਤ ਹੁੰਦੀ ਹੈ। ਕਹਿੰਦੇ ਜੀ ਗੱਲ ਸਮਝ ਨਹੀਂ ਆ ਰਹੀ। ਕਹਿੰਦੇ ਚਲੋ ਤੁਹਾਨੂੰ ਸਮਝਾਵਾਂਗੇ ਕਿਸੇ ਦਿਨ, ਕੋਈ ਗੱਲ ਨਹੀਂ, ਪ੍ਰੈਕਟੀਕਲ ਦਿਖਾਵਾਂਗੇ ਤੁਹਾਨੂੰ। ਕਿਉਂਕਿ ਸੰਤ ਮਹਾਂਪੁਰਸ਼ ਇਹ ਸਾਜਰੇ ਦਿਨ ਖੜੇ ਖੜੇ ਪ੍ਰਸ਼ਾਦਾ ਛਕ ਲੈਂਦੇ ਨੇ, ਪ੍ਰਸ਼ਾਦਾ ਛਕ ਕੇ ਫਿਰ ਥੋੜ੍ਹੀ ਬਹੁਤੀ ਸੈਰ ਕਰਦੇ ਨੇ, ਇਹ ਟਾਈਮ ਸਿਰੇ ਸੌਂ ਜਾਂਦੇ ਨੇ। ਫਿਰ ਤਾਂ ਕਿ ਇਹਨਾਂ ਤਾਂ ਅੱਧੀ ਰਾਤ ਉੱਠਣਾ ਹੁੰਦਾ। ਹੁਣ ਸਾਡੇ ਵਾਂਗੂ ਥੋੜ੍ਹਾ ਵੀ ਉਹ ਜੀ ਦਿਨ ਚੜ੍ਹੇ ਉੱਠਣਾ, ਇਹਨਾਂ ਨੇ ਅੱਧੀ ਰਾਤ ਉੱਠ ਕੇ ਭਜਨ ਬੰਦਗੀ ਕਰਨੀ ਹੁੰਦੀ ਹੈ, ਅਤੇ ਇਹਨਾਂ ਨੇ ਟਾਈਮ ਸਿਰੇ ਸੌਂ ਜਾਣਾ ਹੁੰਦਾ। ਹੁਣ ਇਹ ਪ੍ਰਸ਼ਾਦਾ ਛਕਿਆ, ਆਪਣਾ ਦਿਨ ਖੜੇ ਸੈਰ ਕਰਨ ਗਏ ਨੇ, ਸੂਰਜ ਛੁਪ ਗਿਆ, ਘਸਮੈਲਾ ਜਿਹਾ ਹੋਇਆ ਥੋੜ੍ਹਾ ਥੋੜ੍ਹਾ, ਪੂਰੀ ਤਰ੍ਹਾਂ ਹਨੇਰਾ ਨਹੀਂ ਹੋਇਆ। ਉਦੋਂ ਸੜਕਾਂ ਦੇ ਉੱਤੇ ਵਹੀਕਲ ਬਹੁਤ ਘੱਟ ਚੱਲਦੇ ਹੁੰਦੇ ਸੀ, ਹੁਣ ਤਾਂ ਭੀੜੇ ਬਹੁਤ ਹੋ ਗਈ ਸੜਕਾਂ ਦੇ ਉੱਤੇ। ਉਹ ਆਪਣੇ ਚੇਲਿਆਂ ਨੂੰ ਕਹਿੰਦੇ ਵੀ ਇੱਧਰੋਂ ਨਿਗਾਹ ਮਾਰੋ, ਕੁਛ ਆ ਰਿਹਾ? ਕਹਿੰਦੇ ਹਾਂ ਜੀ, ਲੱਗਦਾ ਜਿਵੇਂ ਟਰੱਕ ਆ ਰਿਹਾ। ਕਹਿੰਦੇ ਦੂਜੇ ਪਾਸਿਓਂ ਆ ਲੱਗਦਾ ਵੀ ਜਿਵੇਂ ਕਾਰ ਆ ਰਹੀ ਹੁੰਦੀ ਆ। ਕੁਛ ਬਿਰਲੇ ਟਾਵੇਂ ਕੋਲੇ ਕਾਰ ਹੁੰਦੀ ਸੀ, ਅੱਜ ਕੱਲ੍ਹ ਤਾਂ ਹਰੇਕ ਦੇ ਘਰ 2-2 3-3 ਖੜੀਆਂ ਨੇ। ਗਰੀਬ ਬੰਦਿਆਂ ਦੇ ਕਲਾਸ 4 ਵਾਲਿਆਂ ਦੇ ਵੀ, ਮੈਂ ਕਿਹਾ ਉਹਨਾਂ ਦੀ ਵੀ ਕਾਰਾਂ ਖੜੀਆਂ। ਉਦੋਂ ਵਿਰਲੇ ਟਾਵੇਂ ਕੋਲੇ ਕਿਸੇ ਕੋਲੇ ਹੁੰਦੀ ਸੀ। ਕਹਿੰਦੇ ਹਾਂਜੀ ਕਾਰ ਆ ਰਹੀ ਹੈ। ਕਹਿੰਦੇ ਥੋੜ੍ਹਾ ਪਿੱਛੇ ਹਟ ਕੇ ਖੜ੍ਹ ਜਾਓ। ਇਹ ਉਹ ਕਹਿੰਦੇ ਆਹ ਕੌਣ? ਜਦੋਂ ਕਹਿੰਦੇ ਜੀ ਇੱਥੇ ਦੇਖੋ ਤੁਹਾਨੂੰ ਕੁਛ ਦਿੰਦਾ? ਕਹਿੰਦੇ ਨਾ ਜੀ। ਜਦੋਂ ਉਹਨਾਂ ਨੇ ਕਿਰਪਾ ਦ੍ਰਿਸ਼ਟੀ ਕੀਤੀ, ਉਹ ਦੇਖ ਕੇ ਡਰ ਗਏ। ਕਹਿੰਦੇ ਜੀ ਆਹ ਤਾਂ 8-8 ਫੁੱਟ ਦੇ ਲੰਬੇ ਬੰਦੇ ਖੜੇ ਨੇ, ਕਾਲੇ, ਬੜੀਆਂ ਭਿਆਨਕ ਸ਼ਕਲਾਂ ਵਾਲੇ ਨੇ। ਇਹ ਕੌਣ ਖੜੇ ਨੇ? ਇਹ 4 ਬੰਦੇ ਖੜੇ ਨੇ। ਕਹਿੰਦੇ ਭਾਈ ਇਹ ਜਮਦੂਤ ਨੇ। ਆਹ ਜਿਹੜੀਆਂ ਆ ਰਹੀਆਂ ਨਾ ਕਾਰ ਤੇ ਟਰੱਕ, ਇਹਨਾਂ ਦਾ ਉਰੇ ਐਕਸੀਡੈਂਟ ਹੋਊਗਾ, ਉਰੇ 2 ਬੰਦੇ ਮਰਨਗੇ ਤੇ ਦੋਨਾਂ ਨੂੰ ਇਹ ਲੈ ਕੇ ਜਾਣਗੇ। ਕਹਿੰਦੇ ਅੱਛਾ ਚਲੋ ਖੈਰ। ਉਹ ਇੰਨੇ ਨੂੰ ਕੀ ਹੋਇਆ, ਉਹ ਟਰੱਕ ਡਰਾਈਵਰ ਦੀ ਝਪਕੀ ਲੱਗ ਗਈ। ਉਹ ਕਾਰ ਵਾਲਾ ਆਪਣੀ ਸਾਈਡ 'ਤੇ ਆ ਰਿਹਾ, ਟਰੱਕ ਵਾਲਾ ਆਪਣੀ ਸਾਈਡ 'ਤੇ ਆ ਰਿਹਾ, ਝਪਕੀ ਲੱਗੀ, ਦੋਨਾਂ ਦਾ ਉੱਥੇ ਐਕਸੀਡੈਂਟ ਹੋਇਆ। ਤੇ ਜਿਹੜੇ ਕਾਰ ਦੇ ਵਿੱਚ ਬੈਠੇ ਸੀ ਮੀਆਂ ਬੀਬੀ, ਉਹ ਮੌਕੇ 'ਤੇ ਮਰ ਗਏ। 2 ਬੰਦੇ ਜਿਹੜੇ ਪਿੱਛੇ ਬੈਠੇ ਸੀ ਉਹ ਬਚ ਗਏ। ਉਹ ਦੋਨਾਂ ਨੂੰ, ਇੱਕ ਨੂੰ ਜਮਦੂਤਾਂ ਨੇ ਫੜਿਆ, ਉਹਨੂੰ ਇੱਧਰ ਲੈ ਗਏ, ਉਹਨੂੰ ਕਹਿੰਦੇ ਬਾਬਾ ਜੀ ਉਹ ਲੈ ਗਏ। ਹਾਂ ਬਸ ਉਹਨਾਂ ਨੇ ਆਪਣੀ ਕਿਰਪਾ ਦ੍ਰਿਸ਼ਟੀ ਹਟਾਈ। ਕਹਿੰਦੇ ਤੁਸੀਂ ਪਰਸੋਂ ਚੌਥੇ ਪੁੱਛਿਆ ਸੀ ਨਾ ਵੀ ਕੀ ਉਹ ਵੀ ਰੱਬ ਦੇ ਭਾਣੇ 'ਚ ਹੁੰਦਾ? ਕਹਿੰਦੇ ਹਾਂ। ਦੇਖੋ ਹੁਣ ਇਹ ਐਕਸੀਡੈਂਟ ਲਿਖਿਆ ਹੋਇਆ ਸੀ ਪਹਿਲਾਂ ਵੀ ਇਹਨਾਂ ਦਾ ਇਸ ਤਰ੍ਹਾਂ ਹੋਣਾ ਸੀ। ਮਹਾਰਾਜ ਹੁਣ ਇਹ ਆਪਾਂ ਨੂੰ ਪੱਕਾ ਕਰ ਰਹੇ ਨੇ, ਬਿਨ ਭਗਵੰਤ ਪਰਮਾਤਮਾ ਤੋਂ ਬਗੈਰ ਹੋਰ ਕੋਈ ਹੈ ਨਹੀਂ ਜਿਹੜਾ ਕਿ ਸਾਨੂੰ ਮਾਰ ਸਕਦਾ ਹੋਵੇ ਜਾਂ ਜਵਾ ਸਕਦਾ ਹੋਵੇ। ਮਾਰਾ ਰਾਖਾ ਏਕੋ ਸੋਏ। ਗੁਰੂ ਰਾਮਦਾਸ ਮਹਾਰਾਜ ਇਹ ਕਹਿੰਦੇ ਨੇ, ਕਹਿੰਦੇ ਹੇ ਬੰਦਿਆ ਤੂੰ ਮਤਾਂ ਇਹ ਡਰ, ਕਿਉਂਕਿ ਜਿੰਨੇ ਰਾਜੇ, ਖਾਨ, ਸਿਕਦਾਰ, ਚੌਧਰੀ, ਉਮਰਾਮ ਹੈ, ਸਭ ਹਰ ਕੇ ਵਸ ਹੈ, ਹਰ ਕੇ ਕੀਏ। ਇਹ ਹਰੀ ਦੇ ਵਸ 'ਚ ਨੇ, ਹਰੀ ਦੀ ਬਣਾਏ ਹੋਏ ਨੇ। ਇਹ ਸਾਨੂੰ ਮਾਰ ਨਹੀਂ ਸਕਦੇ। ਇਹ ਉਹਦੀ ਮਾਰ ਸਕਦੇ ਨੇ ਜਦੋਂ ਪਰਮਾਤਮਾ ਦਾ ਹੁਕਮ ਹੁੰਦਾ ਕਿ ਭਾਈ ਤੇਰੀ ਮੌਤ ਰਾਜੇ ਦੇ ਹੱਥੋਂ ਹੋਣੀ ਹੈ, ਤੇਰੀ ਮੌਤ ਫਲਾਣੇ ਬੰਦੇ ਦੇ ਹੱਥੋਂ ਹੋਣੀ ਹੈ। ਉਹਦੀ ਕੋਈ ਆ ਕੇ ਸਾਨੂੰ ਮਾਰਦਾ ਨਹੀਂ, ਕੋਈ ਸਾਨੂੰ ਮਾਰ ਨਹੀਂ ਸਕਦਾ। ਕਿਸੇ ਦੀ ਕੀ ਹਿੰਮਤ ਹੀ ਨਹੀਂ ਪੈਂਦੀ ਕੋਈ। ਗਰੀਬ ਨਵਾਜ ਕਹਿੰਦੇ ਰਹਾ ਤੋਂ ਬਾਅਦ, ਗੁਰ ਕੇ ਚਰਨ ਹਿਰਦੈ ਉਰ ਧਾਰ, ਆਗਣ ਸਾਗਰ ਜਪ ਉਤਰੈ ਪਾਰ। ਕਹਿੰਦੇ ਗੁਰੂ ਦੇ ਚਰਨਾਂ ਨੂੰ, ਭਾਵ ਗੁਰੂ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰ ਲੈ। ਕਿਉਂਕਿ ਸਾਡੇ ਤਾਂ ਸ਼ਬਦ ਗੁਰੂ ਹੈ, ਸਾਡੇ ਸ਼ਬਦ ਗੁਰੂ ਦੇ ਕੋਈ ਪੈਰ ਥੋੜ੍ਹਾ ਨੇ। ਗੁਰੂ ਦੇ ਚਰਨਾਂ ਦਾ ਮਤਲਬ ਗੁਰੂ ਦਾ ਨਾਮ, ਗੁਰੂ ਦੀ ਸਿੱਖਿਆ ਆਪਣੇ ਹਿਰਦੇ 'ਚ ਧਾਰਨ ਕਰ ਲੈ। ਫਿਰ ਹੋਏਗਾ ਕੀ? ਕਹਿੰਦੇ ਫਿਰ ਇਹ ਤੂੰ ਗੁਰੂ ਦੇ ਚਰਨਾਂ ਨੂੰ ਜਪ ਕੇ, ਗੁਰੂ ਦੇ ਨਾਮ ਨੂੰ ਜਪ ਕੇ, ਇਹ ਜਿਹੜਾ ਅਗਨ ਸਾਗਰ ਆ ਨਾ, ਸੰਸਾਰ ਰੂਪੀ ਅਗਨ ਸਾਗਰ, ਜਿਹਦੇ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ,
ਈਰਖਾ, ਦਵੈਸ਼, ਨਫ਼ਰਤ ਦੀਆਂ ਅੱਗਾਂ, ਆਸ਼ਾ ਤ੍ਰਿਸ਼ਨਾ ਦੀਆਂ ਅੱਗਾਂ ਮਚ ਰਹੀਆਂ ਨੇ। ਇਸ ਆਗਣ ਸਾਗਰ ਤੋਂ ਤੂੰ ਸਹਿਜੇ ਹੀ ਪਾਰ ਹੋ ਜਾਏਗਾ, ਪਰਲੇ ਪੰਨੇ ਜਾ ਉਤਰੇਗਾ। ਗੁਰਮੂਰਤ ਸਿਉ ਲਾਏ ਧਿਆਨ, ਇਹਾਂ ਊਹਾਂ ਪਾਵੈ ਮਾਨ। ਸਾਧ ਸੰਗਤ ਜੀ, ਸਾਨੂੰ ਸਿੱਖਾਂ ਨੂੰ ਗੁਰਮਤਿ ਦੇ ਵਿੱਚ ਗੁਰੂ ਮਹਾਰਾਜ ਨੇ ਬੁੱਤ ਪੂਜਾ, ਮੂਰਤੀ ਪੂਜਾ ਤੋਂ ਵਰਜਿਆ। ਅਸੀਂ ਘਰਾਂ 'ਚ ਤਸਵੀਰਾਂ ਲਾਈਆਂ ਹੋਈਆਂ ਨੇ, ਪਰ ਅਸੀਂ ਉਹਨਾਂ ਦੀ ਪੂਜਾ ਨਹੀਂ ਕਰਦੇ। ਮੈਂ ਆਮ ਦੇਖਿਆ ਕਈ ਹਿੰਦੂ ਪਰਿਵਾਰਾਂ ਦੇ ਵਿੱਚ, ਜਿਵੇਂ ਹੁਣ ਦੀਵਾਲੀ ਆਊਗੀ, ਉਹਨਾਂ ਨੇ ਸਾਰੀਆਂ ਤਸਵੀਰਾਂ ਨੂੰ ਉਤਾਰ ਕੇ, ਸਾਫ਼ ਕਰਕੇ, ਉਹਨਾਂ ਦੀ ਪੂਜਾ ਕਰਕੇ ਦੁਬਾਰੇ ਫੇਰ ਟੰਗਣਾ। ਮੰਦਰਾਂ ਦੇ ਵਿੱਚ ਤਾਂ ਜਾ ਕੇ ਉਹ ਪੂਜਾ ਕਰਦੇ ਨੇ, ਪਰ ਆਪਣੇ ਘਰਾਂ 'ਚ ਵੀ ਜਿਹੜੀਆਂ ਮੂਰਤੀਆਂ ਲੱਗੀਆਂ ਨੇ, ਤੁਸੀਂ ਦੁਕਾਨਾਂ 'ਚ ਦੇਖਿਆ ਹੋਣਾ, ਉਹਨਾਂ ਦੀ ਰਿਸਮ ਰੀਸੀ, ਬੇਸ਼ੱਕ ਸਿੱਖ ਦੁਕਾਨਦਾਰਾਂ ਨੇ ਵੀ ਇਹ ਕੰਮ ਕਰ ਲਿਆ। ਉਹਨਾਂ ਨੇ ਆਪਣੇ ਕਾਊਂਟਰ ਦੇ ਉੱਤੇ ਇੱਕ ਮੰਦਰ ਜਿਹਾ ਬਣਾਇਆ ਹੁੰਦਾ, ਉੱਥੇ ਮੂਰਤੀਆਂ ਉਹਨਾਂ ਨੇ ਦੇਵੀ ਦੇਵਤਿਆਂ ਦੀਆਂ ਟਿਕਾਈਆਂ ਹੁੰਦੀਆਂ ਨੇ, ਅਤੇ ਉਹਨਾਂ ਨੂੰ ਧੂਫ ਬੱਤੀ ਕਰਦੇ ਨੇ। ਉਹ ਹੁਣ ਦੇਖਾ ਦੇਖੀ ਸਾਡੇ ਸਿੱਖਾਂ ਨੇ ਵੀ, ਮੈਂ ਕਈ ਦੇਖਿਆ ਆਪਣੇ ਪਟਿਆਲੇ ਬਾਜ਼ਾਰ ਦੇ ਵਿੱਚ, ਉਹ ਕਿਰਪਾਨ ਪਾਈ ਹੈ, ਉੱਥੇ ਮੂਰਤੀ ਉਹਨੇ ਦੇਵੀ ਦੇਵਤਿਆਂ ਦੀ ਵੀ ਰੱਖੀ ਹੋਈ ਹੈ, ਨਾਲ ਬਾਬੇ ਦੀ ਵੀ ਰੱਖੀ ਹੋਈ ਹੈ, ਕਿ ਆਖਣਗੇ ਯਾਰ ਤੂੰ ਸਿੱਖ ਹੈ। ਸਾਨੂੰ ਹੁਣ ਆਪਾਂ, ਤੁਸੀਂ ਕਹੋਗੇ ਜੀ ਆਪਾਂ ਨੂੰ ਵਰਜਿਆ ਕੀ ਆ, ਵੀ ਮਹਾਰਾਜ ਤਾਂ ਕਹਿ ਰਹੇ ਨੇ ਗੁਰਮੂਰਤ ਸਿਉ ਲਾਏ ਧਿਆਨ। ਸਾਧ ਸੰਗਤ ਜੀ, ਗੁਰੂ ਦੀ ਮੂਰਤ ਕੀ ਹੈ? ਗੁਰਮਤਿ ਦੇ ਅਨੁਸਾਰ ਗੁਰੂ ਦੀ ਮੂਰਤ ਹੈ। ਗੁਰਮੂਰਤ ਗੁਰ ਸ਼ਬਦ ਹੈ। ਗੁਰੂ ਦੀ ਸਿੱਖਿਆ ਹੀ ਅਸਲ ਦੇ ਵਿੱਚ ਗੁਰੂ ਦੀ ਮੂਰਤੀ ਹੈ। ਹੁਣ ਆਪਾਂ ਮਹਾਂਪੁਰਖਾਂ ਨੂੰ, ਜਾਂ ਬਾਬੇ ਨਾਨਕ ਨੂੰ, ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ, ਹੋਰ ਦੂਸਰੇ ਪੰਜਾਂ ਪਿਆਰਿਆਂ ਨੂੰ, ਜਾਂ ਇਹ ਸੰਤਾਂ ਮਹਾਂਪੁਰਖਾਂ ਨੂੰ, ਇਹ ਰਾੜੇ ਵਾਲਿਆਂ ਨੂੰ, ਵਸਤੂਆਣੇ ਵਾਲਿਆਂ ਨੂੰ, ਜਾਂ ਹੋਰਾਂ ਨੂੰ ਜਿੱਥੇ ਸਾਡੀ ਸ਼ਰਧਾ ਯਾਦ ਕਰਦੇ ਹਾਂ। ਹੁਣ ਉਹਨਾਂ ਦੇ ਸਰੀਰ ਦੀ ਸ਼ਕਲ ਤਾਂ ਸਾਨੂੰ ਯਾਦ ਨਹੀਂ, ਜਾਂ ਫੋਟੋਆਂ ਨੇ। ਹੁਣ ਜਦੋਂ ਕਈ ਵਾਰੀ ਅਸੀਂ ਉਹਨਾਂ ਦੀਆਂ ਕੈਸਟਾਂ ਸੁਣਦੇ ਹਾਂ, ਜਾਂ ਉਹਨਾਂ ਦੀਆਂ ਅਸੀਂ ਵਿਚਾਰ ਸੁਣਦੇ ਹਾਂ, ਸਾਡੇ ਮਨ 'ਚ ਆਉਂਦਾ ਵੀ ਹਾਂ ਯਾਰ ਇਹ ਇੱਦਾਂ ਦਾ। ਉਹਨਾਂ ਦੀ ਸਿੱਖਿਆ ਸਾਡੇ ਦਿਮਾਗ 'ਚ ਜਦੋਂ ਬਹਿੰਦੀ ਹੈ, ਇਹ ਸਮਝ ਲਓ ਉਹ ਮੂਰਤ ਸਾਡੇ ਹਿਰਦੇ 'ਚ ਉਤਰ ਗਈ। ਕਹਿੰਦੇ ਜਦੋਂ ਤੂੰ ਗੁਰੂ ਦੇ ਸ਼ਬਦ ਨਾਲ ਧਿਆਨ ਲਾਵੇਂਗਾ ਨਾ, ਜੋੜੇਗਾ, ਫਿਰ ਹੋਏਗਾ ਕਿ ਤੂੰ ਇੱਥੇ ਅਤੇ ਉੱਥੇ ਮਾਨ ਪ੍ਰਾਪਤ ਕਰੇਗਾ, ਤੈਨੂੰ ਵਡਿਆਈ ਮਿਲੇਗੀ, ਤੈਨੂੰ ਸ਼ਾਬਾਸ਼ ਮਿਲੇਗੀ। ਸਗਲ ਤਿਆਗ ਗੁਰ ਸ਼ਰਣੀ ਆਇਆ, ਮਿਟੇ ਅੰਦੇਸ਼ੇ ਨਾਨਕ ਸੁਖ ਪਾਇਆ। ਕਹਿੰਦੇ ਹੇ ਗੁਰੂ ਮਹਾਰਾਜ, ਜਿਹੜਾ ਬੰਦਾ ਸਾਰਾ ਕੁਝ ਤਿਆਗ ਕੇ, ਇਹ ਨਹੀਂ ਕਿ ਘਰ-ਬਾਰ ਛੱਡ ਕੇ, ਨਹੀਂ, ਭਾਵ ਘਰ-ਬਾਰ ਨਾਲੋਂ ਮੋਹ ਛੱਡ ਕੇ ਜਿਹੜਾ ਤੇਰੀ ਸ਼ਰਨ 'ਚ ਆ ਗਿਆ, ਕਹਿੰਦੇ ਉਸ ਬੰਦੇ ਨੇ ਤਾਂ, ਉਹਦੇ ਤਾਂ ਅੰਦੇਸ਼ੇ ਮਿਟ ਗਏ। ਅੰਦੇਸ਼ਾ ਚਿੰਤਾ ਨੂੰ ਕਹਿੰਦੇ ਨੇ, ਚਿੰਤਾ ਫਿਕਰ ਨੂੰ ਕਹਿੰਦੇ ਨੇ। ਕਹਿੰਦੇ ਉਹ ਤਾਂ ਚਿੰਤਾ ਫਿਕਰ ਖਤਮ ਹੋ ਗਏ ਅਤੇ ਉਹਨੇ ਸੁੱਖ ਦੀ ਪ੍ਰਾਪਤੀ ਕਰ ਲਈ। ਹੇ ਨਾਨਕ, ਉਹਨੂੰ ਸੁੱਖ ਪ੍ਰਾਪਤ ਹੋ ਗਿਆ, ਚਿੰਤਾ ਮਿਟ ਗਈ। ਸਾਧ ਸੰਗਤ ਜੀ, ਅਸੀਂ ਬਾਕੀ ਸਾਰੇ ਕੰਮ ਕਰ ਲੈਂਦੇ ਹਾਂ, ਸਾਨੂੰ ਗੁਰੂ ਦੀ ਸ਼ਰਨ 'ਚ ਆਉਣਾ ਨਹੀਂ ਆਉਂਦਾ। ਕਿਵੇਂ ਆਈਦਾ ਉਹ ਸਾਨੂੰ ਇਹਦਾ ਵੱਲ ਨਹੀਂ ਹੈ। ਉਹ ਹੈਗਾ ਜਦੋਂ ਗੁਰੂ ਦੀ ਸ਼ਰਨ 'ਚ ਆਈਏ, ਸਾਰਾ ਕੁਛ ਗੁਰੂ 'ਤੇ ਭਰੋਸਾ ਕਰਕੇ ਸੁੱਟ ਦਈਏ ਕਿ ਪਰਮਾਤਮਾ ਤੂੰ ਕਰੇਗਾ, ਤੂੰ ਕਰਨ ਵਾਲਾ ਹੈ, ਮੇਰੀ ਲਾਜ ਤੂੰ ਰੱਖਣੀ ਹੈ। ਹੁਣ ਇੱਕ ਆਪਾਂ ਸਾਖੀ ਸਾਂਝੀ ਕਰੀਏ ਕਿ ਗੁਰੂ ਦੀ ਸ਼ਰਨ 'ਚ ਕਿਵੇਂ ਆਈਦਾ। ਹਸਤਨਾਪੁਰ ਦੀ ਧਰਤੀ ਆ, ਜਿਹਨੂੰ ਅੱਜ ਕੱਲ੍ਹ ਆਪਾਂ ਦਿੱਲੀ ਕਹਿੰਦੇ ਹਾਂ। ਕੌਰਵ, ਦੁਰਸ਼ਾਸਨ ਅਤੇ ਦੁਰਯੋਧਨ ਵਰਗੇ ਇਹ ਦ੍ਰੋਪਦੀ ਨੂੰ ਨੰਗਿਆਂ ਲੱਗੇ ਨੇ ਕਰਨ, ਭਰੀ ਸਭਾ ਦੇ ਵਿੱਚ ਉਹਨੂੰ ਬੇਪਤ ਕਰਨ ਲੱਗੇ ਨੇ। ਹੁਣ ਉਹ ਭਗਵਾਨ ਕ੍ਰਿਸ਼ਨ ਨੂੰ ਆਵਾਜ਼ਾਂ ਮਾਰਦੀ ਹੈ, ਪਰ ਉਹਦੇ ਅੰਦਰ ਹੈ ਕਿ ਮੇਰਾ 5 ਪਤੀ ਬੈਠੇ ਨੇ, ਮੈਨੂੰ ਕਿਵੇਂ ਨੰਗਿਆ ਹੋਣ ਦੇ ਦੇਣਗੇ। ਆਹ ਗੁਰੂ ਬੈਠੇ ਨੇ, ਵੱਡੇ ਬੈਠੇ ਨੇ, ਆਹ ਦਰੋਣਾਚਾਰੀਆ, ਕਿਰਪਾਚਾਰੀਆ, ਭੀਸ਼ਮ ਪਿਤਾਮਾ, ਇਹ ਬੈਠੇ ਨੇ। ਫਿਰ ਤੀਜਾ ਇਹ ਸੀ ਕਿ ਇਹ ਮੇਰੇ ਪਤਿਓਰੇ ਦੇ ਪੁੱਤ ਤਾਂ ਹੈਗੇ ਨੇ, ਕਿਹੜਾ ਬਗਾਨੇ ਨੇ, ਐ ਮੇਰੀ ਬੇਇੱਜ਼ਤੀ ਭਲਾ ਐਂ ਕਿਵੇਂ ਕਰ ਦੇਣਗੇ ਇਹ। ਫਿਰ ਉਹਨੇ ਵੀ ਜੇ ਜਾਂ ਸਾਰਾ ਕੁਛ ਹੁੰਦਾ ਵੀ ਮੈਂ ਦ੍ਰੋਪਦ ਰਾਜੇ ਦੀ ਧੀ ਹਾਂ, ਮੇਰੇ ਬਹੁਤ ਜ਼ਿਆਦਾ ਬਲੀ ਹਾਂ ਮੈਂ, ਵੀ ਮੈਂ ਐ ਨੰਗੀ ਨਹੀਂ ਹੋਣ ਲੱਗੀ। ਸਾਧ ਸੰਗਤ ਜੀ, ਜਦੋਂ ਉਹਦੇ ਸਾਰੇ ਹੀਲੇ ਖਤਮ ਹੋ ਗਏ, ਕਿਉਂਕਿ ਪਾਂਡਵ ਤਾਂ ਨਹੀਂ ਬੋਲ ਸਕੇ, ਉਹ ਤਾਂ ਜੂਏ 'ਚ ਹਾਰ ਗਏ ਸੀ। ਉਹਨੂੰ ਜਦੋਂ ਹਾਰੇ ਗਏ, ਉਹ 'ਤੇ ਦਾਅਵਾ ਹੀ ਨਹੀਂ ਕਰ ਸਕਦੇ ਸੀ ਉਹ। ਬਾਕੀ ਭੀਸ਼ਮ ਪਿਤਾਮਾ ਅਤੇ ਦਰੋਣਾਚਾਰੀਆ, ਕਿਰਪਾਚਾਰੀਆ ਵਰਗੇ ਜਿਹੜੇ ਵੱਡੇ ਸੀ ਬਜ਼ੁਰਗ, ਉਹਨਾਂ ਨੇ ਵੀ ਨੀਵੀਆਂ ਪਾ ਲਈਆਂ। ਅਤੇ ਹੁਣ ਉਹਦਾ ਬਲ ਵੀ ਹੁਣ ਉਹਨਾਂ ਮੂਹਰੇ ਕਿੱਥੇ ਚੱਲਦਾ। ਉਹਨੇ ਦੇਖਿਆ ਵੀ ਹਾਂ ਹੁਣ ਮੇਰੀ ਸਾੜੀ ਨੂੰ ਲੱਗੇ ਨੇ ਉਤਾਰਨ। ਆਵਾਜ਼ਾਂ ਤਾਂ ਉੱਦਾਂ ਵੀ ਮਾਰਦੀ ਸੀ, ਹੇ ਭਗਵਾਨ ਮੇਰੀ ਰੱਖਿਆ ਕਰੋ, ਹੇ ਭਗਵਾਨ ਮੇਰੀ ਰੱਖਿਆ ਕਰੋ, ਪਰ ਧਿਆਨ ਆਪਣੇ ਉਹਨਾਂ ਰਿਸ਼ਤੇਦਾਰਾਂ 'ਚ ਸੀ। ਪਰ ਜਦੋਂ ਉਹਨੇ ਦੇਖਿਆ ਹੁਣ ਵੀ ਆਖਰੀ ਪੱਲੇ ਹੀ ਰਹਿਣ ਲੱਗਿਆ, ਵੀ ਹੁਣ ਮੈਂ ਇਸ ਤੋਂ ਬਾਅਦ ਤਾਂ ਮੈਂ ਬੇਪਤ ਹੋ ਜਾਵਾਂਗੀ, ਉਹਦੇ ਕਿਹਾ ਕਿ ਦਵਾਰਕਾ ਵਾਸੀਆ, ਉਦੋਂ ਬਾਅਦ ਤਾਂ ਤੂੰ ਆਈ ਚਾਹੇ ਨਾ ਆਈ,
ਨਾਲੇ ਉਹਦੀ ਭੁੱਬ ਨਿਕਲ ਗਈ, ਨਾਲੇ ਉਹ ਰੋ ਰਹੀ ਹੈ, ਨਾਲੇ ਭੁੱਬ ਨਿਕਲ ਗਈ। ਫਿਰ ਜਦੋਂ ਰੋ ਕੇ ਮਤਲਬ ਮਨ ਇਕਾਗਰ ਕਰਕੇ ਕਿਹਾ ਦਵਾਰਕਾ ਵਾਸੀਆ ਐਦੋਂ ਬਾਅਦ ਤਾਂ ਤੂੰ ਆਈ ਚਾਹੇ ਨਾ ਆਈ, ਐਦੋਂ ਬਾਅਦ ਤਾਂ ਆਉਣ ਦਾ ਫਾਇਦਾ ਕੋਈ ਨਹੀਂ। ਸਾਧ ਸੰਗਤ ਜੀ ਫਿਰ ਇਹ ਲਿਖਿਆ ਮਹਾਭਾਰਤ ਦੇ ਵਿੱਚ, ਕਹਿੰਦੇ 7 ਦਿਨ ਲਗਾਤਾਰ ਕੰਟੀਨਿਊ ਉਹਦੀ ਸਾੜੀ ਉਤਾਰਦੇ ਰਹੇ, ਪਰ ਸਾੜੀ ਉਤਰੀ ਨਹੀਂ, ਢੇਰ ਲੱਗ ਗਏ ਕੱਪੜਿਆਂ ਨੂੰ। ਜਦੋਂ ਉਹ ਥੱਕ ਗਏ, ਹਾਰ ਗਏ, ਉਹਨੂੰ ਸਟੇਜ ਤੋਂ ਉਤਾਰਤਾ। ਉਹ ਕਹਿੰਦੀ ਭਗਵਾਨ ਤੂੰ ਬਹੁਤ ਦੇਰ ਕਰਤੀ। ਕਹਿੰਦੇ ਨਹੀਂ ਦ੍ਰੋਪਦੀ ਭੈਣ, ਕਿਉਂਕਿ ਰਿਸ਼ਤੇਦਾਰੀ 'ਚ ਭੈਣ ਲੱਗਦੀ ਸੀ ਦ੍ਰੋਪਦੀ ਭਗਵਾਨ ਕ੍ਰਿਸ਼ਨ ਦੀ, ਕੋਈ ਮਾਮੇ ਦੀ ਪਤਾ ਨਹੀਂ ਕੀ ਦੀ ਕੁੜੀ ਕਾੜੀ ਸੀ ਕੋਈ। ਉਹ ਕਹਿੰਦੇ ਨਹੀਂ ਭੈਣ, ਜਦੋਂ ਤੂੰ ਮੈਨੂੰ ਯਾਦ ਕੀਤਾ ਮੈਂ ਤਾਂ ਉਹਦੀ ਆ ਗਿਆ। ਉਹਦੀ ਕਿੱਥੇ ਆ ਗਿਆ ਵੀਰ, ਮੈਂ ਤਾਂ ਤੈਨੂੰ ਕਦੋਂ ਦੀ ਆਵਾਜ਼ਾਂ ਮਾਰਦੀ ਸੀ। ਕਹਿੰਦੇ ਨਹੀਂ ਭੈਣ, ਪਹਿਲਾਂ ਤੈਨੂੰ ਤੇਰੇ ਆਪਣੇ ਪੰਜੇ ਪਤੀਆਂ ਦੇ ਉੱਤੇ ਮਾਣ ਸੀ, ਫਿਰ ਤੈਨੂੰ ਤੇਰੇ ਵੱਡਿਆਂ ਤੇ ਮਾਣ ਸੀ, ਫਿਰ ਤੈਨੂੰ ਆਪਣੇ ਬਾਹੂਬਲ ਤੇ ਮਾਣ ਸੀ। ਜਦੋਂ ਤੇਰੇ ਸਾਰੇ ਮਾਣ ਟੁੱਟ ਗਏ, ਤੇਰਾ ਹੰਕਾਰ ਟੁੱਟ ਗਿਆ, ਫਿਰ ਵੀ ਤੂੰ ਮੈਨੂੰ ਇਹ ਨਹੀਂ ਕਿਹਾ ਭਗਵਾਨ, ਫਿਰ ਤੂੰ ਕਿਹਾ ਦਵਾਰਕਾ ਵਾਸੀ। ਮੈਨੂੰ ਦਵਾਰਕਾ ਜਾ ਕੇ ਫਿਰ ਆਉਣਾ ਪਿਆ। ਕਿਆ ਕਮਾਲ ਹੈ ਜੀ, ਕਿਆ ਕਮਾਲ। ਹੁਣ ਇਹੀ ਆ ਬਸ, ਅਸੀਂ ਜਦੋਂ ਸਾਰਾ ਕੁਝ ਛੱਡਤਾ ਨਾ, ਮੈਂ ਸਭ ਕੁਝ ਛੋੜ ਪ੍ਰਭ ਤੂੰ ਹੀ ਧਿਆਇਆ, ਫਿਰ ਗੱਲ ਬਣਨੀ ਹੈ। ਜਦੋਂ ਸਾਡੀ ਟੇਕ ਕਿਸੇ ਕੁੜਮ ਤੇ ਹੈ, ਕਿਸੇ ਜਵਾਈ ਤੇ ਹੈ, ਕਿਸੇ ਮਤਲਬ ਹੋਰ ਰਿਸ਼ਤੇਦਾਰ ਤੇ ਆ, ਉਨੀ ਦੇਰ ਗੁਰੂ ਸਾਡੀ ਬਾਂਹ ਨਹੀਂ ਫੜਨ ਲੱਗਿਆ। ਜਦੋਂ ਸਾਰਾ ਕੁਝ ਛੱਡਤਾ ਵੀ ਦਾਤਿਆ ਮੈਂ ਹਾਰ ਗਿਆ, ਹੁਣ ਮੈਂ ਹਾਰ ਗਿਆ, ਹੁਣ ਤੂੰ ਕਿਰਪਾ ਕਰ, ਫਿਰ ਕਿਰਪਾ ਹੁੰਦੀ ਹੈ ਸਾਡੇ ਤੇ। ਅੱਗੇ ਗਰੀਬ ਨਵਾਜ਼ ਸਤਿਗੁਰੂ ਫਰਮਾਉਂਦੇ ਨੇ, ਗੌੜੀ ਮਹਿਲਾ 5ਵਾਂ, ਜਿਸ ਸਿਮਰਤ ਦੁੱਖ ਸਭ ਜਾਏ, ਨਾਮ ਰਤਨ ਵਸੈ ਮਨ ਆਏ। ਕਹਿੰਦੇ ਜਿਸ ਦੇ ਹਿਰਦੇ ਵਿੱਚ ਨਾਮ ਰੂਪੀ ਰਤਨ ਵਸ ਜਾਂਦਾ ਮਨ 'ਚ ਆ ਕੇ, ਉਹ ਨਾਮ ਰਤਨ ਨੂੰ ਸਿਮਰਦਿਆਂ ਹੋਇਆਂ, ਯਾਦ ਕਰਦਿਆਂ ਹੋਇਆਂ ਸਾਰੇ ਤਰ੍ਹਾਂ, ਕਹਿੰਦੇ ਇੱਕ ਜਿਹੜਾ ਵੱਡਾ ਦੁੱਖ ਹੈ, ਸਭ ਤਰ੍ਹਾਂ ਦਾ ਦੁੱਖ ਖਤਮ ਹੋ ਜਾਂਦਾ, ਨਾ ਸਰੀਰਕ ਦੁੱਖ ਰਹਿੰਦਾ। ਗੁਰਬਾਣੀ 'ਚ ਲਿਖਿਆ ਸਰਬ ਰੋਗ ਕਾ ਔਖਦ ਨਾਮ। ਸਾਧ ਸੰਗਤ ਜੀ ਕਿੰਨੇ ਸੰਤ ਮਹਾਤਮਾ ਨੇ, ਆਪਣੇ ਬਾਬਾ ਜੀ ਵੀ ਨੇ, ਜਦੋਂ ਕੋਈ ਰੋਗ ਲੱਗ ਜਾਂਦਾ ਕਈ ਵਾਰੀ ਆਪਾਂ ਨੂੰ ਪਾਠ ਦਿੰਦੇ ਨੇ, ਨਾਲ ਇਹ ਵੀ ਪ੍ਰੇਰਨਾ ਦੇ ਦਿੰਦੇ ਨੇ, ਗਾਈਡ ਕਰ ਦਿੰਦੇ ਨੇ ਕਿ ਭਾਈ ਫਲਾਣੇ ਡਾਕਟਰ ਦੀ ਦਵਾਈ ਖਾ ਲੈ। ਆਪਾਂ ਦਵਾਈ ਖਾਂਦੇ ਹਾਂ, ਦਵਾਈ ਦੇ ਵਿੱਚ ਪਰਮਾਤਮਾ ਸਹਾਇਕ ਬਣਦਾ, ਉਹ ਦਵਾਈ ਸਾਨੂੰ ਲੱਗ ਜਾਂਦੀ ਹੈ। ਕਈ ਵਾਰੀ ਜੇ ਆਪਾਂ ਮਹਾਂਪੁਰਖਾਂ ਦੀ ਟੇਕ ਨਹੀਂ ਲੈਂਦੇ, ਦਵਾਈ ਆਪਾਂ ਬੇਸ਼ੱਕ ਬਹੁਤ ਵਧੀਆ ਡਾਕਟਰ ਤੋਂ ਲੈਂਦੇ ਹਾਂ, ਆਪਾਂ ਨੂੰ ਦਵਾਈ ਕੰਮ ਹੀ ਨਹੀਂ ਕਰਦੀ, ਲੱਗਦੀ ਉਹ ਨਹੀਂ ਹੈਗੀ। ਆਪਾਂ ਕਹਿੰਦੇ ਜੀ ਬਾਬਾ ਜੀ ਦਵਾਈ ਤਾਂ ਅਸੀਂ ਕਈ ਥਾਵਾਂ ਤੋਂ ਲੈ ਲਈ, ਪਰ ਦਵਾਈ ਲੱਗ ਨਹੀਂ ਰਹੀ। ਫਿਰ ਉਹ ਕਹਿੰਦੇ ਭਾਈ ਤੂੰ ਆਹ ਪਾਠ ਕਰ, ਫਿਰ ਤੈਨੂੰ ਇਹ ਦਵਾਈ ਲੱਗ ਜੂਗੀ। ਫਿਰ ਉਹ ਦਵਾਈ ਲੱਗਦੀ ਹੈ, ਅਸੀਂ ਠੀਕ ਹੋਏ ਨੇ। ਐਕਚੁਅਲੀ ਸਾਨੂੰ ਠੀਕ ਕੀਤਾ ਬਾਣੀ ਨੇ। ਦਵਾਈ ਤਾਂ ਇੱਕ ਵਿਧ ਬਣ ਗਈ, ਦਵਾਈ ਤਾਂ ਇੱਕ ਵਿਧ ਬਣੀ ਹੈ, ਉਹ ਤਾਂ ਸਬੱਬ ਬਣੀਆਂ, ਬਹਾਨਾ ਬਣੀਆਂ, ਜਰੀਆ ਬਣੀਆਂ, ਦਵਾਈ ਤਾਂ ਇੱਕ ਠੀਕ ਸਾਨੂੰ ਬਾਣੀ ਨੇ ਠੀਕ ਕੀਤਾ। ਕਹਿੰਦੇ ਫਿਰ ਸਾਰੇ ਤਰ੍ਹਾਂ ਦਾ ਦੁੱਖ ਚਲਿਆ ਜਾਂਦਾ। ਰਹਾਉ ਦੀਆਂ ਪੰਗਤੀਆਂ ਸਤਿਗੁਰ ਫਰਮਾਉਂਦੇ ਨੇ, ਜਪ ਮਨ ਮੇਰੇ ਗੋਬਿੰਦ ਕੀ ਬਾਣੀ, ਸਾਧੂ ਜਨ ਰਾਮ ਰਸਨ ਬਖਾਣੀ। ਹੇ ਮੇਰੇ ਮਨ ਤੂੰ ਪਰਮਾਤਮਾ ਦੀ ਬਾਣੀ ਜਪ। ਸਾਧ ਸੰਗਤ ਜੀ ਆਪਾਂ ਨੂੰ ਸੁੱਖ ਹੈ, ਸਾਡੇ ਕੋਲ ਤਾਂ ਧੁਰ ਕੀ ਬਾਣੀ, ਅਕਾਲੀ ਬਾਣੀ, ਇਹ ਸੱਚਖੰਡ ਦੀ ਬਾਣੀ ਸਾਡੇ ਤਾਂ ਕੋਲ ਹੈ, ਪਰ ਸਾਡੀ ਦੁਖਾਂਤ ਇਹ ਹੈ। ਸਾਧ ਸੰਗਤ ਜੀ ਪਰਸੋਂ ਕਿ ਕੱਲ੍ਹ ਦੀ ਉਹ ਗੱਲ ਹੈ, ਕਿਸੇ ਮਹਾਂਪੁਰਖਾਂ ਕੋਲ ਮੈਂ ਬੈਠਾ ਸੀ, ਉਹਨੇ ਕਈਆਂ ਨੂੰ ਪੁੱਛਿਆ, ਕਹਿੰਦੇ ਭਾਈ ਨਿਤਨੇਮ ਕਰਦਾ ਬੀਬੀ? ਨਾ ਬਾਬਾ ਜੀ ਕਿੱਥੇ ਹੁੰਦਾ ਨਿਤਨੇਮ, ਘਰ ਦੇ ਕੰਮੇ ਬਹੁਤ ਨੇ। ਦੂਜੀ ਨੂੰ ਪੁੱਛਿਆ ਬਾਬਾ ਜੀ ਤੂੰ ਨਿਤਨੇਮ, ਉਹ ਕਹਿੰਦੀ ਮੇਰੇ ਪੇਟ 'ਚ ਪ੍ਰੋਬਲਮ ਹੈ। ਬੀਬੀ ਨਿਤਨੇਮ ਕਰਦੀ ਹੈ? ਨਾ ਬਾਬਾ ਜੀ 2 ਮਹੀਨੇ ਹੋ ਗਏ। ਕਹਿੰਦੇ ਪੇਟ ਕਰੋ ਦੁਖਦਾ, ਕਹਿੰਦੇ 2 ਮਹੀਨਿਆਂ ਤੋਂ ਹੀ। ਫਿਰ ਬੀਬੀ ਤੂੰ ਨਿਤਨੇਮ ਹੀ ਨਹੀਂ ਕਰਦੀ ਹੈਗੀ, ਮੈਂ ਕੀ ਕਰਾਂ? ਨਿਤਨੇਮ ਕਰ, ਮਹਾਰਾਜ ਸਹਾਈ ਹੋਣਗੇ। ਮੈਂ ਦੇਖਿਆ ਬਹੁਤ ਸਾਰੇ ਭਾਈਆਂ ਨੂੰ, ਬਹੁਤ ਸਾਰੀਆਂ ਬੀਬੀਆਂ ਨੂੰ, ਹਾਲਾਂਕਿ ਨਿਤਨੇਮ ਕਰਨਾ ਜਾਂ ਛੱਡਣਾ ਸਾਡੀ ਮਰਜ਼ੀ ਨਹੀਂ, ਇਹ ਗੁਰੂ ਦਾ ਹੁਕਮ ਹੈ। ਇਹ ਗੁਰੂ ਦਾ ਹੁਕਮ ਹੈ। ਜੇ ਆਪਾਂ ਗੁਰੂ ਦਾ ਹੁਕਮ ਨਾ ਮੰਨਾਂਗੇ, ਆਹ ਸਰਕਾਰ ਹੈ, ਇਹ ਸਰਕਾਰ ਦਾ ਹੁਕਮ ਨਾ ਮੰਨਾਂਗੇ ਤਾਂ ਸਰਕਾਰ ਸਾਨੂੰ ਪਨਿਸ਼ਮੈਂਟ ਦੇਗੀ, ਸਜ਼ਾ ਦੇਗੀ। ਹੁਣ ਗੁਰੂ ਦਾ ਹੁਕਮ ਨਹੀਂ ਮੰਨਾਂਗੇ, ਫਿਰ ਅਸੀਂ ਸਜ਼ਾ ਦੇ ਭਾਗੀਦਾਰ ਹੋਵਾਂਗੇ ਨਾ। ਚਾਹੇ ਅਸੀਂ ਕਥਾਕਾਰ ਹਾਂ, ਚਾਹੇ ਅਸੀਂ ਕੀਰਤਨੀਏ ਹਾਂ, ਚਾਹੇ ਗੁਰੂ ਦੇ ਭਾਈ ਜੀ ਹਾਂ, ਵਜ਼ੀਰ ਹਾਂ। ਨਿਤਨੇਮ ਇੱਕ ਤਾਂ ਅਸੀਂ ਮਹੱਲੇ ਵਾਲਿਆਂ ਵਾਸਤੇ ਕਰਨਾ, ਜਿਹੜਾ ਸਪੀਕਰ ਦੇ ਵਿੱਚ ਬੈਠ ਕੇ ਕਰਨਾ। ਆਹ ਕਾਫੀ ਦਿਨ ਹੋ ਗਏ, ਦੂਖਨਿਵਾਰ ਸਾਹਿਬ ਮੈਨੂੰ ਇੱਕ ਭਾਈ ਮਿਲਿਆ। ਉਹ ਭਾਈ ਦਾ ਚਿਹਰਾ ਬੜਾ ਖਿੱਚਵਾਂ ਸੀ। ਮੈਂ ਫਤਿਹ ਬੁਲਾਈ ਉਹਨੂੰ,
ਹਾਲਾਂਕਿ ਜਾਣਦਾ ਜੂਣਦਾ ਕੋਈ ਨਹੀਂ ਸੀ। ਮੈਂ ਵੈਸੇ ਹੀ ਬੇਨਤੀ ਕੀਤੀ, ਭਾਈ ਜੀ ਕਿਰਪਾ ਕਰੋ ਵੀ ਜਿਹੜਾ ਮਨ ਹੈ ਇਹ ਜੁੜ ਜੇ। ਉਹ ਕਹਿੰਦੇ ਕੋਈ ਨਹੀਂ ਜੀ, ਅਰਦਾਸ ਕਰਾਂਗੇ। ਮੈਂ ਕਿਹਾ ਜੀ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ, ਕੀ ਤੁਹਾਡਾ ਕਾਰੋਬਾਰ ਹੈ? ਉਹ ਕਹਿੰਦਾ ਭਰਾਵਾ ਮੈਂ ਤਾਂ ਗੁਰਦੁਆਰੇ ਦਾ ਗ੍ਰੰਥੀ ਹਾਂ, ਭਾਈ। ਅੱਛਾ ਚਲੋ ਠੀਕ ਹੈ। ਮੈਂ ਕਿਹਾ ਜੀ ਕੋਈ ਬਾਣੀ ਦਾ ਚਮਤਕਾਰ ਦੇਖਿਆ ਜਾਂ ਉਦਾਂ ਹੀ ਲੋਕਾਂ ਵਾਸਤੇ ਪੜ੍ਹਦੇ ਹੋ? ਕਹਿੰਦੇ ਪਹਿਲਾਂ ਮੈਂ ਐਸੇ ਤਰ੍ਹਾਂ ਹੀ ਪੜ੍ਹਦਾ ਹੁੰਦਾ ਸੀ, ਸਪੀਕਰ ਦੇ ਵਿੱਚ ਨਿਤਨੇਮ ਕਰਤਾ, ਕੰਮ ਮੁੱਕਿਆ। ਸਾਰਾ ਦਿਨ ਫਿਰ ਮੈਂ ਲੋਕਾਂ ਦੇ ਘਰਾਂ 'ਚ ਸਹਿਜ ਪਾਠ ਕਰਦਾ ਸੀ। ਮੇਰੇ ਘਰ ਦੀ ਹਾਲਤ ਵੀ ਬਹੁਤ ਪਤਲੀ ਸੀ ਅਤੇ ਬਿਮਾਰੀ ਨੇ ਵੀ ਪੱਕਾ ਡੇਰਾ ਲਾਇਆ ਹੋਇਆ ਸੀ। ਕਹਿੰਦੇ ਪਤਾ ਨਹੀਂ ਉਹਨਾਂ ਨੇ ਹੁਣ ਕਿਹੜੇ ਮਹਾਂਪੁਰਖਾਂ ਦਾ ਨਾਮ ਲਿਆ। ਕਹਿੰਦੇ ਮੈਂ ਮਹਾਂਪੁਰਖਾਂ ਕੋਲੇ ਗਿਆ, ਮੈਨੂੰ ਮਹਾਂਪੁਰਖਾਂ ਨੇ ਇਹ ਗੱਲ ਕਹੀ, ਕਹਿੰਦੇ ਭਾਈ ਤੂੰ ਨਿਤਨੇਮ ਕਰਦਾ? ਮੈਂ ਆਖਿਆ ਜੀ ਮੈਂ ਸਪੀਕਰ 'ਚ ਕਰਦਾ। ਕਹਿੰਦੇ ਉਹਦਾ ਤੂੰ ਪਿੰਡ ਵਾਲਿਆਂ ਵਾਸਤੇ ਕਰਦਾ, ਜਿਹੜੇ ਤੈਨੂੰ ਰੋਟੀ ਪਾਣੀ ਦਿੰਦੇ ਨੇ, ਤੈਨੂੰ ਕੱਪੜਾ ਲੀੜਾ ਦਿੰਦੇ ਨੇ, ਤੈਨੂੰ ਤਨਖਾਹ ਦਿੰਦੇ ਨੇ। ਕਹਿੰਦੇ ਫਿਰ ਕਹਿੰਦੇ ਆਪਣੇ ਵਾਸਤੇ ਕਰ ਨਿਤਨੇਮ, ਜਲ ਰੱਖ ਸਾਰੇ ਪਰਿਵਾਰ ਨੂੰ ਪਿਆ। ਕਹਿੰਦੇ ਜੀ ਉਸ ਨਿਤਨੇਮ ਤੋਂ ਇਲਾਵਾ ਮੈਂ ਆਪਣਾ ਨਿਤਨੇਮ ਕਰਨਾ ਸ਼ੁਰੂ ਕਰਤਾ। ਕਹਿੰਦੇ ਹੁਣ ਮੇਰੇ ਬੱਚੇ ਬਿਲਕੁਲ ਤੰਦਰੁਸਤ ਨੇ, ਠੀਕ ਠਾਕ ਨੇ, ਅਤੇ 4 ਛਿੱਲੜ ਵੀ ਕੋਲ ਹੈਗੇ, ਜਿਹੜੇ ਗੁਰਦੁਆਰੇ ਜਾਣਾ ਮੈਨੂੰ ਵਧੀਆ ਤਨਖਾਹ ਦੇ ਰਹੇ ਨੇ ਗੁਰਦੁਆਰੇ ਵਾਲੇ, ਪਿੰਡ ਵਾਲੇ। ਅੱਛਾ ਕਹਿੰਦੇ ਹਾਂ। ਹੁਣ ਸਾਡੀ ਪ੍ਰੋਬਲਮ ਕੀ ਹੈ? ਅਸੀਂ ਤਾਂ ਕੀਰਤਨੀਏ ਹਾਂ ਜੀ, ਅਸੀਂ ਤਾਂ ਬਾਣੀ ਤਾਂ ਸਾਰਾ ਦਿਨ ਪੜ੍ਹਦੇ ਹਾਂ ਜੀ, ਸਾਨੂੰ ਨਿਤਨੇਮ ਕਰਨ ਦੀ ਕੀ ਲੋੜ ਹੈ? ਉਹ ਅਸੀਂ ਤਾਂ ਭਾਈ ਜੀ ਹਾਂ ਜੀ, ਗੁਰੂ ਕੇ ਵਜ਼ੀਰ ਹਾਂ, ਅਸੀਂ ਤਾਂ ਸਾਰਾ ਦਿਨ ਤਾਂ ਬਾਣੀ ਪੜ੍ਹਦੇ ਹਾਂ, ਸਾਨੂੰ ਨਿਤਨੇਮ ਕਰਨ ਦੀ ਕੀ ਲੋੜ ਹੈ? ਉਹ ਨਹੀਂ ਭਰਾਵਾ, ਜਦੋਂ 5 ਪਿਆਰਿਆਂ ਤੋਂ ਅੰਮ੍ਰਿਤ ਛਕਿਆ, 5 ਪਿਆਰਿਆਂ ਦੇ ਵਿੱਚ ਬੈਠ ਕੇ ਕਲਗੀਧਰ ਪਿਤਾ ਨੇ ਹੁਕਮ ਕੀਤਾ ਕਿ ਸਿੱਖਾ ਤੈਂ ਨਿਤਨੇਮ ਕਰਨਾ ਹੀ ਕਰਨਾ, ਹੁਕਮ ਹੈ। ਜਿਹੜਾ ਸਿੱਖ ਨਿਤਨੇਮ ਨਹੀਂ ਛੱਡਦਾ, ਬਾਬਾ ਆਨੰਦ ਸਿੰਘ ਜੀ ਕਹਿੰਦੇ ਹੁੰਦੇ ਸੀ, ਕਹਿੰਦੇ ਗੁਰੂ ਨਾਨਕ ਉਹਦੀ ਬਾਂਹ ਨਹੀਂ ਛੱਡਦਾ। ਜਿੱਦੇ ਗੁਰੂ ਨਾਨਕ ਦੇਵ ਸਾਡੀ ਉਹਦੇ ਬਾਂਹ ਛੱਡਦੇ ਨੇ ਜਿਹਦੇ ਅਸੀਂ ਨਿਤਨੇਮ ਦਾ ਪੱਲਾ ਛੱਡ ਦਿੰਦੇ ਹਾਂ। ਸਾਧ ਸੰਗਤ ਜੀ ਸਾਡੇ 'ਚ ਪ੍ਰੋਬਲਮ ਪਤਾ ਕੀ ਹੈ? ਇੱਕ ਦਿਨ ਬਿਮਾਰ ਹੋ ਗਏ, ਜ਼ੁਕਾਮ ਹੋ ਗਿਆ, ਬੁਖਾਰ ਹੋ ਗਿਆ, ਹੱਡ ਭੰਨਣੀ ਲੱਗ ਗਈ, ਅਸੀਂ ਉਹਦੇ ਨਿਤਨੇਮ ਛੱਡਤਾ। ਦੂਜੇ ਦਿਨ ਮਨ ਐਡਾ ਬੇਈਮਾਨ ਹੈ, ਦੂਜੇ ਦਿਨ ਕਹੂਗਾ ਚੱਲ ਯਾਰ ਅੱਜ ਨਾ ਆਪਾਂ ਐਂ ਕਰਦੇ ਹਾਂ ਵੀ 2 ਬਾਣੀਆਂ ਪੜ੍ਹ ਦਿੰਦੇ ਹਾਂ, ਅਜੇ ਠੀਕ ਨਹੀਂ ਹੋਏ, 2 ਬਾਣੀਆਂ ਪੜ੍ਹਦੀਆਂ। ਤੀਜੇ ਨਹੀਂ ਯਾਰ ਅੱਜ ਨਾ ਕੰਮ ਜ਼ਿਆਦੇ ਹੈ। ਅੱਛਾ ਉਹਦੇ ਦੇਖੋ ਜਿੱਦੇ ਤੁਸੀਂ ਮਨ ਨੂੰ ਢਿੱਲਾ ਰੱਖਣਾ ਸ਼ੁਰੂ ਕਰਤਾ, ਉਹ ਉਹਦੇ ਨਾ ਫਿਰ ਉਹ ਸਹੀ ਟਾਈਮ 'ਤੇ ਨਹੀਂ ਉੱਠਦਾ, ਲੇਟ ਉੱਠੂਗਾ। ਉਦਾਹਰਣ ਵਜੋਂ ਇੱਕ ਹੋਰ, 5 ਪਿਆਰੇ ਸਾਨੂੰ ਕਈ ਵਾਰੀ ਕਹਿੰਦੇ ਨੇ ਇਹ ਕਕਾਰ ਆਪਣੇ ਤੁਸੀਂ ਅੰਗ ਤੋਂ ਨਹੀਂ ਲਾਉਣੇ। ਕਈ ਗੁਰਮੁਖ ਪਿਆਰੇ ਕੀ ਕਰਦੇ ਨੇ, ਕਿਰਪਾਨ ਕੀਡੀ 'ਤੇ ਟੰਗ ਕੇ ਫਿਰ ਇਸ਼ਨਾਨ ਕਰਦੇ ਨੇ। ਉਹ ਮੇਰੇ ਕੁਲੀਗ ਨਾ ਕਈ ਵਾਰੀ ਦੇਖਿਆ, ਉਹ ਕਹਿੰਦੇ ਜੀ ਅੱਜ ਤਾਂ ਨਹਾ ਰਹੇ ਸੀ, ਨਹਾ ਕੇ ਕਿਰਪਾਨ ਬਾਥਰੂਮ 'ਚ ਰਹਿ ਗਈ, ਕਿਰਪਾਨ ਤਾਂ ਘਰੇ ਭੁੱਲੇ। ਮੈਂ ਕਿਹਾ ਨਾ 5 ਪਿਆਰੇ ਕੋਈ ਕਮਲੇ ਨਹੀਂ। ਗੁਰੂ ਮਹਾਰਾਜ ਉਹਨਾਂ 'ਚ ਬੈਠ ਕੇ ਕਹਿੰਦੇ ਨੇ ਵੀ ਸਿੱਖਾ ਤੇਰੇ 'ਚ ਇੱਕ ਵਾਰੀ ਢਿੱਲ ਪੈ ਗਈ ਨਾ, ਉਹ ਆਪਾਂ ਨੂੰ ਕਹਿੰਦੇ ਨੇ ਵੀ ਇੱਕ ਲੱਤ ਕਸ਼ਹਿਰੇ 'ਚ ਪਾ ਕੇ ਕਰਨੀ ਹੈ। ਜੇ ਨਾ ਉਹ ਆਪਾਂ ਕਿਤੇ ਦੂਸਰੇ ਲਾਗੇ ਕਰਨ, ਕਹਿੰਦੇ ਫਿਰ ਤੂੰ ਨੰਗੇ ਹੀ ਨਹਾਉਣ ਲੱਗ ਜਾਏਗਾ ਵੀ ਚੱਲ ਕਸ਼ਹਿਰਾ ਤਾਂ ਪਾ ਲਾਂਗੇ, ਫੇਰ ਪਾ ਲਾਂਗੇ। ਉਹ ਸਾਨੂੰ ਤਾਂ ਕਿਹਾ ਵੀ ਇਹ ਕਕਾਰ ਤੇਥੋਂ ਵਿਛੜ ਨਾ, ਇਹ ਤੂੰ ਤਿਆਰ ਰੱਖਣੇ ਨੇ, ਇਹ ਨਹੀਂ ਹੈਗਾ ਵੀ ਕਿਰਪਾਨ ਕੀਲੀ ਦੇ ਟੰਗ ਕੇ। ਦੇਖੋ ਉਹ ਗੱਲ ਜੋਧਾ ਜੀ, ਸਾਨੂੰ ਬਾਥਰੂਮ 'ਚ ਕੋਈ ਖਤਰਾ ਨਹੀਂ ਹੁੰਦਾ, ਪਰ ਪ੍ਰੋਬਲਮ ਇਹ ਹੈ ਕੋਈ ਕਾਹਲੀ ਹੋ ਗਈ, ਇੱਕਦਮ ਘਰਦਿਆਂ ਨੇ ਆਵਾਜ਼ ਮਾਰਤੀ ਛੇਤੀ ਨਿਕਲੋ ਜੀ ਆਹ ਕਰਨਾ, ਉਹ ਨਿਕਲ ਕੇ ਆਪਾਂ ਤਿਆਰ ਹੋ ਕੇ ਤੁਰ ਜੰਨੇ ਆ, ਕਿਰਪਾਨ ਕਕਾਰ ਸਾਡਾ ਰਹਿ ਗਿਆ। ਬੇਸ਼ੱਕ ਸਾਡੀ ਭੈੜੀ ਭਾਵਨਾ ਨਹੀਂ ਕਿਰਪਾਨ ਨੂੰ ਲਾਉਣ ਵਾਸਤੇ, ਪਰ ਢਿੱਲ ਤਾਂ ਪੈ ਗਈ ਨਾ। ਸ਼ਸਤਰਹੀਣ ਮਹਾਰਾਜ ਕਹਿੰਦੇ ਹੇ ਸਿੱਖਾ, ਉਹਨਾਂ ਨੇ ਇੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਰੀਆਂ ਥਾਵਾਂ 'ਤੇ ਬੇਨਤੀ ਕੀਤੀ ਆਪਣੇ ਖਾਲਸੇ ਨੂੰ, ਪਰ ਇੱਕ ਥਾਂ 'ਤੇ ਆਗਿਆ ਕੀਤੀ ਹੈ। ਇੱਕ ਥਾਂ 'ਤੇ ਉਹ ਕੀ ਕਹਿੰਦੇ ਨੇ, ਕਹਿੰਦੇ ਇਹ ਆਗਿਆ ਮੇਰੇ ਪਿਆਰੇ, ਉਹ ਕਹਿੰਦੇ ਸ਼ਸਤਰ ਬਿਨਾ ਨਾ ਦੇਹੋ ਦਦਾਰੇ। ਜਦੋਂ ਤੂੰ ਮੇਰੇ ਦਰ 'ਤੇ ਆਵੇਂ, ਮੇਰੇ ਦਰਸ਼ਨ ਕਰਨ ਵਾਸਤੇ ਆਵੇਂ, ਤਾਂ ਤੇਰੇ ਸ਼ਸਤਰ ਸਜੇ ਹੋਣੇ ਚਾਹੀਦੇ ਨੇ। ਆ ਤਾਂ ਚਲੋ ਸ਼ਸਤਰਾਂ ਤੋਂ ਘੱਟ ਕੇ ਇੱਕ ਛੋਟੀ ਜਿਹੀ ਕਿਰਪਾਨਤੀ ਆ ਗਏ। ਹਾਲਾਂਕਿ ਸ਼ਸਤਰਾਂ ਦੇ ਵਿੱਚ ਜਦੋਂ ਨਾ ਗੁਰੂ ਮਹਾਰਾਜ ਕਿਸੇ ਦੇ ਪ੍ਰਸੰਨ ਹੁੰਦੇ ਸੀ, ਆਪਾਂ ਜਦੋਂ ਸੁਣਦੇ ਹਾਂ ਕਥਾ ਦੂਖਨਿਵਾਰ ਸਾਹਿਬ ਜਾਂ ਹੋਰ, ਜਦੋਂ ਗੁਰੂ ਮਹਾਰਾਜ ਕਿਸੇ ਦੇ ਪ੍ਰਸੰਨ ਹੁੰਦੇ ਸੀ ਤਾਂ ਉਹ ਕਿਰਪਾਨ, ਤੀਰ ਜਾਂ ਕੋਈ ਹੋਰ ਸ਼ਸਤਰ ਦਿੰਦੇ ਹੁੰਦੇ ਸੀ। ਕਹਿੰਦੇ ਹੁੰਦੇ ਸੀ ਲੈ ਵੀ ਸੱਜਣਾ ਤੂੰ ਇਹਨਾਂ ਦਾ ਸਤਿਕਾਰ ਕਰੀ, ਇਹਨਾਂ ਦੀ ਪੂਜਾ ਕਰੀ, ਇਹਨਾਂ ਦੇ ਵਿੱਚੋਂ ਹੀ ਮੇਰੇ ਤੈਨੂੰ ਦਿਦਾਰੇ ਹੋਣਗੇ। ਜਿੰਨੀ ਦੇਰ ਸਿੱਖ ਉਹਨਾਂ ਦੀ ਸ਼ਰਧਾ ਭਾਵਨਾ ਰੱਖਦੇ ਸੀ ਸਾਧ ਸੰਗਤ ਜੀ, ਫਿਰ ਉਹ ਮਹਾਰਾਜ ਸ਼ਸਤਰਾਂ 'ਚ ਹੀ ਪ੍ਰਗਟ ਹੋ ਕੇ ਦਰਸ਼ਨ ਦਿੰਦੇ ਸੀ। ਜਦੋਂ ਦਮਦਮਾ ਸਾਹਿਬ ਦੀ ਧਰਤੀ ਤੋਂ ਹਜ਼ੂਰ ਸਾਹਿਬ ਨੂੰ ਚਾਲੇ ਪਾਏ ਨੇ ਨਾ, ਤਾਂ 2 ਸਿੱਖ ਸੀ ਜਿਹੜੇ ਇਹ ਪਲੰਗ ਰੋਜ਼ ਬਣਾ ਕੇ ਮਹਾਰਾਜ ਵਾਸਤੇ ਤਿਆਰ ਕਰਦੇ ਹੁੰਦੇ ਸੀ। ਅੱਗੇ ਉਹਨਾਂ ਨੂੰ ਪਤਾ ਹੁੰਦਾ ਸੀ ਵੀ ਫਲਾਣੀ ਥਾਂ 'ਤੇ ਵਿਸ਼ਰਾਮ ਕਰਨਾ, ਉੱਥੇ ਜਾ ਕੇ ਨਵਾਂ ਪਲੰਘਾ ਬਣਾ ਕੇ ਫਿਰ ਉਹਦੇ ਉੱਤੇ ਮਹਾਰਾਜ ਨੂੰ ਸੁਸ਼ੋਭਿਤ ਹੁੰਦੇ ਕਰਦੇ ਸੀ। ਮਹਾਰਾਜ ਇੰਨੇ ਪ੍ਰਸੰਨ ਹੋਏ, ਕਹਿੰਦੇ ਭਾਈ ਤੁਸੀਂ ਤਾਂ ਹੁਣ ਬਹੁਤ ਦੂਰ ਆ ਗਏ ਘਰ ਤੋਂ,
ਤੁਸੀਂ ਹੁਣ ਵਾਪਸ ਜਾਓ, ਤੁਹਾਡੇ ਘਰ ਦੇ ਡੀਕਦੇ ਨੇ। ਉਹਨਾਂ ਨੂੰ ਸ਼ਾਸਤਰ ਕਿਰਪਾਨਾਂ ਦੇਤੀਆਂ। ਉਹਨਾਂ ਨੇ ਕਿਰਪਾਨਾਂ ਗਲਾਂ 'ਚ ਨਹੀਂ ਪਾਈਆਂ, ਉਹਨਾਂ ਨੇ ਕਿਰਪਾਨਾਂ ਸਤਿਕਾਰ ਵਜੋਂ ਕੱਪੜੇ ਵਧੀਆ ਸੁੰਦਰ ਕੱਪੜਿਆਂ 'ਚ ਲਪੇਟ ਕੇ ਸਿਰ ਤੇ ਰੱਖ ਲਈਆਂ। ਹੁਣ ਮੇਰੇ ਵਰਗਾ ਕੋਈ ਸੀ ਤਰਕਸ਼ੀਲ, ਉਹ ਮਹਾਰਾਜ ਨੂੰ ਕਹਿੰਦਾ ਸੱਚੇ ਪਾਤਸ਼ਾਹ ਤੁਸੀਂ ਉਹਨਾਂ ਨੂੰ ਸ਼ਾਸਤਰ ਦਿੱਤੇ ਨੇ, ਉਹਦਾ ਉਹਨਾਂ ਤਾਂ ਸਿਰ ਤੇ ਰੱਖ ਰੱਖੀ ਨੇ, ਕਿਰਪਾਨਾਂ ਹੇਠਾਂ ਲਾਉਂਦੇ ਨਹੀਂ। ਬੁਲਾਇਆ, ਕਹਿੰਦੇ ਮਹਾਰਾਜ ਤੁਹਾਡੇ ਦਿੱਤੇ ਹੋਣ ਸ਼ਾਸਤਰ, ਅਸੀਂ ਇਹਨਾਂ ਨੂੰ ਧਾਰਨ ਕਰੀਏ। ਮਹਾਰਾਜ ਇਹ ਤਾਂ ਤੁਹਾਡੇ ਚਰਨ ਨੇ, ਸਾਡੇ ਸਿਰ ਮੱਥੇ ਨੇ ਤੁਹਾਡੇ ਚਰਨ। ਮਹਾਰਾਜ ਇੰਨੇ ਖੁਸ਼ ਹੋਏ, ਉਹ ਕਹਿੰਦੇ ਜਾਓ ਸੱਜਣੋ, ਤੁਹਾਡੀ ਜ਼ੁਬਾਨ ਕਿਰਪਾਨ ਹੋਏਗੀ, ਤੁਹਾਡੀ ਜ਼ੁਬਾਨ ਤਲਵਾਰ ਵਰਗੀ ਹੋਏਗੀ। ਕਿਸੇ ਨੂੰ ਤੁਸੀਂ ਪਰ ਹੁਣ ਸੋਚ ਕੇ ਬੋਲਣਾ, ਕਿਤੇ ਮਾੜਾ ਨਾ ਬੋਲ ਦਿਓ। ਜਿਹਨੂੰ ਬੋਲਤਾ ਨਾ ਬਸ ਉਹ ਤਾਂ ਸਮਝ ਲਓ ਕਰਤਾ ਕੰਮ। ਸ਼ਾਸਤਰਾਂ ਨੂੰ ਸਤਿਗੁਰੂ ਇੰਨਾ ਸਤਿਕਾਰ ਕਰ ਦਿੰਦੇ ਨੇ, ਉਹ ਕਹਿੰਦੇ ਯਹੀ ਹਮਾਰੇ ਪੀਰ। ਆਪਾਂ ਤਾਂ ਕਈ ਵਾਰੀ ਦੇਖਿਆ ਹੁੰਦਾ ਨਾ, ਹੁਣ ਫੈਸ਼ਨ ਜਿਹਾ ਚੱਲ ਪਿਆ ਇੱਕ, ਐ ਨਾ ਗੋਡਿਆਂ ਤੱਕ ਕਿਰਪਾਨ, ਗਾਤਰਾ ਲੰਬਾ ਕਰਕੇ ਐਨ ਮੇਰਾ ਖਿਆਲ ਕਸ਼ਹਿਰੇ ਤੋਂ ਵੀ ਹੇਠ ਤੱਕ ਕਿਰਪਾਨ ਲਟਕਦੀ ਜਾਂਦੀ ਹੁੰਦੀ ਆ, ਬੰਦਾ ਤੁਰਦਾ ਐ ਹਿਲਦੀ ਹੈ। ਕਿਰਪਾਨ ਦੀ ਮਰਿਆਦਾ ਹੈ ਕਿ ਇਹ ਬਨੇਜ ਤੋਂ ਉੱਪਰ ਹੋਵੇ, ਤਾਂ ਕਿ ਅਸੀਂ ਵਾਸ਼ਰੂਮ ਕਰੀਏ ਜਾਂ ਹਾਜਤ ਵਾਸਤੇ ਜਾਈਏ, ਕਿਰਪਾਨ ਦੀ ਬੇਅਦਬੀ ਨਾ ਹੋਵੇ। ਪਰ ਜੇ ਹੁਣ ਮੇਰੇ ਵਰਗੇ ਨੂੰ ਲਾ ਕੇ ਬਾਥਰੂਮ ਜਾਣ ਦੀ ਆਦਤ ਹੈ, ਫਿਰ ਤਾਂ ਗੱਲ ਵੱਖਰੀ ਹੈ। ਚਲੋ ਖੈਰ, ਆਪਾਂ ਗੱਲ ਕਰਦੇ ਸੀ ਗੁਰੂ ਦੀ ਆਗਿਆ ਨੂੰ ਮੰਨਣ ਦੀ। ਜਿਹਨੇ ਗੁਰੂ ਦੀ ਆਗਿਆ ਮੰਨ ਲਈ, ਦੇਖੋ ਰਾਏਕੋਟ ਦਾ ਰਾਏ ਕੱਲਾ, ਅੱਜ ਵੀ ਉਹ ਗੰਗਾ ਸਾਗਰ ਦੇ ਦਰਸ਼ਨ ਕਰਾਉਂਦੇ ਨੇ, ਕਿੰਨਾ ਸਤਿਕਾਰ ਹੈ ਉਹਨਾਂ ਦਾ ਪੰਥ ਦੇ ਵਿੱਚ। ਦੁਨੀਆ ਸਲਾਮਾਂ ਕਰਦੀਆਂ, ਨੋਟਾਂ ਦੇ ਢੇਰ ਲਾ ਆਉਂਦੇ ਨੇ। ਭਾਵ ਉਹਨਾਂ ਨੇ ਹੁਕਮ ਮੰਨਿਆ। ਜਿਹਨੇ ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੇ ਕਾ ਮਹਿਲ ਪਾਏ ਸੀ। ਹੁਕਮ ਚਾਹੇ ਗੁਰੂ ਨੇ ਸਾਨੂੰ ਕਿਹਾ ਜਾ ਮਰਜ਼ੀ ਕਰਤਾ, ਅਸੀਂ ਉਹ ਮੰਨਣਾ। ਕਈ ਵਾਰੀ ਹੁਕਮ ਮੰਨਣ ਦੇ ਨਾਲ ਸਾਨੂੰ ਖੇਚਲ ਕਰਨੀ ਪੈਂਦੀ ਹੈ। ਸਾਧ ਸੰਗਤ ਜੀ, ਖੇਚਲ ਦਾ ਸਾਨੂੰ ਬਹੁਤ ਜ਼ਿਆਦਾ ਮੁੱਲ ਮਿਲਦਾ ਹੈ। ਕਈ ਵਾਰੀ ਉਹ ਮੁੱਲ ਸਾਨੂੰ ਐਦਾਂ ਨਹੀਂ ਦਿੰਦਾ, ਉਸ ਦਾ ਸਾਨੂੰ ਬਹੁਤ ਜ਼ਿਆਦਾ ਲਾਭ ਹੁੰਦਾ। ਹੁਣ ਤਾਂ ਇਹ ਹੈ ਵੀ ਅਸੀਂ ਅੰਮ੍ਰਿਤ ਛਕ ਲਿਆ, ਕਿਰਪਾਨ ਉਹ ਡੋਰੀ ਵਾਲੀ, ਉਹ ਵੀ ਐਨ ਹੇਠਾਂ ਪੈਂਟਾਂ ਦੇ ਹੇਠਾਂ ਲੁਕੋ ਕੇ ਰੱਖਦੇ ਆ ਵੀ ਪਤਾ ਨਹੀਂ ਅਸੀਂ ਕੀ ਕਲੰਕ ਖੱਟਿਆ। ਕੋਈ ਲੋਕ ਐਨਾ ਕਹਿੰਦੇ ਹੈ ਯਾਰ ਤਾਂ ਅੰਮ੍ਰਿਤ ਛਕ ਰੱਖਿਆ। ਬੀਬੀਆਂ ਐ ਲੱਕਾਂ ਦੇ ਨਾਲ ਬੰਨ੍ਹ ਕੇ, ਕਿਤੇ ਮਜਾਲ ਆ ਕਿਤੇ ਪਤਾ ਲੱਗ ਜੇ ਵੀ ਮੈਂ ਅੰਮ੍ਰਿਤ ਛਕਿਆ। ਬੇ ਦੱਸੋ, ਸੁਹਾਗਣਾ ਨੂੰ ਇਹ ਚੂੜਾ, ਇਹ ਸੁਰਖੀ ਬਿੰਦੀ ਸੋਹਣੀ ਲੱਗਦੀ ਹੈ। ਅਸੀਂ ਗੁਰੂ ਕਲਗੀਧਰ ਦੀਆਂ ਸੁਹਾਗਣਾ, ਇਹ ਸ਼ਿੰਗਾਰ, ਇਹ ਗਹਿਣੇ ਸਾਡੇ ਵਾਸਤੇ ਬਣਾਏ ਨੇ ਸਤਿਗੁਰੂ ਨੇ। ਹੁਣ ਜਿਹੜੀਆਂ ਵਿਧਵਾਵਾਂ ਨੇ ਉਹ ਹਾਰ ਸ਼ਿੰਗਾਰ ਥੋੜ੍ਹਾ ਕਰਦੀਆਂ, ਅਸੀਂ ਕਲਗੀਧਰ ਦੀਆਂ ਸੁਹਾਗਣਾ। ਪਰ ਹਾਂ, ਸੁਹਾਗਣਾ ਵਾਲੇ ਗੁਣ ਵੀ ਸਾਡੇ 'ਚ ਹੋਣੇ ਚਾਹੀਦੇ ਨੇ। ਜੇ ਇਹ ਪਾਇਆ ਸ਼ਿੰਗਾਰ, ਇਹ ਜੇ ਮਤਲਬ ਉਹਦਾ ਹਾਰ ਸ਼ਿੰਗਾਰ ਕੀਤਾ, ਉਹ ਗੁਣ ਵੀ ਸਾਡੇ ਵਿੱਚ ਹੋਣੇ ਜ਼ਰੂਰੀ ਨੇ। ਕੱਲਾ ਲਾਲ ਚੂੜਾ ਹੀ ਨਾ ਪਾਇਆ ਹੋਵੇ ਕਿ ਘਰ ਵਾਲੇ ਨਾਲ ਰੋਜ਼ ਦਿਨ 'ਚ 3 ਵਾਰੀ ਡੰਡਾ ਖੜਕਦਾ ਹੋਵੇ, ਕੱਲਾ ਉਹ ਨਾ ਹੋਵੇ। ਕੱਲੇ ਸ਼ਾਸਤਰ ਪਾਏ ਹੋਣ, ਨਿਤਨੇਮ ਸਾਡੇ ਪੱਲੇ ਨਾ ਹੋਵੇ, ਹੁਕਮ ਗੁਰੂ ਦਾ ਕਦੇ ਮੰਨਿਆ ਨਾ ਹੋਵੇ, ਐ ਨਹੀਂ ਹੋਣਾ ਚਾਹੀਦਾ। ਦਾਤਾਰ ਪਿਤਾ ਜੀ ਕਹਿੰਦੇ ਜਪ ਮਨ ਮੇਰੇ ਗੋਬਿੰਦ ਕੀ ਬਾਣੀ। ਹੇ ਮੇਰੇ ਮਨ, ਇਹ ਗੋਬਿੰਦ ਦੀ ਪਰਮਾਤਮਾ ਦੀ ਬਾਣੀ ਜਪ, ਪੜ੍ਹ ਇਹਨੂੰ। ਜਪਣ ਦਾ ਮਤਲਬ ਇਹਨੂੰ ਮੰਨਣ ਵੀ, ਇਹਦੇ ਵਿੱਚ ਮੰਨਣ ਦੀ ਭਾਵਨਾ ਵੀ, ਇਹਦੇ ਉੱਤੇ ਅਮਲ ਵੀ ਕਰ। ਕਿਉਂਕਿ ਕਹਿੰਦੇ ਨੇ ਅਮਲ ਸੇ ਬਣਤੀ ਹੈ ਜ਼ਿੰਦਗੀ, ਜੰਨਤ ਵੀ ਜਹੰਨਤ ਵੀ। ਜੰਨਤ ਸਵਰਗ ਨੂੰ ਕਹਿੰਦੇ ਨੇ, ਜਹੰਨਤ ਨਰਕ ਨੂੰ ਵੀ ਕਹਿੰਦੇ ਨੇ। ਸਾਧ ਸੰਗਤ ਜੀ, ਇਕੱਲੇ ਪੜ੍ਹੇ ਲਿਖੇ ਨਾਲ ਕੁਛ ਨਹੀਂ ਬਣਦਾ। ਆਪਾਂ ਰੋਜ਼ ਪੜ੍ਹਦੇ ਨਾ, ਕਿਆ ਪੜ੍ਹੀਆ ਕਿਆ ਗੁਣੀਏ, ਕਿਆ ਵੇਦ ਪੁਰਾਨਾ ਸੁਣੀਏ, ਪੜ੍ਹੇ ਗੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ, ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚਾਂ ਬਾਰੰਬਾਰ। ਸਾਨੂੰ ਇੰਨੀ ਸਖਤੀ ਨਾਲ ਵੀ ਮਹਾਰਾਜ ਨੇ ਕਿਹਾ, ਕੱਲੇ ਤੇਰੇ ਕਕਾਰਾਂ ਨੇ ਵੀ ਕੁਛ ਨਹੀਂ ਸਵਾਰਨਾ। ਜੇ ਕੱਲਾ ਜੇ ਤੂੰ ਬਾਣੀ ਪੜ੍ਹ ਰਿਹਾ, ਕੱਲਾ ਬਾਣੀ ਪੜ੍ਹਨ ਨਾਲ ਵੀ ਤੇਰਾ ਕੁਛ ਨਹੀਂ ਸਵਰਨਾ ਜੇ ਉਹਤੇ ਅਮਲ ਨਾ ਕੀਤਾ। ਸਾਧ ਸੰਗਤ, ਜੇ ਆਪਾਂ ਦੁਖਨਿਵਾਰ ਸਾਹਿਬ ਜਾਈਏ, ਉੱਥੇ ਇਹ ਪੇੜ ਪਾਠੀ ਨੇ 18 ਘੰਟੇ ਬਾਣੀ ਪੜ੍ਹਦੇ ਨੇ। ਕੀ ਉਹਨਾਂ 'ਚੋਂ ਤੁਸੀਂ ਸੰਤ ਬਣਿਆ ਦੇਖਿਆ ਅਜੇ ਤੱਕ ਕਿਤੇ ਕੋਈ? ਕਿਉਂਕਿ ਪੈਸੇ ਵਾਸਤੇ ਬਾਣੀ ਪੜ੍ਹਦੇ ਨੇ। ਬਾਣੀ ਦਾ ਨਾ ਭਾਉ ਹੈ, ਨਾ ਭਾਵ ਹੈ, ਨਾ ਡਰ ਹੈ, ਨਾ ਪ੍ਰੇਮ ਹੈ, ਨਾ ਉਹਤੇ ਅਮਲ ਕਰਦੇ ਨੇ। ਜੇ ਹੁਣ ਅਸੀਂ ਵੀ ਉਸੇ ਜੀਵਨ ਸ਼ੈਲੀ ਨੂੰ ਅਪਣਾਵਾਂਗੇ, ਘਰੇ ਨਿਤਨੇਮ ਕਰਕੇ ਬਾਣੀ ਪੜ੍ਹ ਲਈ, ਦੁਕਾਨ 'ਤੇ ਜਾ ਕੇ ਠੱਗੀਆਂ ਮਾਰੀਆਂ, ਦਫ਼ਤਰ 'ਚ ਜਾ ਕੇ ਰਿਸ਼ਵਤਾਂ ਲਈਆਂ, ਬੇਈਮਾਨੀਆਂ ਕੀਤੀਆਂ, ਫਿਰ ਕੀ ਸਾਡੇ 'ਤੇ ਗੁਰੂ ਦੀ ਖੁਸ਼ੀ ਹੋਏਗੀ? ਬਿਲਕੁਲ ਵੀ ਨਹੀਂ ਹੋਏਗੀ। ਸਾਡਾ ਵੀ ਉਹੀ ਹਾਲ ਹੋਏਗਾ ਜੋ ਉਹਨਾਂ ਦਾ। ਬਾਣੀ ਨੂੰ ਮੰਨਣਾ ਅਤੀ ਜ਼ਰੂਰੀ ਆ। ਪੜ੍ਹਨਾ ਬਹੁਤ ਵਧੀਆ ਗੱਲ ਹੈ, ਗੁਰਬਾਣੀ ਨੂੰ ਪੜ੍ਹਨਾ। ਕਿਸੇ ਭਾਗਾਂ ਵਾਲੇ ਦੇ ਭਾਗਾਂ 'ਚ ਆਉਂਦੀ ਆ ਗੁਰਬਾਣੀ ਨੂੰ ਪੜ੍ਹਨਾ, ਸੁਣਨਾ। ਪਰ ਉਹਨੂੰ ਪੜ੍ਹ ਕੇ ਸੁਣ ਕੇ
ਉਹਨੂੰ ਆਪਣੀ ਜ਼ਿੰਦਗੀ 'ਚ ਅਪਣਾ ਲੈਣਾ। ਇਹ ਕੋਈ ਬਿਰਲਾ ਟਾਵਾਂ, ਕਰੋੜਾਂ 'ਚ ਕੋਈ ਹੁੰਦਾ। ਨਾਨਕ ਕੋਟਣ ਮੈਂ ਕਹੂੰ, ਕਰੋੜਾਂ 'ਚ ਕੋਈ ਹੁੰਦਾ ਇਹੋ ਜਿਹਾ ਜਿਹੜਾ ਉਹਨੂੰ ਮੰਨਦਾ। ਹਾਂ, ਕਈ ਭਾਗਾਂ ਵਾਲੇ ਤੇ ਕਿਰਪਾ, ਉਹ ਜਿੰਨੀ ਕੁ ਮਨ ਹੁੰਦੀ ਆ ਕੋਸ਼ਿਸ਼ ਕਰਦੇ ਨੇ 5%, 10%, 20%, 50%, ਜਿੰਨੇ ਪਰਸੈਂਟ ਅਸੀਂ ਗੁਰਬਾਣੀ ਦੀ ਗੱਲ ਮੰਨੀ ਜਾਵਾਂਗੇ ਸਾਧ ਸੰਗਤ ਜੀ, ਉਨੀ ਕੁ ਸਾਡੀ ਆਤਮਿਕ ਅਵਸਥਾ ਉੱਚੀ ਹੁੰਦੀ ਜਾਏਗੀ। ਕੱਲੀਆਂ ਗੱਲਾਂ ਨਾਲ ਨਹੀਂ ਕੁਛ ਬਣਦਾ, ਗਿਆਨ ਨਾਲ ਗੱਲੀ ਢੂੰਡੀ ਹੈ, ਕਥਨਾ ਕਰੜਾ ਸਾਰ। ਦੇਖੋ ਕਿੰਨੀ ਸੋਹਣੀ ਗੱਲ ਕਹੀ ਹੈ ਕਿਸੇ ਨੇ, ਅਮਲ ਸੇ ਬਣਤੀ ਹੈ ਜ਼ਿੰਦਗੀ, ਜੰਨਤ ਵੀ ਜਹਾਨਤ ਵੀ। ਭਾਵ ਅਮਲ में ਕਰਮ, ਸਾਡਾ ਪ੍ਰੈਕਟੀਕਲ ਲਾਈਫ ਕਿਹੋ ਜਿਹੀ ਆ, ਉਹਦੇ ਨਾਲ ਗੱਲ ਬਣਨੀ ਹੈ। ਚਲੋ ਖੈਰ, ਕਹਿੰਦੇ ਮੇਰੇ ਮਨ ਤੂੰ ਇਹ ਗੋਬਿੰਦ ਦੀ ਬਾਣੀ ਜਪ, ਇਹ ਸਾਧੂ ਜਨ ਰਾਮ ਰਸਨ ਬਖਾਣੀ। ਇਹ ਸਾਧੂ ਜਨਾਂ ਨੇ, ਸੰਤਾਂ ਮਹਾਂਪੁਰਖਾਂ ਨੇ ਇਹ ਰਾਮ ਦੀ ਬਾਣੀ ਨੂੰ ਰਸਨਾ ਤੇ ਨਾਲ ਵਿਆਖਿਆ ਕੀਤੀ ਹੈ ਜੀ, ਰਸਨਾ ਨਾਲ ਇਹਨੂੰ ਖੋਲ ਖੋਲ ਕੇ ਦੱਸਿਆ ਗੁਰਬਾਣੀ ਨੂੰ ਵੀ ਇਹ ਕਹਿੰਦੀ ਕੀ ਆ। ਰਹਾਓ ਇੱਕ ਸੇ ਬਿਨ ਨਾਹੀ ਦੂਜਾ ਕੋਏ, ਜਾ ਕੇ ਦ੍ਰਿਸ਼ਟ ਸਦਾ ਸੁਖ ਹੋਏ। ਕਹਿੰਦੇ ਇੱਕ ਤੋਂ ਬਗੈਰ ਦੂਸਰਾ ਕੋਈ ਹੈ ਹੀ ਨਹੀਂ। ਇਹ ਤਾਂ ਨਾ ਸਾਨੂੰ ਇੱਕ ਭਰਮ ਭੁਲੇਖੇ ਕਰਕੇ ਸਾਨੂੰ ਦਿੰਦਾ, ਇਹ ਸਿੱਖ ਹੈ ਜੀ, ਇਹ ਹਿੰਦੂ ਹੈ ਜੀ, ਇਹ ਬੀਬੀਆਂ ਨੇ ਜੀ, ਇਹ ਭਾਈ ਹੈ ਜੀ, ਇਹ ਪਾਪੀ ਹੈ ਜੀ, ਇਹ ਪੁੰਨੀ ਹੈ ਜੀ। ਐਕਚੁਅਲੀ ਉਹੀ ਸਾਰੀਆਂ ਵਿੱਚ ਬੈਠਾ ਖੇਡ ਕਰ ਰਿਹਾ, ਸਾਰੇ ਸਰੀਰਾਂ ਦੇ ਵਿੱਚ ਬੈਠਾ ਉਹੀ ਖੇਡ ਕਰ ਰਿਹਾ। ਸਾਧ ਸੰਗਤ ਜੀ ਕਹਿੰਦੇ ਉਹ ਤੋਂ ਬਗੈਰ ਹੋਰ ਕੋਈ ਹੈ ਨਹੀਂ। ਜਾ ਕੇ ਦ੍ਰਿਸ਼ਟ ਸਦਾ ਸੁਖ ਹੋਏ। ਕਹਿੰਦੇ ਉਹ ਪਰਮਾਤਮਾ ਦੀ ਜਦੋਂ ਕਿਰਪਾ ਦ੍ਰਿਸ਼ਟੀ ਹੁੰਦੀ ਹੈ ਤਾਂ ਫਿਰ ਹਮੇਸ਼ਾ ਹਮੇਸ਼ਾ ਸੁਖ ਹੁੰਦਾ। ਸਾਧ ਸੰਗਤ ਜੀ ਹੁਣ ਆਪਾਂ ਨੂੰ ਇਹ ਤਾਂ ਪਤਾ ਲੱਗ ਗਿਆ ਵੀ ਸਾਰਿਆਂ ਦੇ ਵਿੱਚ ਹੈ ਉਹ, ਪਰ ਹੁਣ ਅਸੀਂ ਉਹਦੀ ਦ੍ਰਿਸ਼ਟੀ ਕਿਵੇਂ ਲੈਣੀ ਹੈ, ਕਿਵੇਂ ਪ੍ਰਾਪਤ ਕਰਨੀ ਹੈ। ਅਸੀਂ ਆਪਣੇ ਅੰਦਰੋਂ ਇਹੀ ਸਮਝਣਾ, ਅਸੀਂ ਕਿਸੇ ਨੂੰ ਮਾੜਾ ਨਹੀਂ ਸਮਝਣਾ। ਇੱਕ ਕੋਈ ਸਾਧੂ ਮਹਾਤਮਾ ਸੀ, ਉਹਦੇ ਕੋਲੋਂ ਬਾਹਰ ਰਹਿੰਦਾ ਸੀ, ਸ਼ਹਿਰ ਤੋਂ ਨਗਰ ਤੋਂ ਬਾਹਰ ਰਹਿੰਦਾ ਸੀ। ਇੱਕ ਕੋਈ ਬੀਬੀ ਸੀ ਜਿਹੜੀ ਵਿਚਾਰੀ ਬੇਸਵਾ ਸੀ। ਉਹਨੇ ਜਾਣਾ ਸ਼ਾਮ ਨੂੰ ਸੈਰ ਕਰਨ, ਕਿਤੇ ਮਾੜਾ ਘੁੰਮਣ ਫਿਰਨ। ਜਦੋਂ ਵੀ ਜਾਂਦੀ ਸੀ ਕੋਈ ਆਪਣਾ ਸੌਦਾ ਪੱਤਾ ਲੈਣ, ਤਾਂ ਉਹ ਸਾਧੂ ਨੂੰ ਸਿਰ ਢੱਕ ਕੇ ਮੱਥਾ ਟੇਕਦੀ ਹੁੰਦੀ ਸੀ। ਉਹ ਸਾਧੂ ਨੂੰ ਕਹਿਣਾ ਸੀ ਵੀ ਤੂੰ ਬਹੁਤ ਭੈੜੀ ਹੈ, ਤੂੰ ਜਿਹੜਾ ਹੈ ਇਹ ਭੈੜੇ ਕੰਮ ਛੱਡ। ਸਾਧੂ ਰੁੱਖਾ ਬੋਲਦਾ ਸੀ ਉਹਨੂੰ। ਕੁਦਰਤੀ ਇਹ ਹੋਇਆ ਅਚਾਨਕ ਦੋਨਾਂ ਦੀ ਹੀ ਮੌਤ ਇੱਕ ਦਿਨ ਹੋ ਗਈ, ਇੱਕੋ ਟਾਈਮ ਤੇ ਮੌਤ ਹੋਈ। ਹੁਣ ਬੇਸਵਾ ਨੂੰ ਤਾਂ ਸੋਨੇ ਦੇ ਬਵਾਨਾਂ 'ਚ ਬਿਠਾ ਕੇ ਲਿਜਾ ਰਹੇ ਨੇ, ਜਿਹੜਾ ਸਾਧੂ ਸੀ ਉਹਦੇ ਸੰਗਲ ਪਾ ਕੇ ਜਮਦੂਤ ਉਹਦੀ ਸੇਵਾ ਕਰਦੇ ਜਾ ਰਹੇ ਨੇ, ਕੁੱਟਦੇ ਲਿਜਾ ਰਹੇ ਨੇ। ਉਹ ਧਰਮਰਾਜ ਦੇ ਜਦੋਂ ਦੋਨੋਂ ਇਕੱਠੇ ਪੇਸ਼ ਹੋਏ, ਉਹ ਧਰਮਰਾਜ ਨੂੰ ਕਹਿੰਦਾ ਜੀ ਤੁਹਾਨੂੰ ਜ਼ਰੂਰ ਗਲਤੀ ਲੱਗੀ ਹੈ, ਇਹ ਬੇਸਵਾ ਨੂੰ ਤਾਂ ਤੁਸੀਂ ਸੰਗਲ ਪਾ ਕੇ ਲਿਆਉਣੇ ਸੀ, ਮੈਨੂੰ ਤੁਸੀਂ ਬਵਾਨਾਂ ਤੇ ਚੜਾ ਕੇ ਲਿਆਉਣਾ ਸੀ। ਮੈਂ ਤਾਂ ਭਜਨ ਬੰਦਗੀ ਕਰਦਾ ਸੀ, ਮੈਂ ਤਾਂ ਗਲਤ ਕੰਮ ਕੀਤੇ ਹੀ ਨਹੀਂ ਕੋਈ, ਤੁਸੀਂ ਮੈਨੂੰ ਕੁੱਟਦੇ ਮਾਰਦੇ ਲੈ ਕੇ ਆਏ ਹੋ। ਹੁਣ ਧਰਮਰਾਜ ਨੇ ਪਤਾ ਕੀ ਕਿਹਾ ਉਹਨੂੰ? ਧਰਮਰਾਜ ਕਹਿੰਦਾ ਗੱਲ ਸੁਣੋ ਜੀ, ਕਹਿੰਦੇ ਸਾਧੂ ਦੇ ਦਰਸ਼ਨਾਂ ਦੇ ਵਿੱਚ ਇੰਨੀ ਕੁ ਬਰਕਤ ਹੁੰਦੀ ਹੈ, ਜੇ ਕੋਈ ਭਾਵਨਾ ਨਾਲ ਦਰਸ਼ਨ ਕਰ ਲੇ ਨਾ ਤਾਂ ਉਹਦੇ ਕਰੋੜਾਂ ਜਨਮਾਂ ਦੇ ਪਾਪ ਕੱਟੇ ਜਾਂਦੇ ਨੇ। ਕਹਿੰਦੇ ਹਾਂ ਜੀ ਇਹ ਤਾਂ ਮੈਨੂੰ ਪਤਾ ਹੈ। ਸਾਧੂ ਕਹਿੰਦੇ ਫੇਰ ਇਹ ਤੈਨੂੰ ਰੋਜ਼ ਸਾਧੂ ਸਮਝ ਕੇ, ਇੱਕ ਰੱਬ ਦਾ ਰੂਪ ਸਮਝ ਕੇ ਤੇਰੇ ਪੈਰੀਂ ਹੱਥ ਲਾਉਂਦੀ ਸੀ। ਤੈਨੂੰ ਇਸ ਬੀਬੀ 'ਚ ਨਾ ਮਾਂ ਦਿਸੀ, ਨਾ ਭੈਣ ਦਿਸੀ, ਨਾ ਧੀ ਦਿਸੀ, ਨਾ ਕੋਈ ਆਪਣੀ ਬੱਚੀ ਦਿਸੀ। ਤੂੰ ਇਹਨੂੰ ਇਹ ਕਹਿੰਦਾ ਸੀ ਤੂੰ ਭੈੜੀਆਂ, ਤੂੰ ਮਾੜੇ ਕੰਮ ਛੱਡ ਦੇ। ਤੂੰ ਇਹਨੂੰ ਕਦੇ ਕਿਹਾ ਵੀ ਧੀਏ ਕੋਈ ਨਹੀਂ, ਤੇਰਾ ਗੁਰੂ ਭਲਾ ਕਰੇ, ਰੱਬ ਤੈਨੂੰ ਸਮੱਤ ਬਖਸ਼ੇ, ਰੱਬ ਤੇਰੇ ਤੇ ਕਿਰਪਾ ਕਰੇ। ਤੂੰ ਇਹ ਐਦਾਂ ਦੀ ਗੱਲ ਕਹੀ ਕੋਈ? ਤੂੰ ਸਾਰੀ ਉਮਰ ਇਹ ਬੀਬੀ 'ਚ ਬੇਸਵੀ ਦੇਖਦਾ ਰਿਹਾ, ਇਹ ਤੇਰੇ 'ਚ ਸਾਰੀ ਉਮਰ ਸੰਤ ਦੇਖਦੀ ਰਹੀ, ਇਹ ਤੇਰੇ 'ਚ ਸੰਤ ਦੇਖਦੀ ਦੇਖਦੀ ਦਰਸ਼ਨ ਕਰਦੀ ਇਹ ਸਵਰਗਾਂ ਨੂੰ ਪ੍ਰਾਪਤ ਹੋ ਗਈ। ਤੂੰ ਇਹਦੇ ਵਿੱਚ ਭੈੜਾਪਣ ਦੇਖਦਾ ਦੇਖਦਾ ਤੂੰ ਨਰਕਾਂ ਦੀ ਤਿਆਰੀ ਕਰ ਲਈ। ਪਾਪ ਅਤੀ ਸੂਖਮ ਹੈ, ਇਹ ਤੋਂ ਬਚਣਾ ਸਾਡੇ ਲਈ ਬਹੁਤ ਮੁਸ਼ਕਲ ਹੈ। ਪਰ ਹਾਂ ਗੁਰੂ ਦੀ ਸਿੱਖਿਆ 'ਤੇ ਚੱਲ ਕੇ ਫਿਰ ਜਦੋਂ ਗੁਰੂ ਦੀ ਗੱਲ ਮੰਨਦੇ ਹਾਂ ਫਿਰ ਸਾਡੇ 'ਤੇ ਕਿਰਪਾ ਹੋ ਜਾਂਦੀ ਹੈ। ਮਹਾਰਾਜ ਕਹਿੰਦੇ ਸਾਜਣ ਮੀਤ ਸਖਾ ਕਰ ਏਕ, ਹਰ ਹਰ ਅੱਖਰ ਮਨ ਮੈਂ ਲੇਖ। ਕਹਿੰਦੇ ਸੱਜਣ ਮਿੱਤਰ, ਸਖਾ ਮਿੱਤਰ, ਤੂੰ ਇੱਕੋ ਪਰਮਾਤਮਾ ਨੂੰ ਬਣਾ, ਇੱਕੋ ਪਰਮਾਤਮਾ ਨੂੰ ਤੂੰ ਆਪਣਾ ਮਿੱਤਰ ਬਣਾ, ਇੱਕੋ ਪਰਮਾਤਮਾ ਨੂੰ ਤੂੰ ਆਪਣਾ ਸਖਾ ਬਣਾ, ਇੱਕੋ ਪਰਮਾਤਮਾ ਨੂੰ ਤੂੰ ਆਪਣਾ ਸੱਜਣ ਬਣਾ। ਉਹਦੇ ਨਾਮ ਦੇ ਅੱਖਰ, ਉਹਦੇ ਅੱਖਰਾਂ ਦਾ ਨਾਮ ਤੂੰ ਆਪਣੇ ਹਿਰਦੇ 'ਚ ਲਿਖ ਲਾ, ਭਾਵ ਪੱਕਾ ਕਰ ਲੈ, ਇਹ ਕਿਤੋਂ ਕਿਸੇ ਵੇਲੇ ਭੁੱਲ ਨਾ ਜਾਈਂ ਤੂੰ। ਰਵ ਰਿਹਾ ਸਰਬੱਤ ਸੁਆਮੀ, ਗੁਣ ਗਾਵੈ ਨਾਨਕ ਅੰਤਰ ਜਾਮੀ। ਕਹਿੰਦੇ ਉਹ ਸੁਆਮੀ, ਉਹ ਪਰਮਾਤਮਾ ਸਾਰਿਆਂ ਦੇ ਵਿੱਚ ਰਮਿਆ ਹੋਇਆ, ਸਾਰਿਆਂ ਦੇ ਵਿੱਚ।
ਸਾਧ ਸੰਗਤ ਜੀ ਸਾਨੂੰ ਦੀਂਦਾ ਕਿਉਂ ਨਹੀਂ ਫਿਰ? ਦੇਖੋ ਸਾਡੀ ਕਿੱਡੀ ਬਦਕਿਸਮਤੀ ਹੈ, ਸਾਡਾ ਕਿੱਡਾ ਵੱਡਾ ਦੁਖਾਂਤ ਹੈ। ਉਹ ਕਣ ਕਣ 'ਚ ਮੌਜੂਦ ਹੈ, ਜ਼ਰੇ ਜ਼ਰੇ 'ਚ ਮੌਜੂਦ ਹੈ, ਪਰ ਸਾਨੂੰ ਦਰਸ਼ਨ ਉਹਦੇ ਹੁੰਦੇ ਨਹੀਂ। ਦੀਂਦਾ ਕਿਉਂ ਨਹੀਂ? ਇੱਕ ਬੜੀ ਸੋਹਣੀ ਉਦਾਹਰਣ ਦਿੱਤੀ ਆ ਮਹਾਂਪੁਰਖਾਂ ਨੇ, ਗੁਰਬਾਣੀ ਨੇ ਵੀ। ਉਹ ਕਹਿੰਦੇ ਜਿਵੇਂ ਸਗਲ ਬੈਸੰਤਰ ਮੈਂ ਸਾਗਰ ਬਨਸਪਤ ਮੈਂ ਬੈਸੰਤਰ ਹੈ, ਸਗਲ ਦੂਧ ਮੈਂ ਘੀਆ। ਸਾਰੀਆਂ ਲੱਕੜਾਂ 'ਚ ਅੱਗ ਹੈ, ਸਾਰੇ ਦੁੱਧਾਂ ਦੇ ਵਿੱਚ ਘਿਓ ਹੈ, ਚਾਹੇ ਬੱਕਰੀ ਦਾ ਦੁੱਧ ਹੈ, ਭੇਡ ਦਾ, ਗਾਂ ਦਾ, ਮੱਝ ਦਾ, ਸਾਰੇ ਦੁੱਧਾਂ ਦੇ ਵਿੱਚ ਘਿਓ ਹੈ। ਪਰ ਸਾਧ ਸੰਗਤ ਜੀ ਆਪਾਂ ਨੂੰ ਘਿਓ ਕਦੇ ਦਿਸਿਆ? ਕਦੇ ਨਹੀਂ ਦਿਸਿਆ ਨਾ। ਜਦੋਂ ਕੋਈ ਸੁਆਣੀ ਬੀਬੀ ਉਹ ਦੁੱਧ ਨੂੰ ਗਰਮ ਕਰਦੀ ਹੈ, ਫਿਰ ਬੱਤ ਦੇ ਮੁਤਾਬਕ ਉਹਨੂੰ ਠੰਡਾ ਕਰ ਲੈਂਦੀ ਹੈ, ਉਹਦੇ ਵਿੱਚ ਜਾਗ ਪਾਉਂਦੀ ਹੈ, ਉਹਨੂੰ ਫਿਰ ਨਿੱਘ ਮੌਸਮ ਦੇ ਮੁਤਾਬਕ ਦਿੰਦੀ ਹੈ, ਅਤੇ ਸਵੇਰ ਨੂੰ ਉਹਦੀ ਦਹੀਂ ਬਣ ਜਾਂਦੀ ਹੈ। ਦਹੀਂ ਨੂੰ ਫਿਰ ਉਹ ਸੁਚੱਜੇ ਢੰਗ ਨਾਲ ਰਿੜਕਦੀ ਹੈ ਤਾਂ ਉਹਦੇ ਵਿੱਚੋਂ ਮੱਖਣ 'ਚੋਂ ਘਿਓ ਨਿਕਲ ਆਉਂਦਾ। ਇਹਦਾ ਮਤਲਬ ਇਹ ਹੈ ਵੀ ਉਹ ਮੱਖਣ ਘਿਓ ਦੁੱਧ ਦੇ ਵਿੱਚ ਮੌਜੂਦ ਸੀ ਪਹਿਲਾਂ। ਬੀਬੀ ਨੇ ਯਤਨ ਕੀਤਾ, ਸੰਜਮ ਕੀਤਾ, ਤਰੀਕਾ ਅਪਣਾਇਆ, ਖੇਚਲ ਕੀਤੀ, ਮਿਹਨਤ ਕੀਤੀ ਅਤੇ ਦੁੱਧ ਦੇ ਵਿੱਚੋਂ ਘਿਓ ਨੂੰ ਪ੍ਰਗਟ ਕਰ ਲਿਆ। ਹੁਣ ਹੈ ਉਹ ਸਾਰੇ ਸਰੀਰਾਂ ਦੇ ਵਿੱਚ। ਹੁਣ ਉਹਨੂੰ ਪ੍ਰਗਟ ਕਰਨ ਵਾਸਤੇ ਸਾਨੂੰ ਖੇਚਲ ਕਰਨੀ ਪਏਗੀ, ਮਿਹਨਤ ਕਰਨੀ ਪਏਗੀ, ਸਾਨੂੰ ਆਪਣੇ ਹੱਡ ਗਾਲਣੇ ਪੈਣਗੇ। ਫਿਰ ਉਹ ਇੱਕ ਸਾਧ ਸੰਗਤ ਜੀ ਇੱਕ ਗੱਲ ਯਾਦ ਰੱਖਣੀ ਹੈ, ਸਾਨੂੰ ਬਾਹਰੋਂ ਤਾਂ ਉਹ ਬਾਅਦ 'ਚ ਦਿਸੇਗਾ, ਪਹਿਲਾਂ ਸਾਨੂੰ ਸਾਡੇ ਅੰਦਰੋਂ ਦਿਸੇਗਾ। ਅੰਦਰੋਂ ਕਦੋਂ ਦਿਸੇਗਾ? ਜਦੋਂ ਸਾਡੇ ਤੇ ਗੁਰੂ ਪ੍ਰਸੰਨ ਹੋ ਗਿਆ। ਗੁਰੂ ਪ੍ਰਸੰਨ ਕਦੋਂ ਹੋਊਗਾ? ਜਦੋਂ ਅਸੀਂ ਗੁਰੂ ਦੇ ਆਖੇ ਲੱਗਾਂਗੇ। ਇਹ ਤਾਂ ਗੱਲ ਸੌਖੀ ਆ। ਦੇਖੋ ਇੱਕੋ ਹੀ ਗੁਰੂ ਮਹਾਰਾਜ ਦਾ ਤੱਤ ਹੈ। ਉਹ ਕਹਿੰਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜਿਹੜਾ ਪਰਮਾਤਮਾ ਨਿਰਗੁਣ ਹੈ, ਜਿਹੜਾ ਪਰਮਾਤਮਾ ਸਰਗੁਣ ਹੈ, ਉਹ ਸਤਿਗੁਰੂ ਦੀ ਕਿਰਪਾ ਨਾਲ ਹੀ ਮਿਲਣਾ। ਦੂਸਰੇ ਕਿਸੇ ਤਰੀਕੇ ਨਾਲ ਉਹਨੂੰ ਪਰਮਾਤਮਾ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਹੁਣ ਉਹਦੀ ਕਿਰਪਾ ਦੀ ਪ੍ਰਾਪਤੀ ਕਰਨ ਵਾਸਤੇ ਸਾਨੂੰ ਗੁਰੂ ਦੀ ਆਗਿਆ ਮੰਨਣੀ ਪਏਗੀ, ਗੁਰੂ ਦੇ ਆਖੇ ਲੱਗਣਾ ਪਏਗਾ। ਜਦੋਂ ਉਹਦੇ ਆਖੇ ਲੱਗਾਂਗੇ, ਉਹਦੀ ਖੁਸ਼ੀ ਹੋਏਗੀ, ਸਾਨੂੰ ਪਰਮਾਤਮਾ ਸਾਡੇ ਅੰਦਰੋਂ ਦਿਸੇਗਾ। ਜਦੋਂ ਅੰਦਰੋਂ ਦਿਸੇਗਾ ਸਾਧ ਸੰਗਤ ਜੀ, ਫਿਰ ਸਾਨੂੰ ਜ਼ਰੇ ਜ਼ਰੇ 'ਚ ਹੀ ਦਿਸਣ ਲੱਗ ਜਾਏਗਾ। ਫਿਰ ਸਾਨੂੰ ਪਹਿਲਾਂ ਅੰਦਰੋਂ ਦਿਸੇਗਾ। ਹੁਣ ਕਹਿੰਦੇ ਤੂੰ ਆਪਣੇ ਮਨ 'ਚ ਰੱਖ, ਅਤੇ ਕਹਿੰਦੇ ਉਹ ਸਾਰੀਆਂ ਥਾਵਾਂ 'ਤੇ ਰਵਿਆ ਹੋਇਆ, ਗੁਣ ਗਾਵੈ ਨਾਨਕ ਅੰਤਰਜਾਮੀ। ਕਹਿੰਦੇ ਮੈਂ ਨਾਨਕ ਉਹ ਅੰਤਰਜਾਮੀ ਪਰਮਾਤਮਾ ਦੇ ਗੁਣ ਗਾ ਰਿਹਾ, ਗੁਣ ਗਾਉਣਾ ਮੈਂ, ਜਪਦਾ ਉਹਨੂੰ। ਗੁਣ ਕਹੈ ਗੁਣੀ ਸਮਾਵਣਿਆ, ਗੁਰਬਾਣੀ ਦੀ ਪਵਿੱਤਰ ਪਾਵਨ ਪੰਗਤੀ ਹੈ। ਉਹਦੇ ਗੁਣਾਂ ਨੂੰ ਕਹਿੰਦਿਆਂ ਉਹ ਗੁਣੀ ਦੇ ਵਿੱਚ ਜੀਵ ਸਮਾ ਜਾਂਦਾ ਹੈ। ਅੱਗੇ ਗਰੀਬ ਨਵਾਜ਼ ਫਰਮਾਉਂਦੇ ਨੇ, ਭੈ ਮੈਂ ਰਚਿਓ ਸਭ ਸੰਸਾਰਾ, ਤਿਸ ਭਾਉ ਨਾਹੀ ਜਿਸ ਨਾਮ ਆਧਾਰਾ। ਕਹਿੰਦੇ ਸਾਰੀ ਸ੍ਰਿਸ਼ਟੀ ਡਰ ਦੇ ਵਿੱਚ ਹੈ। ਦੇਖੋ ਚੂਹੇ ਨੂੰ ਬਿੱਲੀ ਦਾ ਡਰ ਹੈ, ਬਿੱਲੀ ਨੂੰ ਕੁੱਤੇ ਦਾ ਡਰ ਹੈ, ਕੁੱਤੇ ਨੂੰ ਬਘਿਆੜ ਦਾ ਡਰ ਹੈ, ਬਘਿਆੜ ਨੂੰ ਸ਼ੇਰ ਦਾ ਡਰ ਹੈ, ਸ਼ੇਰ ਨੂੰ ਬੰਦੇ ਦਾ ਡਰ ਹੈ, ਬੰਦੇ ਨੂੰ ਸ਼ੇਰ ਦਾ। ਮਤਲਬ ਐਸੇ ਤਰ੍ਹਾਂ ਉਹਨੇ ਬਣਾਇਆ ਹੋਇਆ, ਸਿਸਟਮ ਬਣਾਇਆ ਹੋਇਆ। ਸਾਰੀ ਸ੍ਰਿਸ਼ਟੀ ਡਰ ਦੇ ਵਿੱਚ। ਇੱਕ ਬੰਦੇ ਨੂੰ ਡਰ ਨਹੀਂ ਹੈਗਾ। ਕਿਹਨੂੰ? ਮਹਾਰਾਜ ਕਹਿੰਦੇ ਦੇਖੋ ਭੈ ਮੈਂ ਰਚਿਓ ਸਭ ਸੰਸਾਰਾ, ਸਾਰਾ ਸੰਸਾਰ ਭੈ ਦੇ ਵਿੱਚ ਹੈ। ਕਹਿੰਦੇ ਤਿਸ ਭਾਉ ਨਾਹੀ, ਕਹਿੰਦੇ ਉਸ ਬੰਦੇ ਨੂੰ ਭਾਉ ਨਹੀਂ ਹੈਗਾ। ਕਿਹਨੂੰ? ਜਿਸ ਨਾਮ ਆਧਾਰਾ, ਉਹ ਜਿਹਨੇ ਆਪਣੇ ਜੀਵਨ ਦਾ ਆਧਾਰ ਨਾਮ ਨੂੰ ਬਣਾਇਆ ਹੋਇਆ। ਆਪਾਂ ਸ਼ਹੀਦਾਂ ਦੀਆਂ ਗਾਥਾਵਾਂ ਪੜ੍ਹਦੇ ਹਾਂ। ਭਾਈ ਤਾਰੂ ਸਿੰਘ ਨੂੰ ਪਕੜਨ ਵਾਸਤੇ ਆਏ ਨੇ। ਮਾਂ ਵੀ ਕਹਿ ਰਹੀ ਆ, ਦੇਖੀ ਪੁੱਤਾ ਮੇਰੇ ਦੁੱਧ ਨੂੰ ਦਾਗ ਨਾ ਲਵਾਇਆ ਹੀ। ਭੈਣ ਵੀ ਕਹਿੰਦੀ ਆ, ਵੀਰਾ ਦੇਖੀ ਕਿਤੇ ਮੈਨੂੰ ਨੀਵੀਂ ਨਾ ਪਾਉਣੀ ਪੈ ਜੇ ਕਿ ਇਹਦਾ ਭਾਈ ਬੇਮੁਖ ਹੋ ਗਿਆ ਅਤੇ ਗੁਰੂ ਤੋਂ ਮਤਲਬ ਜਿਹੜਾ ਹੈ ਡਰ ਕੇ। ਭੈਣ ਵੀ ਇਹੀ ਮੱਤ ਦੇ ਰਹੀ ਹੈ। ਅਤੇ ਉਹ ਵੀ ਐਡਾ ਬੱਬਰ ਸ਼ੇਰ, 25 ਸਾਲਾਂ ਦਾ ਨੌਜਵਾਨ, ਉਹ ਵੀ ਨਹੀਂ ਡਰ ਰਿਹਾ। ਕਹਿੰਦਾ ਖੋਪੜੀ ਲਾਉਣੀਆਂ ਲਾ ਦਿਓ, ਮੌਤ ਦੀ ਸਜ਼ਾ ਦੇਣੀਆਂ ਦੇ ਦਿਓ, ਪਰ ਮੈਂ ਇਸਲਾਮ ਨਹੀਂ ਕਬੂਲ ਕਰਦਾ। ਜਿਹੜਾ ਜਿਹਨੇ ਆਪਣੀ ਜ਼ਿੰਦਗੀ ਦਾ ਆਧਾਰ ਪਰਮਾਤਮਾ ਦੇ ਨਾਮ ਨੂੰ ਬਣਾ ਲਿਆ, ਉਹ ਡਰਦਾ ਹੀ ਨਹੀਂ। ਸਾਧ ਸੰਗਤ ਜੀ ਇੱਕ ਇਹ ਫਿਲਾਸਫੀ ਹੈ ਕਿ ਜਿਹੜਾ ਬੰਦਾ ਦੁਨੀਆ ਤੋਂ ਡਰਦਾ ਉਹ ਪਰਮਾਤਮਾ ਤੋਂ ਨਹੀਂ ਡਰਦਾ। ਉਹ ਦੁਨੀਆ ਤੋਂ ਡਰਦਾ ਕਿ ਮੈਨੂੰ ਕੋਈ ਦੇਖਦਾ ਤਾਂ ਨਹੀਂ, ਆਲੇ ਦੁਆਲੇ ਪਿੱਛੇ ਅੱਗੇ ਪਿੱਛੇ ਦੇਖੇਗਾ। ਦੇਖੋ ਮਹਾਰਾਜ ਕਹਿੰਦੇ ਵੀ ਉਹ ਜਿਹੜਾ ਅੱਗੋਂ ਦੇਖਾ ਪਿੱਛੋਂ ਦੇਖਾ ਤੂੰ ਇਸ 'ਤੇ ਕਹਾਂ ਛਪਾਵ ਹੈ। ਉਹ ਦੇਖਦਾ ਕਿ ਬੰਦਾ ਤਾਂ ਨਹੀਂ ਮੈਨੂੰ ਦੇਖ ਰਿਹਾ ਕੋਈ, ਪਰ ਉਹਨੂੰ ਮੂਰਖ ਨੂੰ ਇਹ ਨਹੀਂ ਪਤਾ ਹੁੰਦਾ ਕਿ ਮੈਨੂੰ ਪਰਮਾਤਮਾ ਵੀ ਦੇਖ ਰਿਹਾ। ਜਿਹੜਾ ਪਰਮਾਤਮਾ ਤੋਂ ਡਰਦਾ ਹੈ ਉਹ ਸੰਸਾਰ ਦੇ ਕਿਸੇ ਨਾ ਰਾਜੇ ਨਾ ਮਹਾਰਾਜੇ ਕਿਸੇ ਤੋਂ ਨਹੀਂ ਡਰਦਾ। ਉਹ ਕਿਸੇ ਤੋਂ ਡਰਦੇ ਨਹੀਂ, ਉਹ ਪਰਵਾਹ ਨਹੀਂ ਕਰਦਾ ਕਿਸੇ ਦੀ।
ਭਉ ਨਾ ਵਿਆਪੈ ਤੇਰੀ ਸ਼ਰਨ, ਜੋ ਤਰ ਭਾਵੈ ਸੋਈ ਕਰਨਾ। हे परमात्मा, ਤੇਰੀ ਸ਼ਰਨ ਦੇ ਵਿੱਚ ਡਰ ਲੱਗਦਾ ਹੀ ਨਹੀਂ, ਕਿਉਂਕਿ ਹੁਣ ਹਨੇਰਾ ਹੈ, ਹਨੇਰੇ ਦੇ ਵਿੱਚ ਬੱਚਾ ਹੈ, 2 4 5 7 ਸਾਲ ਦਾ ਬੱਚਾ ਹੈ, ਉਹਨੇ ਆਪਣੇ ਬਾਪ ਦੀ ਉਂਗਲ ਫੜੀ ਹੋਈ ਹੈ। ਹਨੇਰੇ ਦੇ ਵਿੱਚ ਹੋ ਸਕਦਾ ਬਾਪ ਤਾਂ ਬੇਸ਼ੱਕ ਡਰੀ ਜਾਵੇ, ਪਰ ਬੱਚਾ ਨਹੀਂ ਡਰਦਾ, ਕਿਉਂਕਿ ਬੱਚੇ ਨੂੰ ਆਪਣੇ ਬਾਪ ਦੇ ਉੱਤੇ ਭਰੋਸਾ ਹੈ ਵੀ ਮੇਰਾ ਬਾਪ ਹੈ ਨਾਲ, ਉਹ ਨਹੀਂ ਡਰਦਾ। ਹੁਣ ਜਿਹਨੇ ਗੁਰੂ ਕਲਗੀਧਰ ਦੀ ਉਂਗਲ ਫੜੀ ਹੋਈ ਹੈ, ਗੁਰੂ ਕਲਗੀਧਰ ਦਾ ਪੱਲਾ ਫੜਿਆ ਹੋਇਆ, ਉਹ ਕਿਉਂ ਡਰੂਗਾ? ਉਹਨੂੰ ਪਤਾ ਹੈ ਬਈ ਜਿਹੜਾ ਮਹਾਸੂਰਾ ਸਤਿਗੁਰੂ ਮੇਰੇ ਨਾਲ ਹੈ, ਸਿਰ ਉੱਪਰ ਠਾਡਾ ਗੁਰਸੂਰਾ, ਉਹ ਮੇਰੇ ਨਾਲ ਹੈ, ਫਿਰ ਉਹ ਕਿਉਂ ਡਰੂਗਾ? ਉਹ ਤਾਂ ਨਾ ਅੱਗ ਤੋਂ ਨਾ ਪਾਣੀ ਤੋਂ ਕਸ ਤੋਂ ਡਰਦੇ ਨਹੀਂ ਹੈ। ਉਹ ਕਹਿੰਦੇ ਤਿੰਨ ਸੁਖ ਪਾਇਆ ਜੋ ਪ੍ਰਭ ਭਾਣਾ। हे परमात्मा, ਉਸੇ ਨੇ ਸੁਖ ਪਾਇਆ ਜੋ परमात्मा ਨੂੰ ਚੰਗਾ ਲੱਗਦਾ। ਹੁਣ ਚੰਗਾ ਫਿਰ ਉਹੀ ਗੱਲ ਫੇਰ ਆ ਗਈ, ਚੰਗਾ ਜਿਹੜਾ परमात्मा ਹੁਣ ਪਿਆਰ ਕਿਹਨੂੰ ਕਰਦਾ? ਮਹਾਰਾਜ ਕਹਿੰਦੇ ਉਹ ਭਗਤ ਵਸ਼ਲ ਹੈ, ਉਹਦਾ ਨਾਮ ਇੱਕ ਭਗਤ, ਉਹ ਆਪਣੇ ਭਗਤਾਂ ਨੂੰ ਪਿਆਰ ਕਰਦਾ, ਜਿਹੜੇ ਉਹਦੇ ਭਗਤੀ ਕਰਦੇ ਨੇ, ਉਹਨਾਂ ਦੀ ਪਿੱਠ ਨਹੀਂ ਲੱਗਣ ਦਾ। ਸਾਧ ਸੰਗਤ ਜੀ, ਹੋ ਕਿੰਨੇ ਸੰਤਾਂ ਮਹਾਂਪੁਰਸ਼ਾਂ ਬਾਰੇ ਜਿਨ੍ਹਾਂ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ 'ਚ ਲਿਖੀ ਹੋਈ ਹੈ ਨਾ, ਉਹਨਾਂ ਦੀ ਵੀ ਉਹਨੇ ਪਿੱਠ ਨਹੀਂ ਲੱਗਣ ਦਿੱਤੀ ਕਦੇ। ਜੇ ਕਿਤੇ ਉਹਨਾਂ ਦੀ ਸਮਾਧੀ ਲੱਗ ਗਈ, ਆਪਣੀ ਡਿਊਟੀ ਤੋਂ ਕਿਤੇ ਖੁੰਝ ਗਏ, ਤਾਂ परमात्मा ਨੇ ਉਹਨਾਂ ਦੀ ਜਗ੍ਹਾ ਤੇ ਜਾ ਕੇ ਡਿਊਟੀ ਦਿੱਤੀ ਆ ਖੁਦ। ਆਪਾਂ ਬਾਬਾ ਸੈਣ ਜੀ ਦੀ ਪੜ੍ਹਦੇ ਹਾਂ ਕਿ ਉਹ ਰਾਜੇ ਦੀ ਜਿਹੜਾ ਹੈ ਮਾਲਿਸ਼ ਕਰਦਾ ਹੁੰਦਾ ਸੀ। ਇੱਕ ਦਿਨ ਕੁਦਰਤੀ ਉਹਨਾਂ ਦੇ ਘਰ ਸਾਧੂ ਸੰਤ ਆ ਗਏ, ਸਾਧੂ ਸੰਤ ਆਏ, ਕਥਾ ਚੱਲੀ, ਗੁਰਬਾਣੀ ਆਪਣੇ ਜਿਹੜਾ ਹੈ ਗੁਰੂ परमात्मा ਦਾ ਜਸ ਹੋਇਆ, ਸਾਰੀ ਰਾਤ ਹੀ ਕੀਰਤਨ ਹੁੰਦਾ ਰਿਹਾ, ਕਥਾ ਵਾਰਤਾ ਹੁੰਦੀ ਰਹੀ। ਉਹ ਭੁੱਲੇ ਗਿਆ ਕਿ ਮੈਂ ਰਾਜੇ ਦੇ ਜਾ ਕੇ ਬਈ ਉਹ ਦਾਲਾਂ ਸਬਜ਼ੀਆਂ ਬਣਾਉਣੀਆਂ ਨੇ, ਉਹਨਾਂ ਦੇ ਘਰ ਉਹਨਾਂ ਦੀ ਬੇਟੀ ਦੀ ਸ਼ਾਦੀ ਹੈ ਤੇ ਰਾਜੇ ਦੀ ਮੈਂ ਮਾਲਿਸ਼ ਵੀ ਕਰਨੀ ਹੈ, ਭੁੱਲੇ ਗਏ। ਸਾਧ ਸੰਗਤ ਜੀ, ਜਦੋਂ ਉਹਨਾਂ ਨੂੰ ਯਾਦ ਆਇਆ, ਉਹਨਾਂ ਨੂੰ ਸੰਤਾਂ ਮਹਾਂਪੁਰਸ਼ਾਂ ਨੂੰ ਵਿਦਾ ਕਰਨ ਤੋਂ ਬਾਅਦ ਉਹਨਾਂ ਨੂੰ ਯਾਦ ਆਇਆ, ਓਹੋ, ਜਦੋਂ ਗਏ ਜਾ ਕੇ ਮੁਆਫੀ ਮੰਗੀ ਨਾ, ਬਈ ਰਾਜੇ ਨੇ ਮੈਨੂੰ ਮੁਆਫ ਕਰ ਦਿਓ, ਮੈਥੋਂ ਬਹੁਤ ਭਾਰੀ ਗਲਤੀ ਹੋਈ ਹੈ, ਮੈਂ ਸਜ਼ਾ ਦਾ ਹੱਕਦਾਰ ਹਾਂ, ਪਰ ਮੈਨੂੰ ਉਹ ਕਰੇ ਕਮਲਿਆ ਸੈਣ, ਉਹ ਯਾਰ ਤੂੰ ਸਵੇਰੇ ਬੁੱਢੇ ਤੜਕੇ ਦਾ ਆਇਆ ਹੋਇਆ, ਦੇਖਾ ਸਬਜ਼ੀਆਂ ਦਾਲਾਂ ਸਬਜ਼ੀਆਂ ਬਣੀਆਂ ਪਈਆਂ ਨੇ, ਵਰਾਤ ਦਾ ਸਾਰਾ ਪੂਰਾ ਢਕਾਓ ਵੀ ਹੋ ਗਿਆ ਹੈ ਨਾ, ਤੂੰ ਸਵੇਰੇ ਐਸੀ ਮਾਲਿਸ਼ ਕੀਤੀ ਹੈ, ਮੇਰੀ ਆ ਜਿਹੜੀ ਪਿੱਠ ਦੁਖਦੀ ਹੁੰਦੀ ਸੀ ਉਹ ਅੱਜ ਬਿਲਕੁਲ ਹੀ ਨਹੀਂ ਦੁਖਦੀ। ਕਹਿੰਦੇ ਮਹਾਰਾਜ, ਉਹ ਕਹਿੰਦੇ ਕੋਈ ਗੱਲ ਯਾਰ, ਕਮਾਲ ਦੀ ਗੱਲ ਹੈ, ਤੂੰ ਕਿਉਂ ਟਿਚਰਾਂ ਕਰ ਰਿਹਾ ਅੱਜ? ਤੂੰ ਟਿਚਰਾਂ ਸਾਨੂੰ ਮਖੌਲ ਨਾ ਕਰ, ਤੂੰ ਤਾਂ ਆਪ ਕਰਕੇ ਗਏ। ਬਸ ਫਿਰ ਉੱਥੇ ਹੀ ਬੈਠ ਕੇ ਬਰਾਗ 'ਚ ਆ ਗਿਆ ਵੀ परमात्मा, ਤੂੰ ਮੇਰੇ ਵਾਸਤੇ ਇੰਨੀ ਖੇਚਲ ਕੀਤੀ ਆ ਮਹਾਰਾਜ, ਤੂੰ ਕਿਆ ਕਮਾਲ ਹੈ। ਉਹ ਕਿਸੇ ਦੀ ਪਿੱਠ ਨਹੀਂ ਲੱਗਣ ਦਿੰਦਾ। ਇਹ ਸੰਤ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲਿਆਂ ਦੀ ਗੱਲ ਹੈ ਸ਼ਾਇਦ। ਇਹ ਦੇਖੋ, ਕਹਿੰਦੇ ਇਹਨਾਂ ਦੀ ਨਾ ਡਿਊਟੀ ਉਹ 'ਤੇ ਲੱਗੀ ਹੋਈ ਸੀ, ਜਿਹਨੂੰ ਕੁਆਟਰ ਗਾਰਡ ਕਹਿੰਦੇ ਨੇ, ਜਿੱਥੇ ਫੌਜ ਦਾ ਅਸਲਾ ਹੁੰਦਾ, ਉੱਥੇ ਡਿਊਟੀ ਲੱਗੀ ਸੀ। ਅਤੇ ਇਹ ਸਾਜਰੇ ਉੱਠਦੇ ਸੀ, ਡਿਊਟੀ ਫਰਜ਼ ਕਰ ਲਓ ਜਿਵੇਂ 4 ਵਜੇ ਹੋਵੇ, ਇਹ ਆਪਦਾ 1-1:30 ਵਜੇ ਉੱਠ ਕੇ ਭਜਨ ਬੰਦਗੀ 'ਚ ਬੈਠ ਕੇ ਸਮਾਧੀ 'ਚ ਐਸੀ ਸਮਾਧੀ ਲੱਗੀ, ਸਮਾਧੀ 6, 6:30, 7 ਵਜੇ ਤੱਕ ਖੁੱਲ੍ਹੀ ਕੋਈ ਨਹੀਂ ਹੈ। ਇਹਨਾਂ ਨੇ ਆਖਿਆ ਲੈ ਵੀ ਕੁਆਟਰ ਗਾਰਡ ਦੀ ਡਿਊਟੀ ਹੋਵੇ, ਉੱਥੇ ਤਾਂ 1 ਸੈਕਿੰਡ ਵੀ ਜੇ ਬੰਦਾ ਲੇਟ ਹੋ ਜਾਏ ਨਾ, ਤਾਂ ਇਹ ਨਹੀਂ ਪਤਾ, ਨਾਲੇ ਕੋਰਟ ਮਾਰਸ਼ਲ ਕਰਦੇ ਫੌਜ। ਫਿਰ ਅੰਗਰੇਜ਼ਾਂ ਦਾ ਰਾਜ, ਉਹ ਤਾਂ ਇਸ ਗੱਲ ਤੋਂ ਵੈਸੇ ਹੀ ਬਹੁਤ ਜ਼ਿਆਦਾ ਸਖਤ ਸੀ। ਜਦੋਂ ਇਹਨੇ ਆਖਿਆ ਵੀ ਚਲੋ ਅਫਸਰ ਕੋਲ ਜਾਂਦੇ ਹਾਂ, ਜਾ ਕੇ ਮੁਆਫੀ ਮੰਗਦੇ ਹਾਂ, ਸ਼ਾਇਦ ਜੇ ਕੋਈ ਮੁਆਫੀ ਮਿਲ ਗਈ। ਜਦੋਂ ਅਫਸਰ ਕੋਲੇ ਗਿਆ, ਕਮਾਂਡਰ ਕੋਲ ਜਾ ਕੇ ਸਲੂਟ ਮਾਰਿਆ, ਉਹ ਕਹਿੰਦੇ ਵੈਲ ਕਰਮ ਸਿੰਘ, ਤੁਸੀਂ ਬਹੁਤ ਵਧੀਆ ਡਿਊਟੀ ਦਿੱਤੀ, ਐਨੀ ਵਧੀਆ ਡਿਊਟੀ ਅੱਜ ਤੱਕ ਮੈਂ ਕੋਈ ਦਿੰਦੇ ਨਹੀਂ ਦੇਖਿਆ। ਉਹ ਕਹਿੰਦੇ ਮਹਾਰਾਜ ਮੈਂ ਮੁਆਫੀ ਮੰਗਣ ਆਇਆ, ਤੁਸੀਂ ਮੈਨੂੰ ਮਜ਼ਾਕ ਨਾ ਕਰੋ ਵੀ ਮੈਂ ਤਾਂ ਅੱਜ ਡਿਊਟੀ ਦੇ ਹੀ ਨਹੀਂ ਸਕਿਆ। ਉਹ ਕਹਿੰਦੇ ਮਜ਼ਾਕ ਤਾਂ ਤੂੰ ਕਰ ਰਿਹਾ ਕਰਮ ਸਿੰਘ, ਮੈਂ ਆਪ ਗਿਆ ਚੈੱਕ ਕੀਤਾ, ਤੂੰ ਮੈਨੂੰ ਸਲੂਟ ਮਾਰਿਆ, ਮੈਨੂੰ ਇਹ ਕਿਹਾ ਵੀ ਉੱਥੇ ਉਹਨਾਂ ਦੇ ਕੋਡ ਵਾਰਡ ਹੁੰਦੇ ਨਾ, ਬਈ ਥੰਮ ਕੌਣ ਹੋਤਾ ਹੈ, ਜੇ ਕੋਈ ਜਵਾਬ ਨਾ ਦੇਵੇ ਨਾ, ਉਹਨਾਂ ਦਾ ਕੋਡ ਵਾਰਡ ਹੁੰਦਾ, ਤਾਂ ਉਹਨਾਂ ਨੂੰ ਗੋਲੀ ਮਾਰਨ ਦਾ ਆਰਡਰ ਹੁੰਦਾ ਕੁਆਟਰ ਗਾਰਡ ਵਾਲਿਆਂ ਨੂੰ, ਚਾਹੇ ਕੋਈ ਮਰਜ਼ੀ ਹੋਵੇ। ਉਹ ਕਹਿੰਦੇ ਤੂੰ ਮੈਨੂੰ ਆਪ ਪੁੱਛਿਆ, ਆਪ ਤੂੰ ਸਤਿਕਾਰ ਕੀਤਾ, ਗੇਟ ਖੋਲ੍ਹਿਆ, ਮੈਂ ਆਪ ਤੈਨੂੰ ਚੈੱਕ ਕਰਕੇ ਗਿਆ, ਤੂੰ ਮੈਨੂੰ ਮਜ਼ਾਕ ਕਰ ਰਿਹਾ। ਬਸ ਉਹਦੇ ਅਸਤੀਫਾ ਲਿਖ ਕੇ ਦੇ ਆਏ। ਕਹਿੰਦੇ ਬਸ ਹੁਣ ਕਹਿੰਦੇ ਜਿਹੜਾ ਨਾ ਮੇਰੇ ਵਾਸਤੇ ਡਿਊਟੀ ਕਰ ਗਿਆ, ਹੁਣ ਮੈਂ ਉਹਦੀ ਡਿਊਟੀ ਕਰਨੀ ਹੈ ਬਸ। ਸਾਧ ਸੰਗਤ ਜੀ, ਇਹ ਤਾਂ ਉਹਦੀ ਨਾ ਜਿਹੜੀ ਲੀਲਾ, ਉਹ ਅਸੀਂ ਕਹਿਣ ਕਥਨ ਤੋਂ ਬਾਹਰ ਦੀਆਂ ਗੱਲਾਂ ਨੇ।
ਕਹਿੰਦੇ ਮਹਾਂ ਕਹਿੰਦੇ ਹੇ ਪ੍ਰਮਾਤਮਾ ਤੇਰੀ ਸ਼ਰਨ ਦੇ ਵਿੱਚ ਤਾਂ ਨਾ ਕੋਈ ਡਰ ਹੀ ਨਹੀਂ ਲੱਗਦਾ। ਹਾਂ ਉਹ ਮਤਲਬ ਜੋ ਤੁਧ ਭਾਵ ਹੈ ਸੋ ਹੀ ਕਰਨਾ, ਜੋ ਤੈਨੂੰ ਚੰਗਾ ਲੱਗਦਾ ਤੂੰ ਉਹੀ ਕਰਦਾ, ਨਹੀਂ ਤਾਂ ਅਸੀਂ ਕਿਸੇ ਨੂੰ ਜਿਉਣੇ ਨਾ ਦਈਏ। ਉਹ ਦੇਖੋ ਆਪਾਂ ਪੜ੍ਹਦੇ ਨਾ, ਉਹ ਤਾਂ ਕਿਸੇ ਨਿੱਸੀ ਛੰਦ ਹੈ, ਉਹ ਕਿਸੇ ਦੀ ਮੁਸ਼ੰਦਗੀ 'ਚ ਨਹੀਂ ਹੈਗਾ। ਮਹਾਰਾਜ ਜੀ ਕਹਿੰਦੇ ਰਹਾਉ ਤੋਂ ਬਾਅਦ ਸੋਗ ਹਰਖ ਮੈਂ ਆਵਣ ਜਾਣਾ, ਤਿੰਨ ਸੁਖ ਪਾਇਆ ਜੋ ਪਰਬ ਭਾਣਾ। ਕਹਿੰਦੇ ਇਹ ਸੋਗ ਗਮੀ ਨੂੰ ਕਹਿੰਦੇ ਨੇ, ਹਰਖ ਹਿੰਦੀ ਦਾ ਸ਼ਬਦ ਹੈ ਹਰਸ਼, ਜਿਹਦੇ ਮੈਨੇ ਖੁਸ਼ੀ ਹੁੰਦਾ। ਆਪਾਂ ਤਾਂ ਹਰਖ ਕਹਿੰਦੇ ਜਿਹੜਾ ਗੁੱਸੇ 'ਚ ਆ ਜੇ, ਇਹ ਗੁੱਸੇ ਵਾਲਾ ਹਰਖ ਨਹੀਂ ਹੈਗਾ, ਇਹ ਹਿੰਦੀ ਦਾ ਸ਼ਬਦ ਹੈ ਹਰਸ਼। ਹਰਸ਼ ਦਾ ਮਤਲਬ ਹੁੰਦਾ ਖੁਸ਼ੀ। ਇਹ ਪਰਮਾਤਮਾ ਇਹ ਗਮੀ ਖੁਸ਼ੀ ਦੇ ਵਿੱਚ ਇਹ ਜਿਹੜਾ ਆਉਣਾ ਜਾਣਾ ਬਣਿਆ ਹੋਇਆ ਜੀਵਾਂ ਦਾ, ਇਹ ਤਾਂ ਇਸ ਕਰਕੇ ਹੈ ਕਿ ਉਹ ਤੇਰੇ ਪਰਮਾਤਮਾ ਦੇ ਨਾਮ ਦਾ ਆਧਾਰ ਨਹੀਂ ਬਣਾਇਆ ਹੋਇਆ। ਹਾਂ ਇਹ ਉਹਨਾਂ ਨੇ ਸੁੱਖ ਪਾਇਆ ਜਿਹੜਾ ਪਰਮਾਤਮਾ ਨੂੰ ਚੰਗਾ ਲੱਗਦਾ, ਜਿਹੜਾ ਪਰਮਾਤਮਾ ਦੀ ਭਾਣੇ ਨੂੰ ਮਿੱਠਾ ਕਰਕੇ ਮੰਨਦਾ, ਜੋ ਪਰਮਾਤਮਾ ਦੀ ਰਜ਼ਾ ਨੂੰ ਮਿੱਠਾ ਕਰਕੇ ਮੰਨਦਾ। ਆਗਣ ਸਾਗਰ ਮੈਂ ਆਗਣ ਸਾਗਰ ਮਹਾ ਵਿਆਪੈ ਮਾਇਆ, ਸੇ ਸੀਤਲ ਜਨ ਸਤਿਗੁਰ ਪਾਇਆ। ਇਹ ਜਿਹੜਾ ਸੰਸਾਰ ਸਾਗਰ ਹੈ ਨਾ, ਇਹਨੂੰ ਅੱਗ ਦਾ ਸਾਗਰ ਕਿਹਾ। ਸਾਧ ਸੰਗਤ ਜੀ ਤੁਸੀਂ ਇੱਕ ਦੇਖੀਏ, ਆਪਾਂ ਇਸ ਦੁਨੀਆ ਦੇ ਉੱਤੇ ਕੋਈ ਸੌਖਾ ਨਹੀਂ, ਚਾਹੇ ਕੋਈ ਅਮੀਰ ਹੈ ਜਾਂ ਕੋਈ ਗਰੀਬ ਹੈ, ਜਾਂ ਕੋਈ ਪੜ੍ਹਿਆ ਹੈ ਜਾਂ ਕੋਈ ਅਨਪੜ੍ਹ ਹੈ, ਜਾਂ ਕੋਈ ਬੀਬੀ ਹੈ ਜਾਂ ਕੋਈ ਭਾਈ ਹੈ, ਜਾਂ ਕੋਈ ਪੇਂਡੂ ਹੈ ਜਾਂ ਕੋਈ ਸ਼ਹਿਰੀ ਹੈ, ਜਾਂ ਕੋਈ ਜਿਹੋ ਜਿਹਾ ਵੀ ਹੈਗਾ, ਕਿਸੇ ਨੂੰ ਮਰਜ਼ੀ ਪੁੱਛ ਕੇ ਦੇਖ ਲਓ, ਉਹ ਦੁਖੀ ਆ, ਕਿਉਂਕਿ ਆਗਣ ਸਾਗਰ ਹੈ। ਅੱਜ ਤੋਂ 2600 ਸਾਲ ਪਹਿਲਾਂ ਮਹਾਤਮਾ ਬੁੱਧ ਨੇ ਇਹੀ ਕਿਹਾ ਸੀ ਕਿ ਇਹ ਸੰਸਾਰ ਦੁੱਖਾਂ ਦਾ ਘਰ ਹੈ, ਦੁੱਖਾਂ ਦਾ ਕਾਰਨ ਮਨੁੱਖ ਦੀਆਂ ਤ੍ਰਿਸ਼ਨਾਵਾਂ ਆਸਾਵਾਂ ਹਨ। ਸਾਧ ਸੰਗਤ ਜੀ ਬਾਕੀ ਦੁੱਖਾਂ ਦਾ ਘਰ ਹੈ, ਪਰ ਮਹਾਰਾਜ ਕਹਿੰਦੇ ਨੇ, ਕਹਿੰਦੇ ਸੇ ਸੀਤਲ ਜਨ ਸਤਿਗੁਰ ਪਾਇਆ, ਜਿਹਨੇ ਸਤਿਗੁਰੂ ਨੂੰ ਆਪਣਾ ਸਾਥੀ ਬਣਾਇਆ ਹੈ, ਜਿਹਨੇ ਸਤਿਗੁਰੂ ਨੂੰ ਪ੍ਰਾਪਤ ਕਰ ਲਿਆ, ਜਿਹਨੇ ਸਤਿਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰ ਲਿਆ, ਉਹ ਇਸ ਸੰਸਾਰ ਦੇ ਵਿੱਚ ਨਹੀਂ ਮੱਚਦਾ, ਉਹ ਸੌਖਾ ਰਹਿੰਦਾ। ਮਾਂ ਦੇ ਪੇਟ ਦੇ ਵਿੱਚ ਵੀ ਅਸੀਂ ਸਿਮਰਨ ਕਰਕੇ, ਕਿਉਂਕਿ ਸਾਨੂੰ ਪਰਮਾਤਮਾ ਨੇ ਸਿਮਰਨ ਦਿੱਤਾ ਤਾਂ ਹੀ ਅਸੀਂ ਬਚ ਕੇ ਜਨਮ ਲਿਆ, ਨਹੀਂ ਤਾਂ ਕਿੰਨੇ ਬੱਚੇ ਮਾਤਾ ਦੇ ਪੇਟ ਦੇ ਵਿੱਚ ਹੀ ਮਰ ਜਾਂਦੇ ਨੇ, ਮਾਤਾ ਦੇ ਪੇਟ ਵਿੱਚ ਹੀ ਖਰ ਜਾਂਦੇ ਨੇ, ਕਿਉਂਕਿ ਜਦੋਂ ਉਹਨਾਂ ਨੂੰ ਸਿਮਰਨ ਭੁੱਲ ਜਾਂਦਾ ਉੱਥੇ, ਤੇ ਉਹ ਜਿਹੜੀ ਮਾਤਾ ਦੀ ਜਠਰ ਅਗਣੀ ਹੈ ਉਹ ਉਹਨਾਂ ਨੂੰ ਸਾੜ ਕੇ ਰੱਖ ਦਿੰਦੀ ਹੈ। ਹੁਣ ਕਰੇ ਇਹ ਸੰਸਾਰ ਹੈ ਤਾਂ ਮਹਾ ਅਗਨ ਦਾ ਸਾਗਰ, ਪਰ ਇਹਦੇ ਵਿੱਚ ਇਸ ਬਹੁਤ ਵੱਡੀ ਮਾਇਆ ਇਹ ਵਿਆਪ ਰਹੀ ਹੈ, ਸਾਰੀ ਸੰਸਾਰ ਦੁਖੀ ਹੈ। ਨਾਨਕ ਦੁਖੀਆ ਸਭ ਸੰਸਾਰ, ਕਹਿੰਦੇ ਪਰ ਸੇ ਸੁਖੀਆ ਜਿਸ ਨਾਮ ਆਧਾਰ, ਜਿਹਨੇ ਨਾਮ ਨੂੰ ਆਧਾਰ ਬਣਾਇਆ ਹੋਇਆ ਨਾ, ਉਹ ਕਹਿੰਦੇ ਸੌਖਾ ਇਸ ਦੁਨੀਆ ਦੇ ਵਿੱਚ। ਰਾਖ ਲੈ ਪ੍ਰਭ ਰਾਖਣ ਹਾਰਾ, ਕਹੋ ਨਾਨਕ ਕਿਆ ਜੰਤ ਵਿਚਾਰਾ। ਜਿਹਨੂੰ ਬਚਾਉਣ ਤੇ ਆਉਂਦਾ ਨਾ, ਉਹ ਕਹਿੰਦੇ ਰੱਖਣ ਹਾਰਾ ਪਰਮਾਤਮਾ ਬਚਾ ਲੈਂਦਾ। ਇਹ ਨਾਨਕ ਇਹ ਗੱਲ ਕਹੇ, ਇਹ ਜੰਤ, ਇਹ ਜੀਵ ਬੰਦੇ ਦੀ ਕੀ ਤਾਕਤ ਹੈ, ਇਹਦੀ ਕੀ ਔਕਾਤ ਹੈ ਕਿ ਪਾਪ ਤੋਂ ਬਚ ਜੇ ਜਾਂ ਕਿਸੇ ਦੁੱਖ ਤੋਂ ਬਚ ਜੇ। ਸਾਧ ਸੰਗਤ ਜੀ ਬਚਾਉਂਦਾ ਉਸ ਨੂੰ ਜਿਹੜਾ ਉਹਦੇ ਚਰਨਾਂ 'ਚ ਬੇਨਤੀ ਕਰਦਾ। ਹੁਣ ਦੇਖੋ ਬਾਬਾ ਬਿਧੀ ਚੰਦ, 6ਵੇਂ ਪਾਤਸ਼ਾਹ ਨੇ ਭੇਜਿਆ ਦੁਸ਼ਾਲੇ ਲੈਣ ਵਾਸਤੇ, ਕਿਹਾ ਮਹਾਰਾਜ ਕਿਰਪਾ ਕਰਨੀ ਹੈ ਮੇਰੇ ਤੇ, ਮੈਂ ਨਹੀਂ ਦੁਸ਼ਾਲੇ ਲਿਆ ਸਕਦਾ, ਤੁਹਾਡੀ ਕਿਰਪਾ ਹੋਏਗੀ ਤਾਂ ਦੁਸ਼ਾਲੇ ਆਉਣਗੇ। ਨਿਮਰਤਾ ਧਾਰਨ ਕੀਤੀ ਹੈ ਸਿੱਖ ਨੇ। ਗੁਰੂ ਮਹਾਰਾਜ ਕਹਿੰਦੇ ਕੋਈ ਨਹੀਂ ਭਾਈ, ਗੁਰੂ ਨਾਨਕ ਤੇਰੇ ਅੰਗ ਸੰਗ ਹੈ, ਤੂੰ ਜਾ ਬੇਫਿਕਰ ਹੋ ਕੇ ਜਾ। ਐਸੀ ਬਿੱਧ ਬਣਾਈ, ਦੁਸ਼ਾਲੇ ਲੈ ਆਂਦੇ, ਤੇ ਬਸ ਉੱਥੇ ਇੰਨੇ ਰੌਲਾ ਪੈ ਗਿਆ, ਘਿਰ ਗਿਆ, ਕਿਤੇ ਲੁਕਣ ਨੂੰ ਜਗ੍ਹਾ ਨਹੀਂ। ਇੱਕ ਆਪਣਾ ਭੁੰਜਾ ਝਿਉਰ ਜਿਹੜਾ ਦਾਣੇ ਭੁੰਨ ਰਿਹਾ, ਭੱਠੀ 'ਚ ਅੱਗ ਲੱਟ ਮਚ ਰਹੀ ਹੈ, ਉਹਨੂੰ ਕਹਿੰਦਾ ਭਰਾਵਾ ਮੈਨੂੰ ਲੁਕਾ ਦੇ ਕਿਤੇ। ਉਹ ਕਹਿੰਦਾ ਦੇਖ ਵੀਰੇ, ਆਹ ਛੋਟੀ ਜਿਹੀ 2 ਕਾਨਿਆਂ ਦੀ ਮੇਰੀ ਝੌਂਪੜੀ ਹੈ, ਮੇਰੇ ਕੋਲ ਕਿਹੜਾ ਕੋਈ ਮਹਿਲ ਮਾੜੀ ਹੈ, ਤੈਨੂੰ ਕਿੱਥੇ ਲੁਕਾਵਾਂ। ਆਹ ਬਾਲਣ ਵੀ ਮੇਰੇ ਕੋਲ ਥੋੜ੍ਹਾ ਜਿਹਾ, ਨਹੀਂ ਤਾਂ ਮੈਂ ਤੈਨੂੰ ਬਾਲਣ 'ਚ ਹੀ ਲੁਕਾ ਆਂਦਾ, ਅੱਜ ਬਾਲਣ ਵੀ ਮੁੱਕਿਆ ਹੋਇਆ। ਉਹ ਕਹਿੰਦਾ ਤੂੰ ਹੈ ਕੌਣ, ਤੂੰ ਇਹ ਬੁਰਕਾ ਪਾਇਆ ਹੋਇਆ, ਪਤਾ ਤੇਰਾ ਲੱਗਦਾ ਨਹੀਂ, ਤੂੰ ਹੈ ਕੌਣ। ਉਹ ਕਹਿੰਦਾ ਮੈਂ ਗੁਰੂ ਦਾ ਸਿੱਖ ਹਾਂ। ਕਹਿੰਦਾ ਜੇ ਤੂੰ ਗੁਰੂ ਦਾ ਸਿੱਖ ਹੈ, ਤੇਰੇ ਗੁਰੂ ਬਾਰੇ ਤਾਂ ਮੈਂ ਪੜ੍ਹਿਆ ਬਈ ਅੱਗ 'ਚ ਰੱਖ ਲੈਂਦਾ ਪਰਮਾਤਮਾ, ਤਾਂ ਗੁਰੂ ਤਾਂ ਆਹ ਕੜਾਹੀ ਕਹਿੰਦਾ ਤੂੰ ਇਹ 'ਚ ਲੁਕ ਜਾ। ਦੇਖੋ ਉਹਦੇ ਕਹਿਣ ਦੀ ਗੱਲ ਹੋਈ, ਗੁਰੂ ਨੇ ਉਹਦੀ ਰਸਨ 'ਤੇ ਬੈਠ ਕੇ ਉਹਨੂੰ ਪ੍ਰੇਰਨਾ ਦਿੱਤੀ, ਹੌਸਲਾ ਦਿੱਤਾ, ਤੇ ਉਹਨੇ ਕੜਾਹੀ ਚੱਕੀ, ਉੱਤੋਂ ਮਚਰੀ ਭੱਠੀ 'ਚ ਜਾ ਬੈਠਾ। ਸਾਧ ਸੰਗਤ ਜੀ ਇਹ ਗੱਲਾਂ ਅਤ ਕਥਨੀਆਂ ਨਹੀਂ ਹੈਗੀਆਂ, ਅੱਜ ਵੀ ਇਤਿਹਾਸ ਗਵਾਹ ਹੈ। ਗੁਰਦੁਆਰਾ ਸਾਹਿਬ ਬਣੇ ਹੋਏ ਨੇ ਉੱਥੇ, ਆ ਭੱਠੀ ਸਾਹਿਬ, ਚੁਬਾਰਾ ਸਾਹਿਬ ਪੱਟੀ ਦੇ ਉਹ 'ਚ, ਤੇ ਦੇਖੋ ਕਹਿੰਦੇ ਉਹ ਅੱਗ 'ਚ ਬੈਠਾ,
ਸਾਧ ਸੰਗਤ ਜੀ ਅੱਗ ਲੱਟ ਲੱਟ ਮਚ ਰਹੀ ਹੈ। ਇੱਧਰ ਮੇਰੇ ਸਤਿਗੁਰੂ ਮਾਲਵੇ ਦੀ ਧਰਤੀ ਤੇ ਆਏ ਹੋਏ ਸੀ। ਉਹ ਕਰੇ ਸਿੱਖੋ ਪਾ ਦੋ ਓਏ ਪਾਣੀ ਮੱਚ ਗਿਆ ਓਏ ਹਨਾ। ਤੇ ਸਿੱਖ ਕੋਈ ਗਾਗਰ ਕੋਈ ਬਾਲਟੀ ਕੋਈ ਜੋ ਵੀ ਭਾਂਡਾ ਆ ਮਹਾਰਾਜ ਤੇ ਪਾਣੀ ਪਾਣੀ ਪਾ ਰਹੇ ਨੇ ਹਨਾ। ਤੇ ਪਾਓ ਸਿੱਖੋ ਪਾਣੀ ਹੋਰ ਪਾਓ। ਕਿਆ ਮੇਰੇ ਸਤਿਗੁਰੂ ਦੀ ਲੀਲਾ। ਸਾਇੰਸ ਨਹੀਂ ਇਹਨਾਂ ਗੱਲਾਂ ਨੂੰ ਮੰਨਦੀ ਅੱਜ। ਤੇ ਜਦੋਂ ਸਿੱਖ ਦਸ਼ਾਲਾ ਲੈ ਕੇ ਆਇਆ ਨਾ, ਪੁੱਛਿਆ, ਕਹਿੰਦੇ ਵਿਧੀ ਚੰਦਾ ਕੀ ਹਾਲ ਰਿਹਾ ਤੇਰਾ? ਕਹਿੰਦੇ ਮਹਾਰਾਜ ਤੁਹਾਡੀ ਕਿਰਪਾ ਰਹੀ। ਤੁਸੀਂ ਕਹਿੰਦੇ ਫੇਰ ਬਚਿਆ ਕਿਵੇਂ? ਕਹਿੰਦੇ ਮਹਾਰਾਜ ਮੱਚਦੀ ਭੱਠੀ 'ਚ ਤੁਸੀਂ ਮੇਰੀ ਰੱਖਿਆ ਕੀਤੀ ਆ, ਉੱਥੇ ਬਿਠਾਇਆ। ਮਹਾਰਾਜ ਨੇ ਕਹਿੰਦੇ ਚੋਲਾ ਚੱਕ ਕੇ ਦਿਖਾਇਆ ਨਾ, ਇਹਨਾਂ ਨਾਲ ਮਾਸ ਛਾਲੇ ਸੜਿਆ ਪਿਆ। ਕਹਿੰਦੇ ਸਿੱਖਾ ਆਹ ਦੇਖ, ਇਹ ਤਾਂ ਜੇ ਸਿੱਖ ਪਾਣੀ ਨਾ ਪਾਉਂਦੇ ਤੇਰਾ ਸੇਕ ਸਾਨੂੰ ਲੱਗ ਜਾਣਾ ਸੀ। ਸਾਧ ਸੰਗਤ ਜੀ ਆਪਣਾ ਸਮਾਂ ਹੀ ਹੋ ਗਿਆ, ਪਰ ਗੁਰੂ ਮੇਰਾ ਬੜਾ ਸਮਰੱਥ ਹੈ। ਸਿੱਖ ਨੂੰ ਨਾ ਇੱਕ ਆਂਚ ਨਹੀਂ ਲੱਗਣ ਦਿੰਦਾ। ਕਹਿੰਦੇ ਇਹ ਜਿਹੜਾ ਪਰਮਾਤਮਾ ਹੈ ਭਾਈ, ਪਰਮਾਤਮਾ ਜਿਹੜਾ ਰੱਖਣ ਵਾਲਾ ਪਰਮਾਤਮਾ ਹਰੇਕ ਥਾਂ ਤੇ ਰੱਖ ਲੈਂਦਾ। ਇਹ ਨਾਨਕ ਇਹ ਗੱਲ ਕਹਿ ਕਿ ਜੀਵ ਦੀ ਕੋਈ ਔਕਾਤ ਨਹੀਂ ਇਹ ਕਿਸੇ ਪਾਪ ਤੋਂ ਬਚ ਜੇ ਜਾਂ ਕਿਸੇ ਦੁੱਖ ਤੋਂ ਬਚ ਜੇ। ਹੁਣ ਜਿਹੜੇ ਮੇਰੇ ਵਰਗੇ ਨੂੰ ਕੋਈ ਭੈੜੀ ਆਦਤ ਨਹੀਂ ਪਈ ਹੋਈ ਨਾ, ਉਹ ਉਪਦੇਸ਼ ਦਿੰਦਾ ਭਾਈ ਸ਼ਰਾਬ ਨਾ ਪੀਆ ਕਰੋ। ਪਰ ਜਿਨ੍ਹਾਂ ਨੂੰ ਸ਼ਰਾਬ ਦੀ ਆਦਤ ਪੈ ਗਈ ਉਹ ਤਾਂ ਉਹਨਾਂ ਨੂੰ ਪੁੱਛ ਕੇ ਦੇਖੋ, ਉਹਨਾਂ ਵਾਸਤੇ ਛੱਡਣੀ ਕਿੰਨੀ ਔਖੀ ਹੈ। ਜਿਹੜੇ ਆਪਾਂ ਨੂੰ ਕੋਈ ਆਦਤ ਨਹੀਂ ਪਈ ਹੋਈ ਨਾ, ਆਪਾਂ ਉਹਦਾ ਉਪਦੇਸ਼ ਬੜਾ ਸੌਖਾ ਦੇ ਦਿੰਦੇ ਹਾਂ। ਪਰ ਜਿਹਨੂੰ ਕੋਈ ਰੋਗ ਲੱਗਿਆ ਹੋਇਆ ਨਾ, ਕੋਈ ਚਾਹੇ ਆ ਬੀੜੀਆਂ ਜਰਦਾ ਚੱਬਦਾ ਜਾਂ ਕੋਈ ਹੋਰ ਭੈੜਾ ਕੰਮ ਕਰਦਾ, ਉਹਦੇ ਵਾਸਤੇ ਛੱਡਣਾ ਉਹਦੇ ਵਾਸਤੇ ਬਹੁਤ ਮੁਸ਼ਕਿਲ ਹੈ। ਹਾਂ, ਜੇ ਗੁਰੂ ਤੇ ਭਰੋਸਾ ਕਰਕੇ ਲੱਗਿਆ ਰਹੇ ਛੱਡ ਜ਼ਰੂਰ ਜਾਏਗਾ, ਛੱਡ ਜ਼ਰੂਰ ਜਾਏਗਾ। ਪਰ ਗੁਰੂ ਤੇ ਭਰੋਸਾ ਕਰਕੇ ਗੁਰੂ ਦੀ ਬਾਂਹ ਫਕੜ ਕੇ, ਸਤਿਗੁਰੂ ਇਹ ਕੁੰਭੀ ਨਰਕ 'ਚ ਮੈਂ ਡਿੱਗਿਆ ਹੋਇਆ, ਮੇਰੇ ਸਤਿਗੁਰੂ ਮੈਨੂੰ ਜੋ ਬਾਹਰ ਕੱਢ। ਫਿਰ ਕੱਢ ਵੀ ਦਿੰਦੇ ਨੇ ਸਤਿਗੁਰੂ। ਕਿਤੇ ਅੰਦਰਲੇ ਮਨੋਂ ਐਨ ਧੁਰੋਂ ਅੰਦਰੋਂ ਅਰਦਾਸ ਹੋ ਜੇ, ਸਤਿਗੁਰੂ ਮੰਨ ਵੀ ਲੈਂਦੇ ਨੇ। ਫਿਰ ਸਾਧ ਸੰਗਤ ਜੀ ਹੁਣ ਸਮਾਂ ਹੋ ਗਿਆ, ਗਰੀਬ ਨਵਾਜ਼ ਸਤਿਗੁਰੂ ਕਿਰਪਾ ਕਰਨ, ਇਹ ਉਪਦੇਸ਼ ਸਾਡੇ ਹਿਰਦਿਆਂ 'ਚ ਵਸਾਉਣ। ਬੇਅੰਤ ਕਿਸਮ ਦੀਆਂ ਭੁੱਲਾਂ ਚੋਕਾਂ ਗਲਤੀਆਂ ਮਹਾਰਾਜ ਦੀ ਪਵਿੱਤਰ ਪਾਵਨ ਬਾਣੀ ਦੀ ਕਥਾ ਵਾਰਤਾ ਕਰਦਿਆਂ ਸ਼ਬਦ ਵਿਚਾਰਾਂ ਕਰਦਿਆਂ ਹੋ ਗਈਆਂ ਹੋਣਗੀਆਂ। ਦਾਸ ਖੇਮਾਂ ਦਾ ਜਾਚਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।